ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਕਿਸੇ ਕੌਮ, ਦੇਸ਼, ਜ਼ੁਬਾਨ ਦੀ ਹੋਣੀ ਉਹਦੀ ਜੁਝਾਰੂ ਵਿਚਾਰਕ ਪਰੰਪਰਾ ਤੈਅ ਕਰਦੀ ਹੈ। ਵਿਚਾਰ ਸਾਜ਼ੀ, ਸਮਝ ਸਾਜ਼ੀ, ਅਕਲ ਸਾਜ਼ੀ, ਨੌਲੇਜ ਪ੍ਰੋਡਕਸ਼ਨ ਦਾ ਇਹ ਕੰਮ ਬੁੱਧੀਜੀਵੀਆਂ ਦਾ ਕੰਮ ਹੈ। ਇਸ ਜੰਗ ਲਈ ਯੋਧੇ ਕਾਲਜਾਂ, ਯੂਨੀਵਰਸਿਟੀਆਂ ਵਿੱਚ ਤਿਆਰ ਹੁੰਦੇ ਨੇ। ਪੰਜਾਬ ਦੀ, ਪੰਜਾਬੀ ਜ਼ੁਬਾਨ ਦੀ, ਨਵਿਆਂ ਸਮਿਆਂ ਦੇ ਪੰਜਾਬੀ ਮਨੁੱਖ ਦੀ ਸਿਰਜਣਾ ਦਾ ਇੱਕ ਵੱਡਾ ਸਿਹਰਾ ਪੰਜਾਬ ਦੀ ਸਿਰਮੌਰ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ ਜਾਂਦਾ। ਜੇ ਕਿਸੇ ਯੂਨੀਵਰਸਿਟੀ ਦਾ ਸਾਡੇ ਜੀਵਨ ਸ਼ੈਲੀ, ਭਾਸ਼ਾ, ਸੱਭਿਆਚਾਰ ਉੱਤੇ ਸਭ ਤੋਂ ਵਧੇਰੇ ਪ੍ਰਭਾਵ ਹੈ ਤਾਂ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹੈ। ਤੁਸੀਂ ਇਹਦੇ 'ਤੇ ਮਾਣ ਕਰ ਸਕਦੇ ਹੋ ਜਾਂ ਫਿਰ ਦੁਹੱਤੜ ਮਾਰ ਕੇ ਰੋ ਪਿੱਟ ਸਕਦੇ ਹੋ, ਕਿਉਂ ਜੋ ਇਹ ਯੂਨੀਵਰਸਿਟੀ ਬਿਮਾਰ ਪਈ ਹੈ। ਤੱਪੜ ਰੁਲੇ ਪਏ ਹਨ, ਸਾਹ ਨਹੀਂ ਆ ਰਿਹਾ, ਸਾਲਾਂ ਤੋਂ ਕੋਈ ਅਧਿਆਪਕ ਭਰਤੀ ਨਹੀਂ ਹੋਇਆ, ਪ੍ਰੋਫੈਸਰਾਂ ਨੂੰ ਤਨਖਾਹ ਦੇ ਲਾਲੇ ਪਏ ਹੋਏ ਨੇ, ਰਿਟਾਇਰਡ ਅਧਿਆਪਕ ਆਪਣੇ ਪੈਸੇ ਲੈਣ ਲਈ ਅਦਾਲਤਾਂ ਵਿੱਚ ਧੱਕੇ ਖਾ ਰਹੇ ਹਨ, ਵਿਦਿਆਰਥੀ, ਅਧਿਆਪਕ ਵਾਈਸ ਚਾਂਸਲਰ ਦੇ ਦਫ਼ਤਰ ਮੂਹਰੇ ਹਫ਼ਤਿਆਂ ਮਹੀਨਿਆਂ ਤੋਂ ਫੜੀਆਂ ਡਾ ਕੇ ਧਰਨੇ ਮਾਰ ਰਹੇ ਹਨ। ਸਰਕਾਰ ਨੂੰ ਕੋਈ ਇਹੋ ਜਿਹਾ ਪ੍ਰੋਫੈਸਰ, ਬੁੱਧੀਜੀਵੀ, ਸਿੱਖਿਆ ਸ਼ਾਸਤਰੀ ਨਹੀਂ ਲੱਭਦਾ ਜਿਹੜਾ VC ਲੱਗਣ ਯੋਗ ਹੋਵੇ। ਕਿਸੇ ਨਾ ਕਿਸੇ IAS ਅਫਸਰ ਨੂੰ ਇਹ ਕੰਮ ਕਰਨਾ ਪੈ ਰਿਹਾ। ਅਧਿਆਪਕਾਂ ਦੀਆਂ ਜਥੇਬੰਦੀਆਂ ਸਰਕਾਰ ਨੂੰ ਹੁਣ ਦਸਤਬੰਦ ਗੁਜ਼ਾਰਿਸ਼ਾਂ ਕਰਨ ਵਿੱਚ ਮਸਰੂਫ ਨੇ ਕਿ ਕਿਰਪਾ ਕਰੋ, ਮਰੀਜ਼ ਆਖਰੀ ਸਾਹ ਲੈ ਰਿਹਾ ਜੇ, ਕੋਈ ਗਲੂਕੋਜ਼ ਦੀ ਇੱਕ ਅੱਧੀ ਬੋਤਲ ਹੀ ਲਾ ਦੇਵੋ, ਇਹ ਵਾਲਾ ਮਹੀਨਾ 4 ਪੈਸੇ ਦੇ ਦਿਓ, ਡੰਗ ਟਪਾ ਦਿਓ, ਕੰਮ ਚਲਾ ਦਿਓ। ਤੇ ਕੰਮ ਚੱਲ ਰਿਹਾ। ਹੁਣ ਇਸੇ ਤਰੀਕੇ ਨਾਲ ਕੰਮ ਕਿੰਨੀ ਦੇਰ ਚੱਲੇਗਾ? ਇਹ ਹਾਲਤ ਇਸ ਯੂਨੀਵਰਸਿਟੀ ਦੀ ਹੈ, ਬਾਕੀ ਯੂਨੀਵਰਸਿਟੀਆਂ ਤੱਕ ਵੀ ਇਹ ਜੇ ਨਿਵੇਂ ਹੀ ਪਹੁੰਚੇਗਾ। ਹਾਲਤ ਉੱਥੇ ਵੀ ਬਹੁਤੀ ਚੰਗੀ ਨਹੀਂ ਹੈ। ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਸੱਭਿਆਚਾਰਕ ਪ੍ਰਭਾਵ ਬਾਰੇ ਤਾਂ ਮੈਨੂੰ ਲੱਗਦਾ ਹੈ ਫਿਰੋਜ਼ਪੁਰ ਰੋਡ ਤੋਂ ਪਰਲੇ ਪਾਸੇ ਗੱਲ ਨਹੀਂ ਕਰਨੀ ਚਾਹੀਦੀ। ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜੀ ਇੰਟੈਲੈਕਚੁਅਲ ਐਕਟੀਵਿਟੀ ਦਾ ਗੜ੍ਹ ਸੀ, ਅੱਜ ਇਹਨਾਂ ਹਾਲਾਤਾਂ ਵਿੱਚ ਕਿਉਂ ਆਈ? ਇਸ ਸਭ ਬਾਰੇ ਗੱਲ ਕਰਨ ਲਈ ਅੱਜ ਸਾਡੇ ਨਾਲ ਜੁੜ ਰਹੇ ਨੇ ਤਰਸੇਮ ਬਾਈਆ ਜੀ। ਤਰਸੇਮ ਬਾਈਆ ਜੀ ਇੱਕ ਲੰਬੇ ਸਮੇਂ ਤੋਂ ਯੂਨੀਵਰਸਿਟੀਆਂ ਦੇ ਸਪਿੜ ਦੇ, ਇਹਦੀਆਂ ਸੈਨੇਟਸ ਦੇ ਵਿੱਚ, ਇਹਦੀਆਂ ਸਿੰਡੀਕੇਟਸ ਦੇ ਵਿੱਚ ਕੀ ਹੁੰਦਾ ਹੈ, ਇਹਦੇ ਬੜੇ ਅੰਦਰ ਦੇ ਘੁਲਾਟੀਏ ਰਹੇ ਨੇ। ਰਿੰਗ ਸਾਈਡ ਸੀਟ ਹੈ ਇਹਨਾਂ ਕੋਲ ਅਤੇ ਇਸ ਕਿਸਮ ਦੀ ਡਿਸੀਜਨ ਮੇਕਿੰਗ ਤੋਂ ਚੰਗੀ ਤਰ੍ਹਾਂ ਵਾਕਿਫ ਨੇ। ਸਾਡੇ ਨਾਲ ਜੁੜ ਰਹੇ ਨੇ ਡਾਕਟਰ ਅਨੁਪਮਾ ਉੱਪਲ ਜੀ। ਪੇਸ਼ੇ ਤੋਂ ਇਕੋਨੋਮਿਸਟ ਨੇ, ਪੰਜਾਬ ਦੀ ਫਾਰਮ ਇਕੋਨਮੀ ਨੂੰ ਚੰਗੀ ਤਰ੍ਹਾਂ ਸਮਝਦੇ ਨੇ ਅਤੇ ਕਿਸੇ ਐਗਰੇਰੀਅਨ ਇਕੋਨਮੀ ਦੇ ਵਿੱਚ ਇਸ ਕਿਸਮ ਦੀ ਨੌਲੇਜ ਪ੍ਰੋਡਕਸ਼ਨ ਅਤੇ ਯੂਨੀਵਰਸਿਟੀਆਂ ਦੇ ਅਹਾਤੇ, ਉਹਨਾਂ ਦੇ ਵਿਹੜੇ, ਉਹਨਾਂ ਮਨੁੱਖਾਂ ਦੀ ਸਿਰਜਣਾ ਕਿਵੇਂ ਕਰਦੇ ਨੇ ਜਿਹੜੇ ਕਦੀ ਸਿੰਘੂ, ਟੀਕਰੀ, ਗਾਜ਼ੀਪੁਰ ਦੇ ਉੱਤੇ ਸਟੇਟ ਸਾਹਮਣੇ ਖੜ ਸਕਦੇ ਨੇ, ਅਤੇ ਫਿਰ ਉੱਥੇ ਅਕਲ ਸਾਜ਼ੀ ਵਿੱਚ ਉਹ ਘਾਟ ਕਿਵੇਂ ਆਉਂਦੀ ਹੈ ਜਦੋਂ ਫੰਡ ਨਹੀਂ ਮਿਲਦੇ ਅਤੇ ਪ੍ਰੋਫੈਸਰ ਤਨਖਾਹਾਂ ਲਈ ਰੋਂਦੇ ਨੇ। ਉਸ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਨੇ। ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਅਵਨੀਤ ਪਾਲ ਜੀ। ਸਾਇੰਸ ਨਾਲ ਜੁੜੇ ਨੇ, ਬੋਟਨੀ ਦੇ ਪ੍ਰੋਫੈਸਰ ਨੇ, ਪੂਟਾ ਦੇ ਪੰਜਾਬੀ ਯੂਨੀਵਰਸਿਟੀ ਟੀਚਰਸ ਐਸੋਸੀਏਸ਼ਨ ਦੇ ਆਫਿਸ ਬੇਅਰਰ ਨੇ, ਸੈਕਟਰੀ ਨੇ। ਉਸ ਲੜਾਈ ਦਾ ਹਿੱਸਾ ਨੇ ਜਿਹਦੇ ਵਿੱਚ ਕਦੀ ਨਾਅਰੇ ਮਾਰ, ਕਦੀ ਮੁਲਾਕਾਤਾਂ ਕਰ ਅਤੇ ਕਦੀ ਗੁਜ਼ਾਰਿਸ਼ਾਂ ਕਰ ਯੂਨੀਵਰਸਿਟੀ ਦੇ ਪ੍ਰੋਫੈਸਰ ਸਰਕਾਰ ਤੋਂ ਮਹੀਨੇ ਦੇ 10 ਕਰੋੜ 20 ਕਰੋੜ ਮੰਗਦੇ ਫਿਰਦੇ ਨੇ ਅਤੇ ਵੱਡੀ ਡਿਮਾਂਡ ਦਾ ਬੈਨਰ ਹੱਥ ਵਿੱਚ ਚੁੱਕੀ ਫਿਰਦੇ ਨੇ ਕਿ ਸਾਨੂੰ 300 ਕਰੋੜ ਦੇ ਦਿਓ, 500 ਕਰੋੜ ਦੇ ਦਿਓ। ਅਜੇ ਕੋਈ ਦਾਲ ਗਲਤੀ ਦਿਖਾਈ ਨਹੀਂ ਦਿੰਦੀ। ਤਰਸੇਮ ਬਾਈਆ ਜੀ, ਵਾਈ ਡਿਡ ਵੀ ਰੀਚ ਦਿਸ ਪਲੇਸ? ਇੱਥੇ ਪਹੁੰਚੇ ਕਿਵੇਂ? ਯੂਨੀਵਰਸਿਟੀ ਦਾ ਇਹ ਹਾਲ ਕਿਉਂ ਹੈ? ਅਤੇ ਜੇ ਯੂਨੀਵਰਸਿਟੀ ਦਾ ਇਹ ਹਾਲ ਹੈ ਅਤੇ ਤੁਹਾਡੇ ਨਾਲ ਲੋਕਾਂ ਦੀ ਭੀੜ ਇੰਝ ਹੀ ਕਿਉਂ ਨਹੀਂ ਖੜ ਗਈ ਜਿਵੇਂ ਸਿੰਘੂ ਟੀਕਰੀ ਬਾਰਡਰ ਦੇ ਉੱਤੇ ਜਾ ਕੇ ਕਿਸਾਨਾਂ ਨਾਲ ਖੜ ਜਾਂਦੀ ਹੈ? ਮੈਂ ਤਾਂ ਕਦੀ 500 ਪੇਰੈਂਟਸ ਇਕੱਠੇ ਆਉਂਦੇ ਨਹੀਂ ਦੇਖੇ ਵੀ ਸਾਡੇ ਬੱਚਿਆਂ ਦੇ, ਸਾਡੇ ਸਟੂਡੈਂਟਸ ਦੇ ਪੇਰੈਂਟਸ ਨੇ, ਉਹਨਾਂ ਨੂੰ ਹਾਲ ਦੁਹਾਈ ਪੈ ਗਈ ਹੈ ਕਿ ਹੇ ਰੱਬਾ, ਯੂਨੀਵਰਸਿਟੀ ਦਾ ਇਹ ਹਾਲ ਹੋ ਗਿਆ, ਸਾਡੇ ਬੱਚਿਆਂ ਦਾ ਭਵਿੱਖ, ਇਹਨਾਂ ਦੇ ਜੰਮਣ ਵਾਲੇ ਬੱਚਿਆਂ ਦਾ ਭਵਿੱਖ ਤਬਾਹ ਹੋ ਗਿਆ। ਤੁਸੀਂ ਆਪਣੀਆਂ ਤਨਖਾਹਾਂ ਲਈ ਲੜਦੇ ਫਿਰਦੇ ਹੋ, ਚੰਗੀ ਲੜਾਈ ਹੋਵੇਗੀ, ਤੁਹਾਡੇ ਨਾਲ ਕੋਈ ਆ ਕੇ ਪੰਜਾਬੀ ਜੁੜਦਾ ਨਹੀਂ। ਇਹੋ ਜਿਹਾ ਕੀ ਹੈ ਕਿ ਲੋਕ ਤੁਹਾਡੀ ਲੜਾਈ ਨਾਲ ਨਹੀਂ ਜੁੜ ਰਹੇ ਅਤੇ ਤੁਹਾਡੀ ਸੁਣੀ ਨਹੀਂ ਜਾ ਰਹੀ। ਅਤੇ ਇਹ ਬੁਰਾ ਹਾਲ ਇੱਕ ਲੰਬੇ ਸਮੇਂ ਦੇ ਵਿੱਚ ਹੋਇਆ। ਇਹ ਅਚਾਨਕ ਕੋਈ ਪਿਛਲੇ ਮਹੀਨੇ, ਪਿਛਲੀ ਸਰਕਾਰ ਵੇਲੇ ਜਾਂ ਉਸ ਤੋਂ ਪਿਛਲੀ ਸਰਕਾਰ ਵੇਲੇ ਤਾਂ ਹੋਇਆ ਨਹੀਂ ਹੈ। ਵਾਟ ਵਰ ਯੂ ਡੂਇੰਗ ਆਲ ਦਿਸ ਟਾਈਮ? ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਗੱਲ ਕਿ ਇਸ ਯੂਨੀਵਰਸਿਟੀ ਦਾ ਇਹ ਹਾਲਤ ਅਚਾਨਕ ਨਹੀਂ ਹੋਇਆ। ਇਨਫੈਕਟ ਇਹਨੂੰ ਇੱਕ ਪ੍ਰਸੰਗ 'ਚ ਹੀ ਵੇਖਣ ਵਾਲਾ ਗਾ। ਉਹ ਇਹ ਹੈ ਕਿ ਸਰਕਾਰਾਂ ਐਜੂਕੇਸ਼ਨ ਬਾਰੇ ਅਤੇ ਵਿਸ਼ੇਸ਼ ਕਰਕੇ ਹਾਇਰ ਐਜੂਕੇਸ਼ਨ ਬਾਰੇ ਸੋਚਦੀਆਂ ਕੀ ਨੇ। ਮੈਂ ਥੋੜ੍ਹਾ ਜਿਹਾ ਇਸ ਨੂੰ ਗੱਲ ਨੂੰ ਹੋਰ ਪਿੱਛੇ ਲੈ ਜਾ ਤਾਂ ਕਿਸੇ ਵੇਲੇ ਵਰਲਡ ਬੈਂਕ ਨੇ 1994 'ਚ ਕਿਤੇ ਗੱਲ ਕਹੀ। ਮੈਂ ਉੱਥੋਂ ਲੈ ਕੇ ਜਾਣਾ ਕਿ ਅੱਜ ਕੱਲ੍ਹ ਬਹੁਤ ਤੁਹਾਡੀ ਯੂਨੀਵਰਸਿਟੀ ਪੰਜਾਬ ਸਰਕਾਰ ਨੇ ਤਬਾਹ ਕੀਤੀ ਕਿ ਵਰਲਡ ਬੈਂਕ ਨੇ? ਕਿਹੜੀ ਯੂਨੀਵਰਸਿਟੀ? ਪੰਜਾਬੀ ਯੂਨੀਵਰਸਿਟੀ। ਹਾਂ, ਮੈਂ ਦੱਸਦਾ ਕਿ ਇਹਦੀਆਂ ਤਬਾਹੀ ਦੀਆਂ ਜੜ੍ਹਾਂ ਉੱਥੋਂ ਸ਼ੁਰੂ ਹੋਈਆਂ ਵੀਆਂ ਨੇ। ਮੈਂ ਉੱਥੋਂ ਤੋੜਨਾ ਚਾਹੁੰਦਾ ਕਿ ਇਨਫੈਕਟ ਐਜੂਕੇਸ਼ਨ ਨੂੰ, ਹੈਲਥ ਨੂੰ ਅਸੀਂ ਕਿਵੇਂ ਚਲਾਉਣਾ ਗਾ। ਅਤੇ 1994 'ਚ ਵਰਲਡ ਬੈਂਕ ਨੇ
ਇੱਕ ਪੇਪਰ ਸਰ ਲਿਆ। ਸਾਮਰਾਜਵਾਦੀ ਸ਼ਕਤੀਆਂ ਨੇ ਸਾਡੇ ਆ ਪਬਲਿਕ ਅਦਾਰਿਆਂ ਨੂੰ ਬੜਾ ਤਬਾਹ ਕੀਤਾ ਹੈ। ਦੈਟਸ ਅ ਨੈਰੇਟਿਵ ਜਿਹਦੇ ਤੋਂ ਮੇਰੇ ਦਰਸ਼ਕ ਵੀ, ਤੁਹਾਡੇ ਸੁਣਨ ਵਾਲੇ ਲੋਕ ਵੀ ਜਿਹੜੇ ਇਸ ਕਿਸਮ ਦੇ ਡਿਬੇਟਸ ਨਾਲ ਜੁੜਦੇ ਨੇ ਉਹ ਕਾਫੀ ਚੰਗੀ ਤਰ੍ਹਾਂ ਜਾਣਦੇ ਨੇ। ਪੀਪਲ ਵਾਂਟ ਟੂ ਅੰਡਰਸਟੈਂਡ ਕਿ ਉਸ ਨੈਰੇਟਿਵ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਦਾ ਇੰਨਾ ਬੁਰਾ ਹਾਲ ਕਿਉਂ ਹੋਇਆ, ਬਾਕੀ ਦੀਆਂ ਯੂਨੀਵਰਸਿਟੀਆਂ ਕਿੱਥੇ ਕਰਕੇ ਖੜੀਆਂ ਨੇ। ਇੱਕ ਲੰਬਾ ਸਮਾਂ ਇਹ ਸਾਰੇ ਦੇ ਅਗੇਂਸਟ ਲੜਨ ਲਈ ਤੇ ਇੱਕ ਆਲਟਰਨੇਟਿਵ ਪੈਦਾ ਕਰਨ ਲਈ ਤੁਹਾਡੇ ਕੋਲ ਸੀ। ਜੇ 90-91 ਚ ਹੋਇਆ ਤੇ ਆਪਾਂ 21 ਚ ਬੈਠੇ ਹਾਂ 30 ਸਾਲ। ਮੈਂ ਉਹ ਕਹਿ ਰਿਹਾ ਗੱਲ ਕਿ ਇਹ ਜਿਹੜਾ ਸੰਕਟ ਹੈ ਇਸ ਪੱਖੋਂ ਕੱਲੀ ਪੰਜਾਬੀ ਯੂਨੀਵਰਸਿਟੀ ਦਾ ਨਹੀਂ ਹੈਗਾ। ਜੇ ਪੰਜਾਬ ਦੇ ਕਾਲਜ ਲੈ ਲਈਏ ਤੇ ਕਾਲਜਾਂ ਦਾ ਵੀ ਇਹੀ ਹਾਲਤ ਹੈਗੀ ਹੈ, ਕਿਉਂਕਿ ਹਾਇਰ ਐਜੂਕੇਸ਼ਨ ਬਾਰੇ ਸਮਝ ਇੱਕ ਇਹ ਬਣ ਗਈ ਪੰਜਾਬ ਸਰਕਾਰ ਦੀ ਵੀ ਤੇ ਸੈਂਟਰ ਸਰਕਾਰ ਵੀ ਤੇ ਪੰਜਾਬ ਸਰਕਾਰ ਦੀ ਵੀ ਕਿ ਇਹ ਵਾਧੂ ਬੇਲੋੜੀ ਦੀ ਚੀਜ਼ ਹੈ, ਇੱਥੇ ਸਬਸਿਡੀਜ਼ ਨਹੀਂ ਚਾਹੀਦੀਆਂ, ਇਹ ਸੈਲਫ ਫਾਈਨੈਂਸਿੰਗ ਹੀ ਕਿਸਮ ਦਾ ਸਿਸਟਮ ਇੱਥੇ ਮਤਲਬ ਚਾਹੀਦਾ। ਪੰਜਾਬੀ ਯੂਨੀਵਰਸਿਟੀ ਜਿਹੜੀ ਹੁਣ ਹਾਲਤ ਹੈ ਉਹ ਕਾਲਜਾਂ ਦੀ ਪਹਿਲਾਂ ਹੀ ਨਜ਼ਰ ਆਉਣ ਲੱਗ ਗਈ ਸੀਗੀ। ਸਰਕਾਰੀ ਕਾਲਜਾਂ 'ਚ ਫਸਟ ਕਰ ਲਓ 1873 ਪੋਸਟਾਂ ਸੈਂਕਸ਼ਨਡ ਹੈ ਤਾਂ ਉਹ ਜੋ ਭਰੀਆਂ 400 ਹੈ ਉਹ ਜਿਹੜੇ ਸਰਕਾਰੀ ਕਾਲਜਾਂ 'ਚ ਹੈ, ਜਿਹੜੇ ਤਕਰੀਬਨ 50 ਸਰਕਾਰੀ ਕਾਲਜ ਹੈ, ਜਿਹੜੇ ਕਿ 75% ਵਿਦਿਆਰਥੀਆਂ ਨੂੰ ਪੜ੍ਹਾਉਂਦੇ ਸੀ ਏਡਡ ਕਾਲਜ ਪੰਜਾਬ ਦੇ, ਉਹਨਾਂ 'ਚ ਵੀ 3500 4000 ਪੋਸਟ ਸੀਗੀ ਤੇ 1500 ਭਰੀ ਹੋਈ ਹੈ, ਉੱਥੇ ਵੀ ਇੰਨੀ ਭਰੀ ਹੋਈ ਹੈ। 90s ਤੋਂ ਸਰਕਾਰਾਂ ਨੇ ਸ਼ੁਰੂ ਇਹ ਕਰਤਾ ਉਹਨਾਂ ਜਿਹੜੀਆਂ, ਮੈਂ ਤਾਂ ਗੱਲ ਜੋੜਦਾ ਸੀ ਕਿੱਥੋਂ ਗੱਲ ਚੱਲੀ ਕਿ ਜਿਹੜੀ ਬਜਟਿੰਗ ਸੀ ਇਹਨਾਂ ਯੂਨੀਵਰਸਿਟੀਆਂ ਦੀ ਕਾਲਜਾਂ ਦੀ ਉਹ ਲਗਾਤਾਰ 10% 15% 20% ਇਸ ਤਰ੍ਹਾਂ ਘਟਾਉਣਾ ਸ਼ੁਰੂ ਕਰਤੀ। ਤਾਂ ਸਾਰੀ ਤੁਹਾਨੂੰ ਇਹਦੇ ਗੱਲ 'ਚ ਇੱਥੇ ਨਿਕਲ ਆਏਗੀ ਫਸਟ ਕਰ ਲਓ ਕਿ 91-92 ਨੂੰ ਜੇ ਮੈਂ ਕੱਟ ਆਫ ਈਅਰ ਮੰਨਾਂ ਕਿ ਪਹਿਲਾਂ ਸਗੋਂ ਪੰਜਾਬ ਸਰਕਾਰ ਜਦੋਂ ਜਿਹੜੀ ਆਪਣੀ ਅੱਤਵਾਦ ਦੇ ਦੌਰ ਵਿੱਚ ਵੀ ਪੰਜਾਬ ਸਰਕਾਰ ਐਜੂਕੇਸ਼ਨ ਤੇ ਤਕਰੀਬਨ 23.4-23.5% ਬਜਟ ਖਰਚ ਕਰਦੀ ਸੀਗੀ। 91-92 ਤੋਂ ਬਾਅਦ ਜਿਹੜਾ ਬਜਟ ਹੈ ਐਜੂਕੇਸ਼ਨ ਤੇ ਪੰਜਾਬ ਸਰਕਾਰ ਨੇ ਉਹ ਐਵਰੇਜ 15-16% ਦੇ ਕਰੀਬ ਆ ਗਈ ਹੈ, ਜਿਹੜੀ ਹੁਣ 10% ਹੀ ਹੈ ਇਸ ਵੇਲੇ, ਇੰਨਾ ਹੈ। ਇਹ ਇਸ ਤਰ੍ਹਾਂ ਬਜਟ ਕੱਟ ਲੱਗਣੇ ਜਿਹੜੇ ਮਤਲਬ ਯੂ ਨਿਊ ਦੈਟ ਇਟਸ ਗੋਇੰਗ ਟੂ ਹੈਪਨ, ਇਹ ਤਾਂ ਤੁਹਾਨੂੰ ਪਤਾ ਸੀ ਇਹ ਹੋਣਾ ਹੈ। ਇਹ ਜੇ 91-92 ਤੋਂ ਹੋ ਰਿਹਾ ਤਾਂ ਇੱਕ ਪ੍ਰੋਸੈਸ ਦੇ ਰਾਹੀਂ ਹੋ ਰਿਹਾ। 10 ਸਾਲ ਪਹਿਲਾਂ ਕਿਤੇ ਪਹੁੰਚਿਆ ਹੋਗਾ, 10 ਸਾਲ ਬਾਅਦ ਫਿਰ ਹੋਰ 10 ਸਾਲ ਲੱਗੇ ਹੋਣਗੇ, ਕਿਤੇ ਹੋਰ ਪਹੁੰਚਿਆ ਹੋਏਗਾ, ਫਿਰ ਅਗਲੇ 10 ਸਾਲ ਆ ਗਏ, 30 ਸਾਲਾਂ ਤੋਂ ਇਹ ਹੋ ਰਿਹਾ। ਮਤਲਬ ਇਹ ਲੜਾਈ ਨੇ ਇਹ ਵਿਡਵਾ ਰੂਪ ਉਦੋਂ ਲਿਆ ਜਦੋਂ ਪ੍ਰੋਫੈਸਰਾਂ ਦੀਆਂ ਤਨਖਾਹਾਂ ਮਿਲਣੀਆਂ ਬੰਦ ਹੋਈਆਂ ਨੇ। ਨਹੀਂ, ਇਹ ਨਹੀਂ ਹੈ ਗੱਲ। ਇਹ ਜਿਹੜੇ ਪਹਿਲਾਂ ਤਾਂ ਇਹ ਸੀ ਕਿ ਪਹਿਲਾਂ ਭਰਤੀ ਬੰਦ ਹੋਈ ਰਾਦਰ ਜੀ, ਕਿ ਪੋਸਟਾਂ ਫਰੀਜ਼ ਕਰਤੀਆਂ ਜਿਹੜੀਆਂ ਸੀ ਕਿ ਚਾਹੇ ਕਾਲਜਾਂ ਦੇ ਸੀ ਚਾਹੇ ਯੂਨੀਵਰਸਿਟੀਆਂ ਸੀ, ਉੱਥੋਂ ਗੱਲ ਸ਼ੁਰੂ ਹੋਈ। ਦੂਸਰੀ ਗੱਲ ਇਹ ਕਰਤੀ ਕਿ ਵੀ ਅਸੀਂ ਤੁਹਾਨੂੰ ਜਿਹੜੀਆਂ ਅਸੀਂ ਫੰਡਿੰਗ ਕਰਨੀ ਆ ਸਟੇਟ ਦੀ, ਉਹ ਅਸੀਂ ਫੰਡਿੰਗ ਕਹਾ ਕਿਸੇ ਵੇਲੇ ਤੁਹਾਨੂੰ ਇਹ ਦੱਸਣਗੇ ਕਿ 91-92 ਚ ਫਰਜ਼ ਕਰ ਲਓ, ਮੈਂ ਲੈ ਲੈਣਾ 91-92 ਚ ਤੁਹਾਡੀ ਇਨਕਮ ਯੂਨੀਵਰਸਿਟੀ ਦੀ, ਇਸ ਪਾਰਟਿਕੂਲਰ ਯੂਨੀਵਰਸਿਟੀ ਦੀ ਜੇ ਮੈਂ ਗੱਲ ਕਰਾਂ 19 ਕਰੋੜ ਦੇ ਆਸ-ਪਾਸ ਹੈਗੀ, 18.66 ਕਰੋੜ ਤੁਹਾਡੀ ਕੋਲ ਹੈਗੀ ਹੈ। ਠੀਕ ਹੈ, ਐਕਸਪੈਂਡੀਚਰ ਉਦੋਂ ਤੁਹਾਡਾ 17 ਕੁਝ ਕਰੋੜ, ਤੁਸੀਂ ਨੇੜੇ ਤੇੜੇ ਸੀਗੇ, ਸਰਕਾਰ ਤੋਂ ਕਾਫੀ ਪੈਸਾ ਮਿਲਦਾ ਸੀ, ਆਸਤਾ ਪੈਸਾ ਘਟਦਾ ਗਿਆ, ਹੁਣ ਸਰਕਾਰ ਤੁਹਾਨੂੰ ਪੈਸੇ ਨਹੀਂ ਦਿੰਦੀ, ਪੈਸੇ ਨਹੀਂ ਦਿੰਦੀ, ਬਿਲਕੁਲ ਨੈਚੁਰਲੀ। ਔਰ ਹੁਣ ਉੱਥੇ ਪਹੁੰਚ ਗਏ ਜਿਹਨੂੰ ਆਪਾਂ ਬੇਅਰ ਮਿਨੀਮਮ ਕਹਿੰਦੇ ਹਾਂ, ਜਿਹਨੂੰ ਬੇਅਰ ਮਿਨੀਮਮ ਕਹਿੰਦੇ ਹਾਂ, ਤੇ ਪਿਛਲੇ ਕੁਝ ਦੌਰ ਦਾ ਬੇਅਰ ਮਿਨੀਮਮ ਵੀ ਨਹੀਂ ਹੈ। ਔਰ ਪਿਛਲੇ ਸਾਲਾਂ ਦੀ ਜਿਹੜੀ ਭਰਤੀ ਹੈ ਟੀਚਿੰਗ ਸਟਾਫ ਦੀ ਆਲਮੋਸਟ ਬੰਦ ਹੈ। ਸਾਰੀਆਂ ਹੀ ਪੰਜਾਬ ਦੀਆਂ ਯੂਨੀਵਰਸਿਟੀਆਂ, ਇਹਨਾਂ ਦੀ ਕਲੀ ਕੀ, ਚਾਹੇ ਉਹ ਪੰਜਾਬੀ ਯੂਨੀਵਰਸਿਟੀ ਹੈ ਚਾਹੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਹੈ, 40 ਤੋਂ 60% ਜਿਹੜੀਆਂ ਪੋਸਟਾਂ ਨੇ ਉਹ ਭਰੀਆਂ ਨਹੀਂ ਗਈਆਂ। ਡਾਕਟਰ ਅਨੁਪਮ, ਦੋ ਤਰ੍ਹਾਂ ਦੇ ਨੈਰੇਟਿਵ ਸੁਣਨ ਨੂੰ ਮਿਲਦੇ ਨੇ। ਪਹਿਲੀ ਗੱਲ ਕਿ ਸਰਕਾਰ ਨੇ ਭਰਤੀ ਬੰਦ ਕੀਤੀ ਹੋਈ ਹੈ ਇੱਕ ਲੰਬੇ ਸਮੇਂ ਤੋਂ, ਵੀ ਨੋ ਕਿ ਪੰਜਾਬ ਦੇ ਕਾਲਜਿਸ ਵਿੱਚ ਪਿਛਲੇ 20 ਸਾਲਾਂ ਤੋਂ ਸਰਕਾਰੀ ਕਾਲਜਿਸ ਦੇ ਵਿੱਚ ਕੋਈ ਰੈਗੂਲਰ ਟੀਚਰ ਭਰਤੀ ਨਹੀਂ ਕੀਤੇ ਜਾ ਰਹੇ। ਅਸੀਂ ਟੀਚਰਾਂ ਦੀਆਂ ਵੈਰਾਈਟੀਆਂ ਬਣਾਈਆਂ ਹੋਈਆਂ ਨੇ, ਠੇਕੇ ਵਾਲੇ ਟੀਚਰ ਨੇ, ਗੈਸਟ ਲੈਕਚਰਰ ਨੇ, ਟੈਂਪਰੇਰੀ ਲੈਕਚਰਰ ਨੇ, ਤਮਾਮ ਕਿਸਮ ਦੇ ਸਿੱਖਿਆ ਕਰਮੀ ਤੁਰੇ ਫਿਰਦੇ ਨੇ। ਬੇਸਿਕਲੀ ਘੱਟ ਪੈਸਿਆਂ ਤੇ ਉਹੀ ਕੰਮ ਲੈਣ ਲਈ ਸਰਕਾਰਾਂ ਨੇ ਬਹਾਨੇ ਕੱਢੇ ਹੋਏ ਨੇ। ਦੂਸਰਾ ਵੀ ਇੱਕ ਨੈਰੇਟਿਵ ਹੈ ਕਿ ਯੂਨੀਵਰਸਿਟੀ ਦੇ ਵਿੱਚ ਬੇਲੋੜੀਆਂ ਭਰਤੀਆਂ ਕੀਤੀਆਂ ਗਈਆਂ ਸੀ, ਯੂਨੀਵਰਸਿਟੀ ਤੇ ਬਹੁਤ ਭਾਰ ਪਾਏ ਗਏ ਨੇ, ਯੂਨੀਵਰਸਿਟੀ ਦੀ ਐਡਮਿਨਿਸਟ੍ਰੇਸ਼ਨ ਬੜੀ ਵੀਕ ਚੱਲਦੀ ਰਹੀ ਹੈ, ਸਿਫਾਰਸ਼ਾਂ ਚੱਲਦੀਆਂ ਰਹੀਆਂ ਨੇ, ਡਿਪਾਰਟਮੈਂਟਾਂ ਦੇ ਵਿੱਚ ਓਵਰ ਸਟਾਫਿੰਗ ਕੀਤੀ ਹੋਈ ਸੀਗੀ। ਦੋਵਾਂ ਹੀ ਨੈਰੇਟਿਵਸ ਦੇ ਵਿੱਚ ਕੁਝ ਸੱਚ ਤਾਂ ਜ਼ਰੂਰ ਹੈ। ਵੇਅਰ ਐਗਜ਼ੈਕਟਲੀ ਥਿੰਗਸ ਵੈਂਟ ਰੋਂਗ, ਕਿੱਥੇ ਗੜਬੜ ਰੀਅਲੀ ਹੋਈ ਹੈ ਤੇ ਕਿੱਥੇ ਮੋੜਾ ਪਾਇਆ ਜਾ ਸਕਦਾ ਸੀ, ਮਿਸਡ ਅਪਰਚੂਨਿਟੀਜ਼ ਕਿਹੜੀਆਂ ਸੀ, ਵਾਟ ਇਜ਼ ਦਾ ਇਮੀਡੀਏਟ ਥਿੰਗ ਜਿਹੜੀ ਤੁਹਾਡੀ ਡਿਮਾਂਡ ਹੋਵੇ ਕਿ ਸਰਕਾਰ ਇਹ ਕਰੇ ਤੇ ਯੂਨੀਵਰਸਿਟੀ ਨੂੰ ਇਹ ਕਰਨਾ ਚਾਹੀਦਾ? ਵੈਸੇ ਤਾਂ ਮਤਲਬ ਮੈਂ ਇਸ ਨੈਰੇਟਿਵ ਦੇ ਨਾਲ ਬਹੁਤਾ ਜ਼ਿਆਦਾ ਮਤਲਬ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੈਗੀ ਕਿ ਓਵਰ ਸਟਾਫਿੰਗ ਹੈ, ਕਿਉਂਕਿ ਟੀਚਿੰਗ ਵਿੱਚ ਤਾਂ ਤੁਸੀਂ ਕੋਈ ਵੀ ਡਿਪਾਰਟਮੈਂਟ ਕੋਈ ਇੱਕ ਅੱਧਾ ਬੇਸ਼ੱਕ ਹੋਵੇ ਜਿਹੜਾ ਮੈਂ ਕਹਿ ਦਿੰਦੀ ਹਾਂ ਵੀ ਮੇਰੀ ਜਾਣਕਾਰੀ 'ਚ ਨਹੀਂ ਹੋਊਗਾ, ਪਰ ਬਹੁਤੇ ਸਾਡੇ ਇਹੋ ਜਿਹੇ ਨੇ ਜਿਹਦੇ ਵਿੱਚ ਕਿ ਅੰਡਰ ਸਟਾਫਿੰਗ ਹੈ। ਬਿਲਕੁਲ ਵੀ ਹਰੇਕ ਥਾਂ ਦੇ ਉੱਤੇ ਇਹ ਹੈ ਕਿ ਵੀ ਤੁਹਾਡੇ ਕੋਲੇ ਆਲਮੋਸਟ 30% ਜਿਹੜੀ ਸਟਰੈਂਥ ਹੈ ਉਹਦੇ ਤੇ ਕੰਮ ਕਰ ਰਹੇ ਨੇ ਜਿਹੜੇ ਟੀਚਰਸ ਨੇ। 30% ਦੇ ਉੱਤੇ ਸਾਡੇ ਕੰਮ ਕਰ ਰਹੇ ਨੇ। ਵੀ ਜੇ ਤੁਹਾਡੇ ਕੋਲੇ ਸੈਂਕਸ਼ਨਡ ਪੋਸਟਾਂ 24 ਨੇ ਤਾਂ ਤੁਹਾਡੇ ਕੋਲੇ 8 ਨਹੀਂ ਕਹਿੰਦੇ ਜਾਂ 33 ਲਾ ਲਓ ਤੁਸੀਂ, ਵੀ 8 ਜਾਂ 7 ਤੁਹਾਡੇ ਕੋਲੇ ਟੀਚਰਸ ਨੇ।
ਤੇ ਉਹ ਮਤਲਬ ਹੈ ਨਹੀਂ ਓਵਰ ਸਟਾਫਿੰਗ। ਤੇ ਜਦੋਂ ਅਸੀਂ ਓਵਰ ਸਟਾਫਿੰਗ ਦੀ ਗੱਲ ਕਰਦੇ ਹਾਂ, ਮੈਨੂੰ ਇਸ ਨੈਰੇਟਿਵ ਦੇ ਵਿੱਚ ਕਾਫੀ ਵੱਡਾ ਫਲॉ ਲੱਗਦਾ ਹੈ ਵੀ ਅਸੀਂ ਓਵਰ ਸਟਾਫਿੰਗ ਨੂੰ ਕਿਹਦੇ ਨਾਲ ਕੰਪੇਅਰ ਕਰ ਰਹੇ ਹਾਂ, ਕਿਹੜੇ ਸਮੇਂ ਦੇ ਨਾਲ ਕੰਪੇਅਰ ਕਰ ਰਹੇ ਹਾਂ। ਤਾਂ ਉਸ ਸਾਰੇ ਜੇ ਆਪਾਂ ਸਮੇਂ ਨਾਲ ਕੰਪੇਅਰ ਕਰਕੇ ਦੇਖੀਏ ਤਾਂ ਨੰਬਰ ਆਫ ਸਟੂਡੈਂਟਸ ਵਧੇ ਨੇ, ਨੰਬਰ ਆਫ ਕੋਰਸਿਸ ਵਧੇ ਨੇ, ਉਹਦੀਆਂ ਮਤਲਬ ਸਾਡੇ ਉਸ ਸਾਰੇ ਜਿਹੜਾ ਜੇ ਆਪਾਂ ਨਾਨ ਟੀਚਿੰਗ ਦੀ ਵੀ ਗੱਲ ਕਰਦੇ ਹਾਂ ਤਾਂ ਉਹ ਸਾਰੇ ਪ੍ਰੋਸੀਜਰਸ ਨੇ ਜਿਹੜੇ ਉਹ ਡਿਫਰੈਂਟ ਹੋਏ ਨੇ। ਠੀਕ। ਤੇ ਉਹਦੇ ਹਿਸਾਬ ਨਾਲ ਮੈਨੂੰ ਇਹ ਲੱਗਦਾ ਕਿ ਵੀ ਓਵਰ ਸਟਾਫਿੰਗ ਨਹੀਂ ਹੈਗੀ। ਤੇ ਵੱਡੀ ਚੀਜ਼ ਜਿਹੜੀ ਹੈਗੀ ਆ ਕਿ ਵੀ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਵੀ ਕਿਸ ਕਿਸਮ ਦੀ ਕਮੀ ਜਿਹੜੀ ਹੈਗੀ ਆ ਹੋ ਜਾ ਰਹੀ ਹੈ, ਸਾਨੂੰ ਇਸ ਗੱਲ ਨੂੰ ਬਹੁਤ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਵੀ ਪੰਜਾਬੀ ਯੂਨੀਵਰਸਿਟੀ ਕਿਹੜੇ ਮਤਲਬ ਖਿੱਤੇ ਨੂੰ ਕੇਟਰ ਕਰਦੀ ਹੈ। ਐਬਸੋਲੂਟਲੀ ਕਿਹੜੇ ਖਿੱਤੇ ਨੂੰ ਜਾਂਦੀ ਹੈ। ਮੈਂ ਸੋਚ ਨਹੀਂ ਸਕਦਾ ਕਿ ਪੰਜਾਬ ਦਾ ਮਾਲਵਾ ਕਿਹੋ ਜਿਹਾ ਹੁੰਦਾ ਜੇ ਪੰਜਾਬੀ ਯੂਨੀਵਰਸਿਟੀ ਨਾ ਹੁੰਦੀ। ਮੇਰੇ ਬਹੁਤ ਸਾਰੇ ਦੋਸਤ ਨੇ ਜਿਹੜੇ ਸ਼ਾਇਦ ਕਦੀ ਪੜ੍ਹਨ ਲਿਖਣ ਜਾਂ ਕਾਲਜਿਸ ਦੇ ਜਾਂਦੇ ਹੀ ਨਾ, ਕਰਿਆਨੇ ਦੀਆਂ ਦੁਕਾਨਾਂ ਖੋਲ ਕੇ ਬੈਠੇ ਹੁੰਦੇ। ਬਿਲਕੁਲ। ਤਾਂ ਬੀਇੰਗ ਇਕੋਨੋਮਿਸਟ ਜਦੋਂ ਮੈਂ ਇਹ ਕਹਿੰਦੀ ਹਾਂ ਕਿ ਵੀ ਇਸ ਯੂਨੀਵਰਸਿਟੀ ਦੀ ਜਿਹੜੀ ਹੈਗੀ ਆ ਵੀ ਇਹਦੀ ਮਤਲਬ ਕਾਸਟ ਬੈਨੀਫਿਟ ਨੂੰ ਕਿਵੇਂ ਦੇਖਿਆ ਜਾਵੇ, ਮੈਨੂੰ ਇਹ ਲੱਗਦਾ ਕਿ ਵੀ ਇਹ ਬਹੁਤ ਗਲਤ ਸਟੈਂਡਰਡ ਹੈ ਕਿ ਤੁਸੀਂ ਮਤਲਬ ਕੀ ਕਮਾਇਆ। ਇਹ ਮੁਨੀਮ ਦਾ ਕੰਮ ਨਹੀਂ ਹੈ ਕਿ ਕ੍ਰੈਡਿਟ ਡੈਬਿਟ ਤੁਸੀਂ ਅਕਾਊਂਟਸ ਮਿਲਾ ਰਹੇ ਹੋ, ਤੁਸੀਂ ਕੀ ਕਮਾਇਆ ਤੇ ਤੁਸੀਂ ਕੀ ਖਰਚ ਕਰ ਰਹੇ ਹੋ। ਵੀ ਇਹ ਅਸਲ ਦੇ ਵਿੱਚ ਹੈ ਕਿ ਵੀ ਤੁਹਾਡਾ ਪ੍ਰਭਾਵ ਹੈ ਜਿਹੜਾ ਸੋਸ਼ਲ ਇੰਪੈਕਟ ਕੀ ਹੈ, ਤੁਸੀਂ ਮਤਲਬ ਕਿਸ ਦਰਜੇ ਦੇ ਉੱਤੇ ਤੁਸੀਂ ਜਿਹੜੀਆਂ ਇਨਇਕੁਐਲਿਟੀਜ਼ ਨੇ ਜਿਹੜੀਆਂ ਇਸ ਖਿੱਤੇ ਦੇ ਵਿੱਚੋਂ ਤੁਸੀਂ ਚੱਕੀਆਂ ਨੇ, ਤੇ ਤੁਹਾਡੇ ਮਤਲਬ ਲੋਕਾਂ ਦੀ ਜਿਹੜੀਆਂ ਪ੍ਰੋਫੈਸਰਾਂ ਦੀ ਜਾਂ ਦੂਜੇ ਸਾਰਿਆਂ ਦੀ ਸੋਸ਼ਲ ਇਨਵੋਲਵਮੈਂਟ ਕੀ ਰਹੀ ਹੈ। ਪ੍ਰੋਫੈਸਰ ਨੀਤਪਾਲ, ਇਹ ਦਿਸ ਇਜ਼ ਅ ਬਿਊਟੀਫੁਲ ਨੈਰੇਟਿਵ। ਜਿਸ ਵੇਲੇ ਕਹਿੰਦੇ ਨੇ ਕਿ 70% ਉੱਥੇ ਪੋਸਟਾਂ ਨਹੀਂ ਹੈਗੀਆਂ, ਪੰਜਾਬ ਦੇ ਲੋਕਾਂ ਨੂੰ ਇਮੀਡੀਏਟਲੀ ਸੁਣਾਈ ਦੇਣਾ ਚਾਹੀਦਾ ਹੈ ਕਿ ਮਾਈ ਗॉड ਸਾਡੇ 70% ਬੱਚਿਆਂ ਨੂੰ ਪੜ੍ਹਾਉਣ ਵਾਲਾ ਉੱਥੇ ਕੋਈ ਨਹੀਂ ਆ। ਉਹਨਾਂ ਦਾ ਭਵਿੱਖ ਹਨੇਰਾ ਕਰਨ ਦਾ, ਸਾਡੀਆਂ ਕਿਸਮਤਾਂ ਖਰਾਬ ਕਰਨ ਦਾ ਪੂਰਾ ਇੰਤਜ਼ਾਮ ਯੂਨੀਵਰਸਿਟੀਆਂ ਵਿੱਚ ਹੋ ਚੁੱਕਾ ਹੋਇਆ, ਪਰ ਲੋਕਾਂ ਨੂੰ ਇਹ ਸੁਣਾਈ ਨਹੀਂ ਦਿੰਦਾ। ਲੋਕਾਂ ਨੂੰ ਉਹ ਅਕਾਊਂਟਿੰਗ ਸੁਣਾਈ ਦਿੰਦੀ ਹੈ ਕਿ ਤੁਹਾਨੂੰ ਪੈਸੇ ਕਿੰਨੇ ਪਹਿਲਾਂ ਮਿਲਦੇ ਸੀ, ਹੁਣ ਕਿੰਨੇ ਪੈਸੇ ਮਿਲਦੇ ਨੇ, ਕਿੰਨੇ ਪੈਸੇ ਪ੍ਰੋਫੈਸਰ ਮੰਗਦੇ ਨੇ, 500 ਕਰੋੜ ਰੁਪਇਆ ਸਰਕਾਰ ਕਿੱਥੋਂ ਲੈ ਆਵੇ, ਸਰਕਾਰ ਕੋਲ ਤਾਂ ਪਹਿਲਾਂ ਹੀ ਪੈਸੇ ਨਹੀਂ ਹੈਗੇ। ਪੂਟਾ ਆਪਣੀ ਲੜਾਈ ਵੀ ਇਹਨਾਂ ਟਰਮਸ ਦੇ ਵਿੱਚ ਲੜਦੀ ਹੈ ਕਿ ਸਾਨੂੰ ਇੰਨੇ ਕਰੋੜ ਚਾਹੀਦੇ ਨੇ। ਤੁਸੀਂ ਕਿਉਂ ਅਸਫਲ ਰਹੇ ਲੋਕਾਂ ਨੂੰ ਇਹ ਸਮਝਾਉਣ ਦੇ ਵਿੱਚ ਕਿ ਅਸੀਂ ਲੜ ਰਹੇ ਹਾਂ ਇੱਕ ਇਹੋ ਜਿਹੇ ਪੰਜਾਬ ਦੀ ਸਿਰਜਣਾ ਲਈ ਜਿਹੜਾ ਰੋਸ਼ਨ ਪੰਜਾਬ ਸੀ, ਤੇ ਯੂਨੀਵਰਸਿਟੀਜ਼ ਨੂੰ ਮਿਲਣ ਵਾਲੇ ਘੱਟ ਫੰਡ ਇੱਕ ਹਨੇਰੇ ਪੰਜਾਬ ਦੀ ਸਿਰਜਣਾ ਕਰ ਰਹੇ ਨੇ? ਪਹਿਲੀ ਗੱਲ ਜੀ, ਮੈਂ ਤੁਹਾਡੀ ਇਸ ਗੱਲ ਨਾਲ ਸਹਿਮਤ ਨਹੀਂ ਕਿ ਅਸੀਂ ਅਸਫਲ ਰਹੇ ਹਾਂ। ਓਕੇ। ਅਸੀਂ ਪੇਰੈਂਟਸ ਤੱਕ ਪਹੁੰਚ ਕਰ ਰਹੇ ਹਾਂ। ਅਸੀਂ ਸਾਡੇ ਵਿਦਿਆਰਥੀਆਂ ਨਾਲ ਲਗਾਤਾਰ ਰਾਬਤਾ ਸਾਡਾ ਕਾਇਮ ਹੈ। ਸਾਨੂੰ ਬਹੁਤ ਸਾਰੇ ਕਾਰਨਰਸ ਤੋਂ ਇਨਪੁਟਸ ਆ ਰਹੀਆਂ ਨੇ, ਪਰ ਫਿਲਹਾਲ ਜਿਹੜੀ ਲੜਾਈ ਦਾ ਰੂਪ ਹੈ, ਅਸੀਂ ਆਪਣੇ ਪੱਧਰ ਤੇ ਦੋ ਤਰ੍ਹਾਂ ਦੀ ਲੜਾਈ ਹੈ ਜੀ। ਇੱਕ ਅਸੀਂ ਸਥਾਨਕ ਲੜਾਈ ਲੜ ਰਹੇ ਹਾਂ ਜਿਸ 'ਚ ਸਾਡੀ ਐਡਮਿਨਿਸਟ੍ਰੇਸ਼ਨ ਨਾਲ ਕੁਝ ਮੁੱਦਿਆਂ ਦੀ ਲੜਾਈ ਹੈ। ਇੱਕ ਅਸੀਂ ਲਾਰਜਰ ਪਰਸਪੈਕਟਿਵ 'ਚ ਲੜਾਈ ਲੜਨੀ ਹੈ। ਠੀਕ। ਉਸ ਦੀ ਲਾਮਬੰਦੀ ਸ਼ੁਰੂ ਹੋ ਚੁੱਕੀ ਹੈ। ਅਸੀਂ ਉਹਦੇ ਲਈ ਆਪਣਾ ਪ੍ਰੋਗਰਾਮ ਬਣਾ ਚੁੱਕੇ ਹਾਂ। ਅਸੀਂ ਸੈਂਸਿਟਾਈਜੇਸ਼ਨ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹ ਚਾਹੇ ਸਾਡੀ 1-to-1 ਪ੍ਰੋਗਰਾਮ ਹੈ, ਚਾਹੇ ਸਾਨੂੰ ਸ਼ਹਿਰ 'ਚ ਜਾਣਾ ਪਵੇ, ਉਹਦੇ ਲਈ ਪੂਰਾ ਪਲਾਨਡ ਪ੍ਰੋਗਰਾਮ। ਮੈਂ ਨਾ ਇਹੋ ਜਿਹੇ ਫੌਜੀਆਂ ਤੇ ਬੜਾ ਤਰਸ ਆਉਂਦਾ ਜਿਹੜੇ ਕਹਿਣ ਵੀ ਅਸੀਂ ਹੁਣ ਉਨੀ ਤਿਆਰੀ ਕਰ ਲਈ ਹੈ ਕਿਉਂਕਿ ਸਾਡੇ ਆਖਰੀ ਫੌਜੀ ਦੀ ਵਰਦੀ ਫਟ ਗਈ ਹੈ, ਹਥਿਆਰ ਹੁਣ ਖਤਮ ਹੋ ਗਿਆ, ਪੱਲੇ ਕੁਝ ਰਿਹਾ ਨਹੀਂ, ਹੁਣ ਬੈਕ ਟੂ ਦਾ ਵਾਲ ਹਾਂ ਅਸੀਂ, ਹੁਣ ਅਸੀਂ ਲੜਨ ਲਈ ਪੂਰਾ ਜੰਮ ਕੇ ਅੱਗੇ ਆ ਗਿਆ। ਮੈਂ ਇਹਨਾਂ ਨੂੰ ਜਿਹੜਾ ਸਵਾਲ ਪੁੱਛ ਰਿਹਾ ਸੀ ਇਹੀ ਸੀ ਕਿ 30 ਸਾਲਾਂ ਤੋਂ ਬੁਰਾ ਹਾਲ ਹੋ ਰਿਹਾ ਸੀ। ਜੇ ਪੰਜਾਬ ਦੇ ਵਿੱਚ ਰਿਕਰੂਟਮੈਂਟ ਰੁਕੀ ਸੀ ਟੀਚਰਸ ਦੀ ਕਾਲਜਸ ਦੇ ਵਿੱਚ ਤਾਂ 20 ਸਾਲ ਪਹਿਲਾਂ ਰੁਕ ਗਈ ਸੀ। ਸਰ ਮੈਂ ਉਸੇ ਗੱਲ ਤੇ ਆਉਣਾ, ਵਿਚ ਮੀਨਸ ਉਹ ਲੜਾਈਆਂ ਬਹੁਤ ਵਿੜਵੀਆਂ ਪਹਿਲਾਂ ਲੜਨ ਵਾਲੀਆਂ ਸੀ। ਲੋਕਾਂ ਨੂੰ ਹੁਣ ਇਹ ਲੱਗਦਾ ਵੀ ਉਸ ਵੇਲੇ ਨਹੀਂ ਲੜੇ, ਤੁਸੀਂ ਹੁਣ ਤਨਖਾਹਾਂ ਲਈ ਲੜ ਰਹੇ ਹੋ। ਮੈਂ ਉਸੇ ਚੀਜ਼ ਤੇ ਆ ਰਿਹਾ। ਤੁਸੀਂ ਗੱਲ ਸ਼ੁਰੂ ਕੀਤੀ ਕਿ ਕਿਵੇਂ ਹੋਈ ਹਾਲਾਤ। 91-92 ਦੀ ਡਾਕਟਰ ਬਾਈਆ ਹੋਣਾ ਨੇ ਰੈਫਰੈਂਸ ਦਿੱਤਾ ਤੁਹਾਨੂੰ। 91-92 ਦੇ ਵਿੱਚ 25 ਡਿਪਾਰਟਮੈਂਟ ਸੀਗੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਲਗਭਗ 3 ਸਾਡੇ ਕੋਲ ਰੀਜਨਲ ਸੈਂਟਰ ਸੀਗੇ। ਹੁਣ ਤੁਸੀਂ ਕੰਪੇਅਰ ਕਰੋ, 70 ਤੋਂ ਵੱਧ ਡਿਪਾਰਟਮੈਂਟ ਨੇ ਸਾਡੇ ਕੈਂਪਸ 'ਚ। ਜੀ 28 ਸਾਡੇ ਕੋਲ ਰੀਜਨਲ ਸੈਂਟਰ, ਨੇਬਰਹੁੱਡ ਕੈਂਪਸਸ, ਕਨਸਟੀਟਿਊਟ ਕਾਲਜ ਮਿਲਾ ਕੇ। ਬਿਲਕੁਲ 9 ਜ਼ਿਲ੍ਹਿਆਂ ਨੂੰ ਅਸੀਂ ਕੇਟਰ ਕਰਦੇ ਹਾਂ। ਬਿਲਕੁਲ 22 ਚੋਂ 9 ਜ਼ਿਲ੍ਹੇ ਤੁਹਾਡੇ 9 ਜ਼ਿਲ੍ਹੇ ਅਸੀਂ ਕੇਟਰ ਕਰ ਰਹੇ ਹਾਂ ਡਾਕਟਰ ਸਾਹਿਬ। ਔਰ ਉਸ ਤੋਂ ਬਾਅਦ ਲਗਭਗ 2 ਲੱਖ ਤੋਂ ਜ਼ਿਆਦਾ ਵਿਦਿਆਰਥੀ ਸਾਡੇ ਕੋਲੇ ਹੁਣ ਮੈਟਾਫਰ ਕੀ ਦੇਣਾ ਵੀ ਤਰੱਕੀ ਇੰਨੀ ਕਰ ਗਈ ਹੈ ਯੂਨੀਵਰਸਿਟੀ ਕਿ ਭਾਰ ਇੰਨਾ ਪੈ ਗਿਆ ਯੂਨੀਵਰਸਿਟੀ ਤੇ? ਨਹੀਂ, ਅਸੀਂ ਇੰਨੇ ਲਿਮਿਟਡ ਰਿਸੋਰਸਸ ਹੋਣ ਦੇ ਬਾਵਜੂਦ ਵੀ ਅਸੀਂ ਲਗਾਤਾਰ ਪਰਫਾਰਮ ਕੀਤਾ ਔਰ ਕਰ ਰਹੇ ਹਾਂ। ਉਹ ਇਹ ਸਿਰਫ ਫੈਕਲਟੀ ਦੀ ਕੋਈ ਤੁਹਾਡੀ ਪਰਫਾਰਮੈਂਸ ਦੇ ਉੱਤੇ ਕੋਈ ਸਵਾਲ ਨਹੀਂ ਚੁੱਕ ਰਿਹਾ ਕਿ ਪ੍ਰੋਫੈਸਰਸ ਪੜ੍ਹਾ ਨਹੀਂ ਰਹੇ ਹੈ ਜਾਂ ਉੱਤੇ ਅਕਲਸਾਜ਼ੀ ਨਹੀਂ ਹੋ ਰਹੀ ਹੈ? ਬਿਲਕੁਲ। ਔਰ ਤੁਸੀਂ ਜਿਹੜਾ ਸਾਡੀ ਇਸ ਕੰਟਰੀਬਿਊਸ਼ਨ, ਚਾਹੇ ਉਹ ਪੰਜਾਬੀ ਭਾਸ਼ਾ, ਪੰਜਾਬੀ ਸੱਭਿਆਚਾਰ, ਚਾਹੇ ਸੋਸ਼ਲ ਸਾਇੰਸਿਸ, ਚਾਹੇ ਸਾਇੰਸਿਸ 'ਚ ਹੈ, ਉਹ ਬਹੁਤ ਐਵੀਡੈਂਟ ਹੈ ਹਰੇਕ ਖਿੱਤੇ। ਸਟਾਪਿੰਗ ਫॉर द ਬ੍ਰੇਕ, ਮੈਂ ਤੁਹਾਨੂੰ ਇਹ ਪੁੱਛਣ ਲਈ ਜ਼ਰੂਰ ਵਾਪਸ ਆਵਾਂਗਾ ਕਿ ਸਰਕਾਰ ਤੁਹਾਨੂੰ ਤਬਾਹ ਇਸ ਲਈ ਕਰ ਰਹੀ ਹੈ, ਤੁਸੀਂ ਪੰਜਾਬੀ ਭਾਸ਼ਾ ਦੀ ਤਰੱਕੀ ਕਰ ਰਹੇ ਹੋ। ਵੈਲਕਮ ਬੈਕ। ਇੱਕ ਮਿੰਟ ਮੈਂ ਗੱਲ ਬੰਦ ਕਰਾਂ। ਜੀ ਜੀ। ਜਿਹੜੀ ਗੱਲ ਡਾਕਟਰ ਸਾਹਿਬ ਐਕਸਪੈਂਸ਼ਨ ਦੀ ਕਰਦੇ ਆ ਜੀ, ਬਹੁਤ ਸਾਰੀ ਐਕਸਪੈਂਸ਼ਨ ਇਸ ਕਰਕੇ ਨਾ ਹੋਈ ਵੀ ਇਹਦੀ ਲੋੜ ਸੀ। ਬਹੁਤ ਸਾਰੀ ਐਕਸਪੈਂਸ਼ਨ ਇਸ ਕਰਕੇ ਹੋਈ ਕਿ ਯੂਨੀਵਰਸਿਟੀਆਂ ਨੂੰ ਕਿਹਾ ਗਿਆ ਵੀ ਤੁਸੀਂ ਆਪਣੇ ਪੈਸੇ ਆਪ ਇਕੱਠੇ ਕਰੋ। we'll come back to that. We're stopping for this break. I'll come back to that with this promise.
ਤਰਸੇਮ ਭਾਈ ਜੀ ਤੁਸੀਂ ਕਹਿ ਰਹੇ ਸੀ ਕਿ ਯੂਨੀਵਰਸਿਟੀ ਦੇ ਉੱਤੇ ਬਹੁਤ ਤਰੀਕੇ ਦੇ ਭਾਰ ਪਾਏ ਗਏ ਨੇ, ਸ਼ਾਇਦ ਇੱਕ ਨਜ਼ਰੀਆ ਬਣ ਰਿਹਾ ਸੀਗਾ 91-92 ਦੀਆਂ ਪਾਲਿਸੀਜ਼ ਤੋਂ ਬਾਅਦ ਕਿ ਇੱਕ ਭਾਈ ਐਂਟਰਪ੍ਰਾਈਜ਼ ਦੇ ਐਂਟਰਪ੍ਰੀਨੀਅਰ ਹੋ ਜਾਣ ਯੂਨੀਵਰਸਿਟੀ। ਮੈਂ ਦੱਸੋ ਮੈਂ ਗੱਲ ਕਰ ਰਿਹਾ ਸੀ, ਆਪਣੇ ਪੈਸੇ ਆਪ ਕਮਾਇਆ ਕਰਨਗੇ, ਇਸ ਕਰਕੇ ਤੁਹਾਨੂੰ ਦੇ ਦਿੱਤੇ ਉਹਨਾਂ ਨੇ ਕਨਸਟੀਟਿਊਸ਼ਨ ਪਰਚੇਸ ਜੀ। ਬਿਫਰਕ ਲੋ ਯੂਨੀਵਰਸਿਟੀ ਨੇ ਆਪਣੇ ਵਿੱਚ ਅੰਦਰ ਇੰਜੀਨੀਅਰਿੰਗ ਕਾਲਜ ਖੋਲ੍ਹਿਆ ਜਿਹਦੀ ਹੁਣ ਬੜੀ ਚਰਚਾ ਹੁੰਦੀ ਹੈ ਕਿਉਂਕਿ ਮੰਨਿਆ ਜਾਂਦਾ ਸੀ ਕਿ ਇੰਜੀਨੀਅਰਿੰਗ ਕਾਲਜ ਚੋਂ ਪੈਸਾ ਕਮਾਇਆ ਜਾ ਸਕਦਾ ਜੀ। ਇਹ ਹਾਲਾਂਕਿ ਇੰਜੀਨੀਅਰਿੰਗ ਕਾਲਜ ਹੋਰ ਸੀਗੇ, ਥਾਪਰ ਸੀ ਥੋੜੇ ਕੋਲੇ ਬੈਠਾ ਜੀ, ਹੋਰ ਵੀ ਇੱਧਰ ਉੱਧਰ ਬੈਠੇ ਸੀ ਤੇ ਖੋਲ੍ਹਿਆ ਇਸ ਕਰਕੇ ਗਿਆ ਵੀ ਇੰਜੀਨੀਅਰਿੰਗ ਕਾਲਜ ਸ਼ਾਇਦ ਮਨੀ ਸਪਿਨਿੰਗ ਹੈਗਾ। ਤੇ ਜੋ ਖੋਲ੍ਹਣ ਵਾਸਤੇ 48-49 ਕਰੋੜ ਰੁਪਈਆ ਉਹਦੇ ਕਰਜ਼ਾ ਲਿਆ ਗਿਆ, ਪਹਿਲੀ ਵਾਰੀ ਕਰਜ਼ਾ ਯੂਨੀਵਰਸਿਟੀ ਤੇ 48-49 ਕਰੋੜ ਉੱਥੋਂ ਲਿਆ ਗਿਆ। ਫਿਰ ਜਾ ਕੇ ਉੱਥੇ ਕਾਲਜ ਖੋਲ੍ਹਿਆ ਤਲਵੰਡੀ ਸਾਹਿਬ, ਰਾਮਪੁਰਾ ਫੂਲ, ਚਲੋ ਹੋਰ ਕਾਲਜ ਖੋਲ੍ਹੇ। ਉਹ ਜਿਹੜੀ ਐਕਸਪੈਂਸ਼ਨ ਵੀ ਹੋਈ, ਜਿਵੇਂ ਕਾਲਜਾਂ ਦੀ ਐਕਸਪੈਂਸ਼ਨ ਬਸ ਸਭ ਗੱਲ ਕਰਦੇ ਆ, ਉਹ ਐਕਸਪੈਂਸ਼ਨ ਇਸ ਪਲਾਨ 'ਚ ਨਹੀਂ ਹੋਈ ਕਿ ਯੂਨੀਵਰਸਿਟੀ ਪਲਾਨ ਕਰਕੇ ਕੋਈ ਖੋਲ ਰਹੀ ਆ, ਸਰਕਾਰ ਖੋਲ ਰਹੀ ਸੀ ਕਿਉਂਕਿ ਪ੍ਰਾਈਵੇਟ ਕਮਰਸ਼ੀਅਲ ਸੈਕਟਰ ਵਾਸ ਐਕਸਪੈਂਡਿੰਗ, ਦੇ ਵਰ ਓਪਨਿੰਗ ਇੰਸਟੀਟਿਊਸ਼ਨਸ, ਠੀਕ ਹੈ। ਪਰ ਉਹਨਾਂ ਦੇ ਜਿਹੜੇ ਵਿਦਿਆਰਥੀ ਸੀ ਉਹਨੂੰ ਐਗਜ਼ਾਮੀਨੇਸ਼ਨ ਲੈਣੇ, ਉਹਨਾਂ ਦੇ ਪੇਪਰ ਬਣਾਉਣੇ, ਉਹ ਤਾਂ ਸਾਰਾ ਭਾਈ ਯੂਨੀਵਰਸਿਟੀ ਦੇ ਉੱਤੇ ਆ ਗਿਆ। ਉਹ ਤਾਂ ਯੂਨੀਵਰਸਿਟੀ ਤੇ ਆਉਣਾ ਸੀ। ਡੈਸਪਰੇਸ਼ਨ ਹੈ, ਯੂਨੀਵਰਸਿਟੀ ਵੀ ਬਹੁਤ ਕੁਝ ਖੋਲ ਰਹੀ ਹੈ, ਬਹੁਤ ਸਾਰੇ ਕੋਰਸਸ ਯੂਨੀਵਰਸਿਟੀ ਵਿੱਚ ਇਦਾਂ ਦੇ ਖੋਲ ਰਹੇ ਨੇ ਕਿਉਂਕਿ ਹੁਣ ਪੈਸੇ ਕਮਾਣੇ ਨੇ। ਯੂਨੀਵਰਸਿਟੀ ਨੇ ਵੀ ਨਾਲ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ। ਉਹਨਾਂ ਨੂੰ ਵੀ ਲੱਗਦਾ ਸੀ ਕਿ ਸ਼ਾਇਦ ਸਗੋਂ ਪਹਿਲੀ ਵਾਰੀ ਇਹ ਗੱਲ ਹੋਈ ਕਿ ਯੂਨੀਵਰਸਿਟੀ ਦੇ ਪ੍ਰੋਫੈਸਰਸ ਦਾ ਉਸ ਵੇਲੇ ਪ੍ਰਿੰਸੀਪਲ ਸਟੈਂਡ ਕਿੱਥੇ ਸੀਗਾ ਕਿ ਅਸੀਂ ਇਹ ਕੋਰਸਸ ਨਹੀਂ ਸਟਾਰਟ ਕਰਾਂਗੇ, ਯੂਨੀਵਰਸਿਟੀਆਂ ਇਸ ਲਈ ਨਹੀਂ ਹੈ। ਇਨਫੈਕਟ ਲੈਟਸ ਗੋ ਬੈਕ, ਤੁਹਾਨੂੰ ਵਾਪਸ ਜਾਣ ਦਾ ਬਹੁਤ ਸ਼ੌਕ ਹੈ 90-91 ਦੇ ਵਿੱਚ। ਯੂਨੀਵਰਸਿਟੀਆਂ ਦਾ ਮੈਂਡੇਟ ਕੀ ਸੀਗਾ? ਯੂਨੀਵਰਸਿਟੀਆਂ ਬਣਨੀਆਂ ਕਾਹਦੇ ਲਈ ਸੀ? ਤੁਸੀਂ ਅੰਡਰ ਗ੍ਰੈਜੂਏਟ ਕੋਰਸਿਸ ਉੱਥੇ ਰਨ ਹੀ ਕਿਉਂ ਕਰ ਰਹੇ ਸੀਗੇ? ਪੰਜਾਬੀ ਯੂਨੀਵਰਸਿਟੀ ਕਿਉਂ ਅੰਡਰ ਗ੍ਰੈਜੂਏਟ ਕੋਰਸਿਸ ਰਨ ਕਰ ਰਹੀ? ਮੈਂ ਕਹਿ ਰਿਹਾ ਕਿ ਦਰਅਸਲ ਯੂਨੀਵਰਸਿਟੀ ਨੂੰ ਮਜਬੂਰ ਕੀਤਾ ਗਿਆ, ਮੈਂ ਗੱਲ ਕਹਾਂਗੇ ਮਜਬੂਰ ਕੀਤਾ ਗਿਆ ਕਿ ਜਿਹੜਾ ਯੂਨੀਵਰਸਿਟੀ ਦਾ ਆਪਣਾ ਮੈਂਡੇਟ ਸੀ ਕਿ ਪੰਜਾਬੀ ਲੈਂਗੁਏਜ, ਪੰਜਾਬੀ ਸੱਭਿਆਚਾਰ, ਉਸ ਦਾ ਵਿਕਾਸ ਕਰਨਾ, ਉਹਨੂੰ ਲੈ ਕੇ ਤੋਰਨਾ, ਉਹਨੂੰ ਇਹ ਕਿਹਾ ਗਿਆ ਵੀ ਨਹੀਂ ਹੁਣ ਸਾਡੇ ਨਹੀਂ, ਅਸੀਂ ਨਹੀਂ ਪੈਸੇ ਦੇਣੇ। ਜਿਹੜੇ ਫਿਗਰ ਤੁਹਾਡੇ ਸਾਹਮਣੇ ਪਏ ਨੇ ਕਿ ਕਿੰਨੇ ਪੈਸੇ ਦੇਣੇ। ਕਿ ਉਸ ਵੇਲੇ ਲੜਾਈ ਕਿੱਥੇ ਸੀਗੀ ਜਿਸ ਵੇਲੇ ਇਹ ਸਾਰੇ ਕੋਰਸਿਸ ਖੋਲ ਰਹੇ ਸੀਗੇ? ਮੈਂ ਤੁਹਾਡੀ ਉਸ ਵੇਲੇ ਕਿੰਨੇ ਪ੍ਰੋਫੈਸਰ ਨੇ ਰਿਜ਼ਾਈਨ ਕਰ ਦਿੱਤਾ? ਪੂਟਾ ਨੇ ਉਸ ਵੇਲੇ ਕਿਹੜੇ ਬਿਆਨ ਦੇ ਦਿੱਤੇ? ਕਿਸ ਵੇਲੇ ਪੂਟਾ ਲੜਨ ਆ ਗਈ ਕਿ ਇਹ ਕੋਰਸਿਸ ਨਹੀਂ ਚੱਲਣ ਦਿੱਤੇ ਜਾਣਗੇ? ਮੈਂ ਤੁਹਾਡਾ ਸਹਿਮਤ ਹਾਂ। ਕੱਲ ਨੂੰ ਤੁਸੀਂ ਫੈਸ਼ਨ ਟੈਕਨੋਲੋਜੀ ਦੇ ਉੱਤੇ ਖੋਲੋਗੇ ਇੰਸਟੀਚਿਊਟ। ਮੈਂ ਸਹਿਮਤ ਹਾਂ ਕਿ ਸ਼ਾਇਦ ਉਸ ਵੇਲੇ ਜਿਹੜੀਆਂ ਆਪਣੇ ਫੈਕਲਟੀ ਸੀ ਜਾਂ ਲੋਕ ਸੀਗੇ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਸ਼ਾਇਦ ਇਹਦੇ ਚ ਕੋਈ ਮੇਰਾ ਵੀ ਭਲਾ ਹੀ ਹੋ ਜਾਊਗਾ, ਮੇਰਾ ਵੀ ਮੈਨੂੰ ਵੀ ਫਾਇਦਾ ਹੋ ਜਾਏਗਾ ਕਿਉਂਕਿ ਸਰਵਾਈਵਲ ਸੀਗਾ। ਸਰਵਾਈਵਲ ਦਾ ਸਾਡੀ ਯੂਨੀਵਰਸਿਟੀ ਚੱਲ, ਸਾਡੀਆਂ ਤਨਖਾਹਾਂ ਦਾ ਇੰਤਜ਼ਾਮ ਹੋ ਜਾਏਗਾ, ਖੋਲਣ ਦੋ ਹੋਰ ਕੋਰਸਿਸ, ਖੋਲਣ ਦਿਓ। ਆਈਲੈਟਸ ਦਾ ਕੋਈ ਚਲਾ ਦੋ, ਆਈਲੈਟਸ ਕਰਕੇ ਚਲਾ ਦਿੱਤਾ ਆਈਲੈਟਸ ਦਾ ਵੀ। ਅੰਡਰ ਗ੍ਰੈਜੂਏਟ ਕੋਰਸਿਸ ਦੀ ਗੱਲ, ਅੰਡਰ ਗ੍ਰੈਜੂਏਟ ਕੋਰਸਿਸ ਯੂਨੀਵਰਸਿਟੀ ਚੱਲੇ ਜਿਹੜੇ ਕਿ ਨਹੀਂ ਅੰਡਰ ਗ੍ਰੈਜੂਏਟ ਕੋਰਸਾਂ। ਰੀਅਲੀ ਆਈ ਜਸਟ ਵਾਂਟ ਟੂ ਮੇਕ ਸ਼ੋਰ ਵਾਂਸ ਅਗੇਨ ਆਈ ਐਮ ਗੈਟਿੰਗ ਇਟ ਰਾਈਟ। ਆਈਲੈਟਸ ਦਾ ਵੀ ਕੋਈ ਕੋਰਸ ਚਲਾਇਆ ਯੂਨੀਵਰਸਿਟੀ ਨੇ? ਐਫਰਟ ਹੋਈ ਹੈ ਬੱਚੇ, ਪੈਸੇ ਕਮਾਉਣ ਲਈ ਇੱਥੇ ਆਈਲੈਟਸ ਖੋਲ ਦਿਓ। ਦੈਟਸ ਵਨ ਆਫ ਦੀ ਆਰਗੂਮੈਂਟਸ ਕਿ ਜੋ ਵੀ ਬਾਹਰ ਹੋ ਰਿਹਾ ਲੈ ਲਓ। ਉਹ ਮਤਲਬ ਦੀ ਯੂਨੀਵਰਸਿਟੀ ਦੱਸਣ ਪਤਾ ਕੀ ਆ ਕਿ ਡਿਸੀਜਨ ਮੇਕਿੰਗ ਵੇਅਰ ਇਜ਼ ਪੁੱਟ ਆਵਰ ਟੀਚਰਸ। ਜਿਹੜੀ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਕੀ ਕਰਦੇ ਸੀ, ਇਹ ਹੁੰਦੀ ਕੀ ਹੈ? ਤੁਹਾਡੇ ਡਿਸੀਜਨ ਮੇਕਿੰਗ ਸਰਕਾਰ ਕਰਦੀ ਹੈ, ਤੁਹਾਡੀ ਡਿਸੀਜਨ ਮੇਕਿੰਗ ਸਿੰਡੀਕੇਟ ਕਰਦੀ ਹੈ, ਜਿਹਦੇ ਵਿੱਚ ਕੌਣ ਬੈਠੇ ਨੇ ਕਿਤੇ। ਅਵਨੀਤਪਾਲ, ਹੁਣ ਦਰਸ਼ਕ ਇਹਨਾਂ ਦੀਆਂ ਗੱਲਾਂ ਸੁਣ ਕੇ ਕਹਿਣਗੇ ਕਿ ਉਹ ਅਵਨੀਤਪਾਲ ਜੀ ਜਿਹੜੀ ਗੱਲ ਕਹਿ ਰਹੇ ਸੀ ਕਿ ਪੰਜਾਬ ਦੀ, ਪੰਜਾਬੀ ਮਨੁੱਖ ਦੀ ਸਿਰਜਣਾ ਵਿੱਚ ਯੂਨੀਵਰਸਿਟੀ ਦਾ ਬਹੁਤ ਵੱਡਾ ਹੱਥ ਹੈ, ਤੇ ਉਹ ਇਹ ਵੀ ਸੋਚਣਗੇ ਕਿ ਇਹ ਸਵਾਲ ਤਾਂ ਠੀਕ ਹੈ ਕਿ ਉਸ ਵੇਲੇ ਫਿਰ ਪ੍ਰੋਫੈਸਰ ਕਿਉਂ ਨਹੀਂ ਲੜ ਰਹੇ ਸੀ? ਤਾਂ ਕਹਿ ਰਹੇ ਨੇ ਕਿ ਉਸ ਵੇਲੇ when the government was offering you a fight you were found missing from the grounds। ਪ੍ਰੋਫੈਸਰ ਸ਼ੁਰੂ ਤੋਂ ਹੀ ਲੜਦੇ ਰਹੇ ਨੇ, ਇਹ ਕੋਈ ਓਵਰਨਾਈਟ ਨਹੀਂ ਹੈਗਾ ਕਿ ਹੁਣ ਅਸੀਂ ਸੰਘਰਸ਼ ਸ਼ੁਰੂ ਕੀਤਾ। ਸਰ ਸਭ ਤੋਂ ਸਿਆਣੇ ਲੋਕ, ਬੁੱਧੀਜੀਵੀ, ਮਤਲਬ ਪਰ ਸਕੁਅਰ ਮੀਟਰ ਜਿਹੜੀ ਬੁੱਧੀਜੀਵਿਕਾ ਉਹ ਯੂਨੀਵਰਸਿਟੀ 'ਚ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਪਾਈ ਜਾਂਦੀ ਹੋਣੀ, ਸਭ ਤੋਂ ਜ਼ਰਖੇਜ਼ ਮਿੱਟੀ ਹੋਣੀ ਹੈ, ਤੇ ਉੱਥੋਂ ਦੇ ਲੋਕ 30 ਸਾਲਾਂ ਦੇ ਵਿੱਚ ਇੱਕ ਅਲਟਰਨੇਟਿਵ ਲਿਆਉਣ ਦੇ ਅਸਮਰਥ ਰਹੇ। ਯੂਨੀਵਰਸਿਟੀ ਤਾਂ ਰੈਵੋਲੂਸ਼ਨਰੀ ਲੈਫਟ ਨਾਲ ਵੀ ਕੁਰਬਲ ਕਰਦੀ ਪਈ ਹੈ। ਬਿਲਕੁਲ ਸਰ, ਔਰ ਯੂਨੀਵਰਸਿਟੀ ਦੇ ਟੀਚਰਾਂ ਨੇ, ਨਾਟ ਓਨਲੀ ਟੀਚਰਾਂ ਨੇ, ਵੱਖ-ਵੱਖ ਸਟੇਕ ਹੋਲਡਰਸ ਨੇ ਹਰੇਕ ਪਲੇਟਫਾਰਮ ਤੇ ਹਰੇਕ ਡਿਸੀਜਨ ਦੇ ਨਾਲ ਜਿਹੜਾ ਯੂਨੀਵਰਸਿਟੀ ਦੇ ਨੂੰ ਕਿਸੇ ਵੀ ਤਰ੍ਹਾਂ ਨਾਲ ਅਫੈਕਟ ਕਰਦਾ ਸੀ ਉਹਦੇ ਲਈ ਆਵਾਜ਼ ਉਠਾਈ ਹੈ। ਸਰ ਯੁੱਧ ਦੇ ਮੈਦਾਨ ਤੋਂ ਆ ਰਹੀਆਂ ਖਬਰਾਂ ਤਾਂ ਬਹੁਤ ਨਿਰਾਸ਼ਾਜਨਕ ਨੇ। ਨਹੀਂ ਸਰ, ਹੁਣ ਹਾਲਾਤ ਇਹੋ ਜਿਹੇ ਹੋ ਚੁੱਕੇ ਨੇ ਜਦੋਂ ਸਾਡੀ ਲੜਾਈ ਜਿਹੜੀ ਆ ਉਹ ਬੇਅਰ ਮਿਨੀਮਮ ਦੀ ਹੋ ਗਈ ਹੈ, ਤਾਂ ਇਸ ਕਰਕੇ ਨਿਰਾਸ਼ਾ ਦਾ ਮਾਹੌਲ ਪਾਇਆ ਜਾ ਰਿਹਾ। ਜੇ ਅਸੀਂ ਕਾਊਂਟਰ ਚਾਰजेस ਕਿ ਯੂ ਵਰ ਫਾਈਟਿੰਗ ਫॉर ਬੇਅਰ ਮਿਨੀਮਮ ਨਾ, ਯੈਸ ਵੀ ਵਰ, ਤੁਸੀਂ ਲਾੜੀ ਬੇਅਰ ਮਿਨੀਮਮ ਲੈ ਰਹੇ ਸੀ। ਹੁਣ ਹਾਲਾਤ ਜਿਸ ਪੰਜਾਬੀ ਮਨੁੱਖ ਦੀ ਗੱਲ ਡਾਕਟਰ ਅਨੂਪਮਾ ਉੱਪਲ ਕਰਦੇ ਨੇ, ਪੰਜਾਬੀ ਮਨੁੱਖ ਦੀ ਸਿਰਜਣਾ ਦੀ, ਪੰਜਾਬੀ ਜ਼ੁਬਾਨ ਦੀ, ਇਸ ਖਿੱਤੇ ਦੀ ਪੂਰੀ ਸਿਰਜਣਾ ਦੀ, ਮਾਲਵੇ ਦਾ ਜੇ ਕਿਸੇ ਨੇ ਮਾਲਵੇ ਨੂੰ ਕਲਾਵੇ ਵਿੱਚ ਲਿਆ ਤਾਂ ਉਹ ਪੰਜਾਬੀ ਯੂਨੀਵਰਸਿਟੀ ਸੀਗੀ, ਪਰ ਉਹ ਲੜਾਈ ਉਹ ਨਹੀਂ ਹੈ। ਲੜਾਈ ਯੂਨੀਵਰਸਿਟੀ ਦੇ ਸਰਵਾਈਵਲ ਦੀ, ਪ੍ਰੋਫੈਸਰਾਂ ਦੀਆਂ ਤਨਖਾਹਾਂ ਦੀ ਕੰਟੀਨਿਊਏਸ਼ਨ ਦੀ ਹੈ। ਤੁਸੀਂ ਕੱਲੀ ਤਨਖਾਹ ਦੇ ਕੰਟੈਕਸਟ ਨਹੀਂ ਦੇਖ ਸਕਦੇ ਅਸੀਂ ਇਸ ਨੂੰ। ਜੇ ਨਹੀਂ, ਮੈਂ ਤੁਹਾਡੀ ਗੱਲ ਹੈ ਜੇ ਸਾਡੀ ਪੰਜਾਬ ਸਰਕਾਰ 125% ਸਾਡਾ ਖਰਚਾ ਬੀਅਰ ਕਰ ਰਹੀ ਸੀ 91-92 ਚ ਤਨਖਾਹਾਂ ਤੇ ਪੈਨਸ਼ਨਾਂ ਦਾ, ਅੱਜ ਉਹ ਘਟ ਕੇ 22% ਰਹਿ ਗਿਆ, ਕੀ ਇਹ ਮੈਟਰ ਆਫ ਕੰਸਰਨ ਨਹੀਂ ਹੈ? ਨਹੀਂ, ਮੈਟਰ ਆਫ ਕੰਸਰਨ ਹੈ, ਮੈਂ ਇਸ ਤੋਂ ਕੋਈ ਇਨਕਾਰ ਨਹੀਂ। ਹਾਂ, ਜੇ ਅਲਟੀਮੇਟਲੀ ਤੁਸੀਂ ਇਹਦੇ ਨਾਲ ਇੱਕ ਹੋਰ ਚੀਜ਼ ਹੈ ਦੇਖਣ ਵਾਲੀ, ਡਾਕਟਰ ਸਾਹਿਬ ਇੱਕ ਚੀਜ਼ ਪੈਰਲਲ ਹੋਰ ਹੈ। ਯੂਨੀਵਰਸਿਟੀ ਦਾ ਮੈਂਡੇਟ
ਐਜੂਕੇਸ਼ਨ ਟੀਚਿੰਗ ਦੇ ਨਾਲ ਰਿਸਰਚ ਵੀ ਸੀਗਾ ਬਿਲਕੁਲ। ਔਰ ਓਵਰ ਦੀ ਇਅਰਸ ਜਿਸ ਤਰ੍ਹਾਂ ਰਿਸਰਚ ਦੀ ਗ੍ਰਾਂਟ ਘਟੀ ਹੈ ਜੀ ਜੀ ਜਿਸ ਤਰ੍ਹਾਂ, ਔਰ ਅਸੀਂ ਇਸ ਟਾਈਮ ਇਹੋ ਜਿਹੀ ਸਟੇਜ ਤੇ ਆ ਰਹੇ ਹਾਂ ਕਿ ਸਾਡੇ ਕੋਲੇ ਪਬਲਿਸ਼ ਕਰਨ ਦੇ ਲਈ ਪੈਸੇ ਨਹੀਂ ਹੈਗੇ। ਅਸੀਂ ਕਿਸ ਤਰ੍ਹਾਂ ਸੋਚ ਸਕਦੇ ਹਾਂ ਵੀ ਅਸੀਂ ਪੰਜਾਬ ਤੇ ਪੰਜਾਬੀਅਤ ਦਾ ਵਿਕਾਸ ਉਸੇ ਸਪੀਡ ਤੇ ਕਰ ਸਕਾਂਗੇ ਜਿਸ ਸਪੀਡ ਤੇ ਅਸੀਂ ਪਹਿਲਾਂ ਕਰ ਰਹੇ। ਜਿਸ ਸਪੀਡ ਦੇ ਨਾਲ ਪ੍ਰਾਈਵੇਟ ਯੂਨੀਵਰਸਿਟੀਜ਼ ਐਡਵਰਟਾਈਜ਼ਮੈਂਟਸ ਕਰ ਰਹੀਆਂ ਨੇ ਤੇ ਜਿਸ ਤਰ੍ਹਾਂ ਦੇ ਫੈਕਟ ਤੁਸੀਂ ਦੱਸ ਰਹੇ ਹੋ, ਦੇਰ ਇਜ਼ ਅ ਕੰਪੀਟੀਸ਼ਨ ਗੋਇੰਗ ਔਨ। ਮੈਨੂੰ ਪਤਾ ਨਹੀਂ ਤੁਸੀਂ ਕਿੰਨੇ ਕੁ ਨਵੇਂ ਸਟੂਡੈਂਟਸ ਆਪਣੀਆਂ ਇਹਨਾਂ ਗੱਲਾਂ ਨਾਲ ਅਟਰੈਕਟ ਕਰ ਰਹੇ ਹੋਵੋਗੇ, ਬਟ ਪੀਪਲ ਸ਼ੁੱਡ ਨੋ ਦਾ ਟਰੂਥ। ਪ੍ਰੋਫੈਸਰ ਅਨੂਪਮ, ਜਿਸ ਵੇਲੇ ਮੈਂ ਇਹ ਕੋਈ ਚਾਰਟਰ ਜਿਹਾ ਆਪਣਾ ਪੂਟਾ ਦੀ ਕੋਈ ਰੈਂਡਮ ਚਿੱਠੀ ਮੈਂ ਚੱਕੀ ਹੈ, ਇਹ ਜਨਵਰੀ 2021 ਦੀ ਹੈ, 27 ਜਨਵਰੀ ਦੀ ਤਾਜੀ ਹੈ, ਜਨਰਲ ਬਾਡੀ ਇਜਲਾਸ ਦੇ ਸੰਬੰਧੀ ਹੈ। ਪਹਿਲਾ ਪੁਆਇੰਟ ਹੈ ਵਿੱਤੀ ਹਾਲਤ ਸੁਧਾਰਨ ਲਈ ਪੰਜਾਬ ਸਰਕਾਰ ਤੋਂ ਗ੍ਰਾਂਟ ਪ੍ਰਾਪਤੀ ਲਈ, ਦੂਜਾ ਪੁਆਇੰਟ ਹੈ ਨਵੇਂ ਪੇ ਸਕੇਲਾਂ ਲਈ, ਤੀਜਾ ਤਨਖਾਹ ਤੇ ਪੈਨਸ਼ਨ ਹਰ ਮਹੀਨੇ ਦੇ ਪਹਿਲੇ ਹਫ਼ਤੇ ਲਈ, ਚੌਥਾ ਪੰਜਾਬ ਪਿਛਲੇ ਸਮੇਂ ਦੀ ਬਕਾਇਆ GPF ਕਟੌਤੀ, ਪੰਜਵਾਂ ਕੈਸ਼ ਸਕੀਮ ਦੇ ਅਧੀਨ ਅਧਿਆਪਕਾਂ ਦੀਆਂ ਬਕਾਇਆ ਤਰੱਕੀਆਂ, ਛੇਵਾਂ ਉਚੇਚੇ ਤਨਖਾਹ ਸਕੇਲਾਂ ਲਈ, ਫਿਰ ਮਹਿੰਗਾਈ ਭੱਤੇ, ਸਟੈਪ ਅਪ ਇੰਕਰੀਮੈਂਟ, PhD ਇੰਕਰੀਮੈਂਟ ਲਈ, ਫਿਰ ਬਕਾਏ ਤੇ ਲਾਭ ਸੰਬੰਧੀ ਆਦੇਸ਼ ਲਈ, ਫਿਰ 8 ਸਾਲ ਤਜਰਬੇ ਵਾਲੇ ਅਸਿਸਟੈਂਟ ਪ੍ਰੋਫੈਸਰ ਨੂੰ ਮੁਖੀ ਦੀ ਨਿਯੁਕਤੀ ਲਈ, ਫਿਰ ਅਧਿਆਪਕਾਂ ਦੀਆਂ ਬਦਲੀਆਂ ਸੰਬੰਧੀ, ਫਿਰ ਇੱਕ ਐਡਹੌਕ ਅਧਿਆਪਕਾਂ ਦੇ ਗਲਤ ਤਰੀਕੇ ਨਾਲ ਕੱਟੇ ਪੂਟਾ ਚੋਣਾਂ ਵਿਚਲੇ ਵੋਟ ਦੇ ਅਧਿਕਾਰ ਸੰਬੰਧੀ, ਡੀਨ ਇੰਜੀਨੀਅਰਿੰਗ ਦੀ ਨਿਯੁਕਤੀ ਕਰਵਾਉਣ ਲਈ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ, ਖਾਲੀ ਪਈਆਂ ਅਸਾਮੀਆਂ ਪੱਕੇ ਤੌਰ ਤੇ ਭਰਨ ਲਈ, ਅਦਾਰੇ ਵਿੱਚ ਕੀਤੀ ਸੇਵਾ ਗਿਣਨ ਸੰਬੰਧੀ ਨਿਯਮ ਸਪਸ਼ਟ ਕਰਨ ਲਈ, ਸਬੈਟੀਕਲ ਛੁੱਟੀ ਸੰਬੰਧੀ ਨਿਯਮਾਂ ਲਈ, ਮੈਡੀਕਲ ਸੇਵਾਵਾਂ ਦੇ ਬਿੱਲਾਂ ਦੀ ਅਦਾਇਗੀ ਲਈ ਤੇ ਰਿਟਾਇਰਡ ਨੂੰ ਵਿੱਤੀ ਲਾਭਾਂ ਲਈ, ਤੇ ਹੋਰ ਕੋਈ ਮੱਧ ਪ੍ਰਧਾਨ ਜੀ ਦੀ ਆਗਿਆ ਨਾਲ, ਇਹ ਹੋਰ ਕੋਈ ਮੱਧ ਪ੍ਰਧਾਨ ਜੀ ਦੀ ਆਗਿਆ ਨਾਲ ਇੱਦਾਂ ਵੀ ਪਾਈ ਜਾ ਸਕਦੀ ਹੈ ਕਿ ਯੂਨੀਵਰਸਿਟੀ ਵਿੱਚ ਪੰਜਾਬੀ ਮਨੁੱਖ ਦੀ, ਸੋਹਣੇ ਪੰਜਾਬੀ ਮਨੁੱਖ ਦੀ ਸਿਰਜਣਾ ਲਈ ਵੀ ਕੋਈ ਲੜਾਈ ਪੂਟਾ ਦਾ ਹਿੱਸਾ। ਇਹ ਜਦੋਂ ਡਿਮਾਂਡ ਚਾਰਟਰ ਲੋਕ ਪੜ੍ਹਦੇ ਨੇ ਨਾ, ਬਹੁਤ ਅਜੀਬ ਪਿਕਚਰ ਲੱਗਦੀ ਹੈ। ਲੱਗਦਾ ਪ੍ਰੋਫੈਸਰ ਆਪਣੀ ਟ੍ਰੇਡ ਯੂਨੀਅਨ ਬਣਾ ਕੇ ਆਪਣੇ ਪੈਸਿਆਂ ਲਈ ਲੜ ਰਹੇ ਨੇ। ਇਸ ਕਰਕੇ ਵਿਦਿਆਰਥੀਆਂ ਦੇ ਮਾਂ-ਬਾਪ ਧਾ ਕੇ ਬਾਹਰ ਨਹੀਂ ਆ ਰਹੇ। ਤੁਹਾਡੀ ਯੂਨੀਵਰਸਿਟੀ 'ਚ ਭੀੜਾਂ ਲੱਗੀਆਂ ਹੋਣੀਆਂ ਸੀ, ਪੰਜਾਬ ਦੇ 9 ਡਿਸਟ੍ਰਿਕਟ ਕਵਰ ਕਰਦੇ ਹੋ ਤੁਸੀਂ। ਮੈਂ ਇਹਦੇ ਵਿੱਚ ਇੱਕ ਦੋ ਗੱਲ ਜਿਹੜੀ ਹੈਗੀ ਸਪਸ਼ਟ ਕਰਨਾ ਚਾਹੁੰਦੀ ਹਾਂ। ਇੱਕ ਤਾਂ ਚਲੋ ਮਤਲਬ ਆਪਾਂ ਕਹਿੰਦੇ ਹਾਂ ਕਿ ਵੀ ਦੇਖਣ ਨੂੰ ਇਹ ਸਾਰਾ ਕੁਝ ਜੋ ਆਪਾਂ ਜੋ ਇਸ ਚਾਰਟਰ ਨੂੰ ਪੜ੍ਹਦੇ ਹਾਂ ਤਾਂ ਦੇਖਣ ਨੂੰ ਇਸ ਤਰ੍ਹਾਂ ਲੱਗਦਾ, ਅਸਲ ਦੇ ਵਿੱਚ ਇਹ ਉਹ ਹਥਿਆਰ ਨੇ, ਇਹ ਸਾਰੇ ਕੁਝ ਜਿਹੜੇ ਕਿ ਇਸ ਸਿਸਟਮ ਨੂੰ ਤਬਾਹ ਕਰਨ ਵਾਸਤੇ ਵਰਤੇ ਗਏ ਨੇ। ਇਸ ਕਰਕੇ ਫੌਰੀ ਤੌਰ ਦੇ ਉੱਤੇ ਇਹਦੇ ਤੇ ਹਮਲਾ ਹੋ ਰਿਹਾ। ਇਸ ਮਤਲਬ ਮੈਨੂੰ ਇਹ ਲੱਗਦਾ ਹੈ ਕਿ ਵੀ ਠੀਕ ਹੈ, ਸਾਨੂੰ ਵਿਜ਼ੀਬਲੀ ਇਹ ਲੱਗਦੇ ਆ, ਪਰ ਇਹ ਮਤਲਬ ਇੱਕ ਤਰ੍ਹਾਂ ਨਾਲ ਇਹਨਾਂ ਦੇ ਥਰੂ ਸਾਡੀ ਇਸ ਗੱਲ ਨੂੰ ਕਾਟ ਲਾਈ ਜਾ ਰਹੀ ਹੈ। ਮੈਂ ਪਿਛਲੀ ਗੱਲ ਨੂੰ ਜੋੜਦੀ ਹਾਂ। ਪਿਛਲੀ ਗੱਲ ਆਪਾਂ ਗੱਲ ਕਰ ਰਹੇ ਸੀਗੇ ਵੀ ਜਦੋਂ ਇੰਜੀਨੀਅਰਿੰਗ ਦੀਆਂ ਭਰਤੀਆਂ ਹੋਈਆਂ ਜਾਂ ਅਸੀਂ ਦੂਜੇ ਥਾਵਾਂ ਦੇ ਉੱਤੇ ਅਸੀਂ ਤਲਵੰਡੀ ਸਾਬੋ ਜਾਂ ਕਿਸੇ ਹੋਰ ਥਾਂ 'ਤੇ ਜਾ ਕੇ ਅਸੀਂ ਕਾਲਜ ਖੋਲ੍ਹੇ ਤਾਂ ਉਦੋਂ ਪ੍ਰੋਫੈਸਰ ਕਿੱਥੇ ਸੀ। ਤਾਂ ਉਹਦੇ ਬਾਰੇ ਮੇਰਾ ਇਹ ਕਹਿਣਾ ਹੈ ਕਿ ਅਸਲ ਵਿੱਚ ਜਦੋਂ ਉਹ ਨੈਰੇਟਿਵ ਸੀਗਾ ਉਸ ਸਮੇਂ ਦਾ, ਉਹ ਨੈਰੇਟਿਵ ਇਹ ਸੀਗਾ ਕਿ ਅਸੀਂ ਰੂਰਲ ਐਜੂਕੇਸ਼ਨ ਹੈ ਜਿਹੜੀ ਵੀ ਅਸੀਂ ਉਹਨੂੰ ਵਧਾਉਣਾ, ਅਸੀਂ ਰੂਰਲ ਜਿਹੜੀ ਹੈਗੀ ਆ ਆਪਣੀ ਮਤਲਬ ਸਟੂਡੈਂਟ ਆ ਉਹਨਾਂ ਦੀ ਪਾਰਟਿਸਿਪੇਸ਼ਨ ਵਧਣੀ ਹੈ ਵੀ ਕਿਉਂਕਿ ਸਮੇਂ ਦੀ ਮੰਗ ਹੈ ਵੀ ਤਕਨੀਕੀ ਸਿਖਲਾਈ ਹੋਣੀ ਚਾਹੀਦੀ ਹੈ। ਤਾਂ ਪੰਜਾਬੀ ਯੂਨੀਵਰਸਿਟੀ ਉਹਦੇ ਚੋਂ ਪਿੱਛੇ ਕਿਉਂ ਰਹੇ? ਉਦੋਂ ਮਤਲਬ ਇਹ ਨੈਰੇਟਿਵ ਸੀਗਾ ਤੇ ਉਸ ਨੈਰੇਟਿਵ ਦੇ ਵਿੱਚ ਮੈਨੂੰ ਲੱਗਦਾ ਕਿ ਵੀ ਸਾਡੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ ਜਿਹੜੇ ਉਹਨਾਂ ਦਾ ਸ਼ਾਮਲ ਹੋਣਾ ਜ਼ਰੂਰੀ ਸੀ। ਅਸੀਂ ਰੂਰਲ ਐਜੂਕੇਸ਼ਨ ਨੂੰ ਸਪੋਰਟ ਕਰਨਾ ਸੀ, ਪਰ ਉਸ ਚੀਜ਼ ਵਿੱਚੋਂ ਖੱਟੀ ਆ ਜਿਹੜੀ ਉਹ ਮਤਲਬ ਐ ਵੀ ਕਾਸਟ ਕੌਣ ਬੀਅਰ ਕਰਦਾ ਤੇ ਖੱਟੀ ਕੌਣ ਲੈਂਦਾ। ਪੰਜਾਬ ਅਮੀਰ ਹੋਇਆ ਹੋਏਗਾ ਪਰ ਯੂਨੀਵਰਸਿਟੀ ਗਰੀਬ ਹੋਈ। ਪਰ ਮਤਲਬ ਉਹਦੇ ਪੋਲੀਟੀਕਲ ਬਹੁਤ ਜ਼ਿਆਦਾ ਜਿਹੜੇ ਆਪਾਂ ਕਹੀਏ ਵੀ ਰਾਜਸੀ ਪੱਧਰ ਦੇ ਉੱਤੇ ਉਹਦੇ ਬਹੁਤ ਸਾਰੇ ਬੈਨੀਫਿਟਸ ਨੇ ਜਿਹੜੇ ਉਹ ਲੋਕਾਂ ਨੇ ਲਏ ਹੋਣਗੇ। ਪਰ ਜਦੋਂ ਮਤਲਬ ਉਸ ਚੀਜ਼ ਦਾ ਜਦੋਂ ਬਰਡਨ ਬੀਅਰ ਕਰਨ ਦੀ ਗੱਲ ਆਉਂਦੀ ਹੈ, ਕਿਉਂਕਿ ਜਦੋਂ ਅਸੀਂ ਰੂਰਲ ਏਰੀਆਜ਼ ਦੇ ਵਿੱਚ ਅਸੀਂ ਇਹ ਗੱਲ ਕਰਦੇ ਹਾਂ ਵੀ ਅਸੀਂ ਰੂਰਲ ਏਰੀਆ 'ਚ ਮੰਨ ਲਓ ਆਪਾਂ ਐਂ ਕਹਿ ਦਈਏ ਕਿ ਵੀ ਅਸੀਂ ਲੱਦਾਖ ਦੇ ਕਿਸੇ ਫਲਾਣੀ ਥਾਂ ਦੇ ਉੱਤੇ ਜਾ ਕੇ ਕਮਿਊਨੀਕੇਸ਼ਨ ਹੈ ਜਿਹੜੀ ਉਹ ਦੇ ਕੇ ਆਉਣੀ ਹੈ, ਤਾਂ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਲੱਦਾਖ ਦੀ ਉਸ ਲੱਖਾਂ ਕਰੋੜ ਰੁਪਏ ਲੱਗਣਗੇ ਤੇ ਟੈਲੀਫੋਨਾਂ ਤੋਂ ਕੋਈ ਪੈਸੇ ਤਾਂ ਕਮਾਏ ਨਹੀਂ ਜਾਣਗੇ, ਟੈਲੀਫੋਨਾਂ ਤੋਂ ਪੈਸੇ ਨਹੀਂ ਕਮਾਏ ਜਾਣੇ। ਬਿਲਕੁਲ ਇਹੀ ਗੱਲ ਇਹ ਹੈ ਕਿ ਜਦੋਂ ਅਸੀਂ ਰੂਰਲ ਐਜੂਕੇਸ਼ਨ ਪ੍ਰੋਵਾਈਡ ਕਰਦੇ ਆ ਤਾਂ ਸਾਨੂੰ ਇਸ ਗੱਲ ਨੂੰ ਪਹਿਲਾਂ ਹੀ ਸਪਸ਼ਟ ਹੋਣਾ ਚਾਹੀਦਾ ਕਿ ਜਿਵੇਂ ਇਹ ਵਧੂਗਾ ਇਹਦੇ ਖਰਚੇ ਵਧਣਗੇ, ਪਰ ਇਹਦੀ ਜਿਹੜੀ ਹੈਗੀ ਆ ਵੀ ਮਤਲਬ ਕਮਾਈ ਉਨੀ ਨਹੀਂ ਹੋਣੀ, ਕਿਉਂਕਿ ਉਹਦਾ ਪਰਪਸ ਕਮਾਈ ਕਮਾਉਣਾ ਨਹੀਂ ਸੀਗਾ। ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਵੀ ਉਸ ਗੱਲ ਨੂੰ ਉਹ ਗੱਲ ਉੱਥੋਂ ਸ਼ੁਰੂ ਹੋਈ ਆ ਤੇ ਸਾਨੂੰ ਮਤਲਬ ਇਹ ਕਹਿੰਦਾ ਵੀ ਸਰਕਾਰਾਂ ਭੱਜੀਆਂ ਨੇ, ਯੂਨੀਵਰਸਿਟੀ ਹਜੇ ਵੀ ਉਸ ਐਜੂਕੇਸ਼ਨ ਨੂੰ ਪ੍ਰੋਵਾਈਡ ਕਰ ਰਹੀ ਹੈ। ਕਿਉਂਕਿ JNU ਨੂੰ ਵੀ ਸਕੁਈਜ਼ ਕੀਤਾ ਗਿਆ, ਦੇਸ਼ ਦੀਆਂ ਬਹੁਤ ਸਾਰੀਆਂ ਯੂਨੀਵਰਸਿਟੀਜ਼ ਨੂੰ, ਖਾਸ ਤੌਰ ਤੇ ਜਿੱਥੇ ਲਿਬਰਲ ਖਿਆਲੀ ਬੜੇ ਵੱਡੇ ਲੈਵਲ ਤੇ ਪਾਈ ਜਾਂਦੀ ਹੈ, ਇੰਟੈਂਸ ਹੈ, ਉੱਥੇ ਫੰਡਸ ਦੇ ਲਈ ਸਕੁਈਜ਼ ਕੀਤਾ ਜਾਂਦਾ ਯੂਨੀਵਰਸਿਟੀਜ਼ ਨੂੰ। ਉਹ ਯੂਨੀਵਰਸਿਟੀਜ਼ ਇੰਟੈਲੈਕਚੁਅਲ ਟਰਫ ਨੂੰ, ਬੁੱਧੀਜੀਵਿਕਾ ਨੂੰ ਇੱਕ ਵੱਡਾ ਹਥਿਆਰ ਬਣਾਉਂਦੀਆਂ ਨੇ, ਉਸੇ ਟਰਫ ਦੇ ਉੱਤੇ ਲੜਾਈ ਲੜਦੀਆਂ ਨੇ, ਕਿਉਂਕਿ ਤਾਂ ਕਿ ਲੋਕਾਂ ਨੂੰ ਸਮਝ ਆਵੇ ਕਿ ਭਾਈ ਇਹਨਾਂ ਦੀ ਸੰਗੀ ਤਾਂ ਘੁੱਟੀ ਜਾ ਰਹੀ ਹੈ ਕਿਉਂਕਿ ਇਹ ਹੋਰ ਕਿਸਮ ਦੀ ਵਿਚਾਰਸਾਜ਼ੀ ਇੱਥੇ ਕਰਦੀਆਂ ਨੇ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਕੀ ਇਹ ਵੀ ਕੋਈ ਕਮਜ਼ੋਰੀ ਰਹੀ? ਕਿਉਂਕਿ ਜਿੰਨੇ ਕੋ ਇੰਟੈਲੈਕਚੁਅਲ ਤੁਹਾਡੇ ਵਾਈਸ ਚਾਂਸਲਰ ਦੀ ਇੱਕ ਲੰਬੀ ਚੌੜੀ ਫਹਿਰਿਸਤ ਰਹੀ ਹੈ, ਪਿਛਲਿਆਂ ਨੂੰ ਭੁੱਲ ਜਾਈਏ ਕਿਉਂਕਿ ਯੂਨੀਵਰਸਿਟੀ ਨੇ ਬੜੇ ਦਿੱਗਜ ਲੋਕ ਪੈਦਾ ਕੀਤੇ ਨੇ। ਇਹ ਯੂਨੀਵਰਸਿਟੀ ਡਾਕਟਰ ਗੰਡਾ ਸਿੰਘ, ਡਾਕਟਰ ਤਾਰਾ ਸਿੰਘ ਉਹਨਾਂ ਦੀ ਯੂਨੀਵਰਸਿਟੀ ਹੈ, ਦਲੀਪ ਕੌਰ ਟਿਵਾਣਾ ਰਹੀ, ਇਹਦੀਆਂ ਸਰਖੇਜ਼ ਭੂਮੀ 'ਚ ਰਹੇ ਨੇ। ਮਤਲਬ ਇੰਨੇ ਨਾਮ ਨੇ ਕਿ ਲੈਂਦਿਆਂ ਬੰਦਾ ਥੱਕ ਜਾਏ। ਲੋਕ ਸ਼ਾਨ ਨਾਲ ਦੱਸਦੇ ਨੇ ਔਰ ਅਸੀਂ ਸ਼ਾਨ ਨਾਲ ਦੱਸਦੇ ਹਾਂ ਕਿ ਅਸੀਂ ਫਲਾਣਿਆਂ ਦੇ ਪੈਰੀ ਹੱਥ ਇੱਥੇ ਲਾਏ ਹੋਏ ਨੇ।
ਜਿਸ ਵੇਲੇ ਵਾਈਸ ਚਾਂਸਲਰਸ IAS ਦੇ ਵਿੱਚੋਂ ਆਣੇ ਸ਼ੁਰੂ ਹੋ ਜਾਣ, ਯੂਨੀਵਰਸਿਟੀ ਦੇ ਪ੍ਰੋਫੈਸਰ ਉਹਨਾਂ ਨੂੰ ਤਸਲੀਮ ਕਰਨਾ ਸ਼ੁਰੂ ਕਰ ਦੇਣ, ਜਿਹੜੀ ਇੰਟੈਲੈਕਚੁਅਲ ਐਕਟੀਵਿਟੀ ਹੈ ਯੂਨੀਵਰਸਿਟੀ ਦੀ ਉਹਦੇ ਉੱਤੇ ਬੜੇ ਗੰਭੀਰ ਪ੍ਰਸ਼ਨ ਚਿੰਨ੍ਹ ਆਣੇ ਸ਼ੁਰੂ ਹੋ ਜਾਣ। ਮੇਰੇ ਮਿੱਤਰ ਨੇ ਇਤਿਹਾਸਕਾਰ ਡਾਕਟਰ ਸੁਮੇਲ ਸਿੰਘ ਸਿੱਧੂ, ਉਹ ਤਾਂ ਕਈ ਵਾਰੀ ਬਹੁਤ ਸਖਤ ਸ਼ਬਦਾਂ ਦੀ ਵੀ ਵਰਤੋਂ ਕਰਦੇ ਨੇ। ਹੋਰਨਾਂ ਬਾਰੇ ਵੀ ਡਾਕਟਰ ਪਿਆਰੇਲਾਲ ਗਰਗ ਨੇ, ਹਮੀਰ ਸਿੰਘ ਜੀ ਨੇ, ਸੀਨੀਅਰ ਪੱਤਰਕਾਰ ਨੇ, ਉਹ ਕਈ ਵਾਰੀ ਇਹ ਗੱਲ ਕਰਦੇ ਨੇ ਕਿ ਜਿਹੜੀ ਇੰਟੈਲੈਕਚੁਅਲ ਬੈਂਕਰਪਟਸੀ ਹੈ ਉਹਦੇ ਵਿੱਚ ਯੂਨੀਵਰਸਿਟੀਆਂ ਦੇ ਉੱਤੇ ਵੀ ਉਂਗਲ ਉੱਠਦੀ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਉਹ ਵੀ ਇੱਕ ਐਲੀਮੈਂਟ ਹੈ ਜਿਸ ਨੇ ਇਸ ਲੜਾਈ ਨੂੰ ਵੀਕ ਕੀਤਾ? ਜਿਸ ਵੇਲੇ ਪ੍ਰੋਫੈਸਰਸ ਆਪਣੀਆਂ ਤਨਖਾਹਾਂ ਦੀ ਲੜਾਈ ਲੜ ਰਹੇ ਹੋਣ, ਆਈ ਅੰਡਰਸਟੈਂਡ ਕਿ ਪ੍ਰੋਫੈਸਰ ਨੂੰ ਤਨਖਾਹ ਨਹੀਂ ਮਿਲ ਰਹੀ ਤਾਂ ਫਿਰ ਪੰਜਾਬ ਦੇ ਬੱਚਿਆਂ ਦਾ ਭਵਿੱਖ ਤਬਾਹ ਹੋ ਰਿਹਾ, ਬਟ ਸਮਬਡੀ ਹੈਜ਼ ਟੂ ਕਨੈਕਟ ਥੀਸ ਟੂ ਪੁਆਇੰਟਸ। ਇਹ ਉਸ ਵੇਲੇ ਨਹੀਂ ਕਨੈਕਟ ਹੋਣਗੇ ਜਿਸ ਵੇਲੇ ਇੰਟੈਲੈਕਚੁਅਲ ਐਕਟੀਵਿਟੀ ਦੇ ਉੱਤੇ ਪ੍ਰਸ਼ਨ ਚਿੰਨ੍ਹ ਲੱਗਣਗੇ। ਕੁਝ ਹੱਦ ਤੱਕ ਤੁਹਾਡੀ ਗੱਲ ਸਹੀ ਹੈ ਤੇ ਮਤਲਬ ਇਹ ਹੈਗਾ ਕਿ ਵੀ ਹਾਂ ਠੀਕ ਹੈ, ਅਸੀਂ ਇਹ ਕਹਿੰਦੇ ਹਾਂ ਕਿ ਵੀ ਇੰਟੈਲੈਕਚੁਅਲ ਨਾਮ ਨੂੰ ਲੈਣੇ ਪਤਾ ਨਹੀਂ ਉਹਨੂੰ ਅਲਾਉਡ ਹੈਗੇ ਨਹੀਂ ਚੈਨਲਾਂ ਦੇ ਉੱਤੇ ਅੱਜ ਕੱਲ੍ਹ। ਮਤਲਬ ਮੈਂ ਇਹ ਸੁਣਿਆ ਵੀ ਉੱਥੇ ਪਰਿਵਾਰਾਂ ਦੇ ਪਰਿਵਾਰ ਹੁੰਦੇ ਨੇ, ਕੁਝ ਟੱਬਰਾਂ ਦੀ ਫੈਮਿਲੀ ਪਲੈਨਿੰਗ ਹੋ ਜਾਂਦੀ ਹੈ। ਮੈਨੂੰ ਕੋਈ ਕਹਿ ਰਿਹਾ ਸੀ ਕਿ ਯੂਨੀਵਰਸਿਟੀ 'ਚ ਇਜ਼ ਦੈਟ ਟਰੂ? ਯੂਨੀਵਰਸਿਟੀ 'ਚ ਕੋਈ ਡਿਪਾਰਟਮੈਂਟ ਨੂੰ ਤੁਸੀਂ ਕਹਿੰਦੇ ਵਰਚੁਅਲੀ ਭਾਬੀਆਂ ਦਾ ਡਿਪਾਰਟਮੈਂਟ ਕਹਿ ਸਕਦੇ ਹੋ ਕਿਉਂਕਿ ਉੱਥੇ ਪ੍ਰੋਫੈਸਰ ਸਾਹਿਬਾਨ ਦੀਆਂ ਪਤਨੀਆਂ ਬੜੀ ਛੇਤੀ ਐਡਜਸਟ ਹੋ ਜਾਂਦੀਆਂ ਨੇ। ਸਰ ਇਹ ਹੈ ਕਿ ਵੀ ਮੈਂ ਵੈਰੀ ਸੈਡ, ਇਫ ਥੀਸ ਆਰ ਫੈਕਟਸ, ਵੈਰੀ ਸੈਡ ਫੈਕਟਸ, ਤੇ ਜੇ ਮੈਂ ਗਲਤ ਹੋਵਾਂ ਤੇ ਕੀ ਕਹਿੰਦੇ ਹੁੰਦੇ ਨੇ, ਮੂੰਹ ਮੇਂ ਖਾ ਕੱਲਾ ਨਸੀਬ ਕਰ। ਸੱਚ ਹੈ ਕਿਸੇ ਹੱਦ ਤੱਕ? ਦੇਖ ਲਓ ਯੂਨੀਵਰਸਿਟੀ ਦੇ ਬੱਚੇ ਪ੍ਰੋਫੈਸਰ ਸਾਹਿਬ ਤੁਹਾਨੂੰ ਦੇਖ ਰਹੇ ਨੇ। ਜਦੋਂ ਇਹ ਹੈ ਕਿ ਵੀ ਜਦੋਂ ਦੂਸ਼ਣਬਾਜ਼ੀ ਹੋਣ ਲੱਗਦੀ ਹੈ, ਇਹ ਮੈਨੂੰ ਫਿਰ ਇਹਨੂੰ ਇਹਨਾਂ ਦੋਸ਼ਾਂ ਵਿੱਚ ਕੁਝ ਹੋਏਗਾ? ਇਹਨਾਂ ਦੋਸ਼ਾਂ 'ਚ ਨਹੀਂ, ਪਰ ਇੱਕ ਗੱਲ ਹੈ ਵੀ ਚਲੋ ਠੀਕ ਹੈ, ਪਰਿਵਾਰ ਹੋਣਗੇ, ਪਰਿਵਾਰ ਕਈ ਥਾਵਾਂ ਤੇ ਹੁੰਦੇ ਹੋਣਗੇ, ਕਈ ਥਾਵਾਂ ਦੇ ਉੱਤੇ ਹੁੰਦੇ ਹੋਣਗੇ, ਹਰੇਕ ਡਿਪਾਰਟਮੈਂਟ ਦੇ ਵਿੱਚ ਪਰਿਵਾਰ ਹੁੰਦੇ ਹੋਣਗੇ, ਪਰ ਕਿਹੜੀ ਗੱਲ ਦੇ ਉੱਤੇ ਪ੍ਰਸ਼ਨ ਕੀਤਾ ਜਾ ਰਿਹਾ ਹੈ? ਪ੍ਰਸ਼ਨ ਦੀ ਕੁਆਲਿਟੀ ਵੀ ਦੇਖੋ ਨਾ, ਦੋਸ਼ ਦੀ ਕੁਆਲਿਟੀ ਵੀ, ਐਕਟੀਵਿਟੀ ਦੀ ਕੁਆਲਿਟੀ ਤੇ ਵੀ ਹੈ। ਵਾਈ ਸ਼ੁੱਡ देयर ਬੀ ਪ੍ਰੋਫੈਸਰਸ ਇਨ ਦਾ ਯੂਨੀਵਰਸਿਟੀ ਜਿਨ੍ਹਾਂ ਨੇ ਕਈ ਮਹੀਨਿਆਂ ਤੋਂ, ਹਫ਼ਤਿਆਂ ਤੋਂ, ਸਾਲਾਂ ਤੋਂ ਕੋਈ ਕਲਾਸ ਹੀ ਨਾ ਲਈ ਹੋਵੇ? ਹਾਂਜੀ, ਮੈਂ ਉਸ ਗੱਲ ਦੇ ਉੱਤੇ ਵੀ ਆਨੀ ਆ। ਹਰੇਕ ਥਾਂ ਦੇ ਉੱਤੇ ਹਰੇਕ ਤਰ੍ਹਾਂ ਦਾ ਜਿਹੜਾ ਹੈਗਾ ਸਟਾਫ ਹੁੰਦਾ, ਕਿਉਂਕਿ ਆਪਾਂ ਸਾਰੇ ਜਾਣੇ ਇੱਕੋ ਜਿਹੇ ਨਹੀਂ ਹੁੰਦੇ, ਹੈ ਨਾ। ਤੇ ਉਹਦੇ 'ਚ ਕੀ ਆ ਕਿ ਵੀ ਸਾਡੇ ਕੋਲੇ ਬਹੁਤ ਸਾਰੇ ਪ੍ਰੋਫੈਸਰ ਹਜੇ ਵੀ ਇਹੋ ਜਿਹੇ ਨੇ ਜਿਨ੍ਹਾਂ ਦਾ ਕਿ ਮਤਲਬ ਆਪਣਾ ਇਹ ਕਹੀਏ ਕਿ ਵੀ ਇਸ ਮਤਲਬ ਨੈਸ਼ਨਲ ਇੰਟਰਨੈਸ਼ਨਲ ਲੈਵਲ ਉਹਨਾਂ ਦੇ ਮਤਲਬ ਇੰਟੈਲੈਕਟ ਦਾ ਤਾਂ ਨਾਮ ਲਿਆ ਜਾ ਸਕਦਾ। ਬਿਲਕੁਲ, ਉਹ ਮੈਂ ਕੰਸੀਡ ਕਰਦਾ। ਮੈਜੋਰਿਟੀ ਇਹੋ ਜਿਹੀ ਹੁੰਦੀ ਹੈ ਜਿਹੜੀ ਕਿ ਫਾਈਨੈਂਸ਼ੀਅਲ ਕ੍ਰੰਚ ਵਿੱਚ, ਕਿਸੇ ਵੀ ਪੋਲੀਟੀਕਲ ਕ੍ਰਾਈਸਿਸ ਦੇ ਵਿੱਚ ਉਹਦਾ ਟੈਲੈਂਟ ਮਰਦਾ ਵੀ ਹੈ। ਇਹ ਵੀ ਮੈਜੋਰਿਟੀ ਹੁੰਦੀ ਹੈ। ਜਦੋਂ ਪੈਸੇ ਨਹੀਂ ਮਿਲਦਾ, ਰਿਸਰਚ ਹੀ ਨਹੀਂ ਕਰ ਰਹੇ ਹੋ, ਸਿਰਫ ਦੋਸ਼ ਸਿਰਫ ਮਤਲਬ ਆਪਾਂ ਮਤਲਬ ਇੱਕ ਕੁਝ ਪਰਸਨ ਮਤਲਬ ਆਪਾਂ ਇਹ ਕਹਿੰਦੇ ਆ ਕਿ ਇੰਸਟੀਟਿਊਸ਼ਨ ਤੋਂ ਵੱਡੇ ਹੋ ਜਾਂਦੇ ਆ, ਪਰ ਕੁਝ ਪਰਸਨ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਟੈਲੈਂਟ ਨੂੰ ਇੰਸਟੀਟਿਊਸ਼ਨ ਦਬਾ ਦਿੰਦੀ ਹੈ। ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ। ਮੇਰੇ ਬ੍ਰੇਕ ਤੋਂ ਪਹਿਲਾਂ ਮੈਮ ਨੇ ਗੱਲ ਕੀਤੀ ਇਸੇ ਲਹਿਜ਼ੇ 'ਚ, ਅੱਜ ਵੀ ਆਪਾਂ ਦੇਖੀਏ ਪਰ ਪੈਨੀ ਸਪੈਂਟ ਔਨ ਦੀ ਫੈਕਲਟੀ ਐਂਡ ਇਹਨੂੰ ਕੰਪੇਅਰ ਕਰੋ ਆਊਟਪੁੱਟ, ਚਾਹੇ ਉਹ ਪਬਲਿਕੇਸ਼ਨ ਨਹੀਂ। ਸਰ ਇੱਕ ਮਿੰਟ ਡਾਕਟਰ, ਡਿਲੀਵਰੇਬਲਸ ਦੀ ਜਿਹੜੀ ਮੈਜਰਿੰਗ ਹੈ ਨਾ, ਇਹ ਬਹੁਤ ਪ੍ਰੋਬਲਮੈਟਿਕ ਹੈਗੀ ਹੈ। ਜਿਸ ਤਰੀਕੇ ਨਾਲ ਪ੍ਰੋਫੈਸਰ ਅੱਜਕੱਲ ਆਪਣੀਆਂ ਡਿਲੀਵਰੇਬਲਸ ਦਾ ਆਪਣਾ ਰਿਜ਼ਿਊਮੇ ਬਣਾਉਂਦੇ ਨੇ ਜਿਹੜਾ ਕਿ 30 ਪੇਜ 35 ਪੇਜ ਲੰਬਾ ਹੁੰਦਾ। ਲੁੱਕ ਐਟ ਦਾ ਰਿਜ਼ਿਊਮੇ ਆਫ ਪ੍ਰੋਫੈਸਰ ਇਨ ਆਈਵੀ ਲੀਗ ਯੂਨੀਵਰਸਿਟੀਜ਼, ਉਹ ਇੱਕ ਪੇਜ ਦਾ ਰਿਜ਼ਿਊਮੇ ਹੁੰਦਾ। ਸਰ ਰਿਜ਼ਿਊਮੇ ਦੀ ਲੈਂਥ ਨਹੀਂ ਮੈਟਰ ਕਰਦੀ, ਮੈਂ ਲੈਂਥ ਦੀ ਨਹੀਂ ਗੱਲ ਕਰ ਰਿਹਾ। ਲੈਂਥ ਪਾਣ ਲਈ ਤੁਹਾਡੀ ਯੂਨੀਵਰਸਿਟੀ ਦਾ ਹੋਰਨਾਂ ਯੂਨੀਵਰਸਿਟੀ ਪ੍ਰੋਫੈਸਰ ਕੀ ਕਰਦੇ ਨੇ, ਯੂ ਨੋ ਇਟ ਪ੍ਰੀਟੀ ਵੈਲ। ਮੈਂ ਗੱਲ ਕਰ ਰਿਹਾ ਆਪਾਂ ਦੋਨੋਂ ਐਗਰੀ ਕਰ ਦਾਂਗੇ ਕਿ ਪ੍ਰੋਫੈਸਰ ਇਹੋ ਜਿਹਾ ਕੋਈ ਗਲਤ ਕੰਮ ਨਹੀਂ ਕਰਦੇ ਤੇ ਬਾਕੀ ਦੇ ਦਰਸ਼ਕ ਬੈਠੇ ਨੇ, ਫਿਰ ਆਪਾਂ ਦੋਨੋਂ ਜੱਜ ਕਰਨਗੇ। ਇਹ ਪਬਲਿਕ ਡੋਮੇਨ 'ਚ ਹੈ, ਜਿੰਨੀਆਂ ਪਬਲਿਕੇਸ਼ਨਸ, ਜਿੰਨੇ ਪੇਟੈਂਟ ਔਰ ਜਿਹੜੀ ਨਿਰਫ ਦੀ ਰੈਂਕਿੰਗ ਹੈ ਉਹ ਫੈਕਲਟੀ ਦੇ ਕੰਟਰੀਬਿਊਸ਼ਨ ਨਾਲ ਹੀ ਹੈ ਜੀ। ਸਰ ਮੈਂ ਪਲ ਭਰ ਲਈ ਬਣ ਜਾਣਾ ਵੀ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਮਹਾਨ ਕੰਮ ਕਰ ਰਹੇ ਨੇ, ਤੇ ਫਿਰ ਬ੍ਰੇਕ ਲੈ ਲੈਣਾ, ਬਾਕੀ ਗੱਲ ਜੀ ਸਰ ਬਿਲਕੁਲ ਆਫਟਰ ਦਿਸ ਬ੍ਰੇਕ। ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਵਿੱਤੀ ਹਾਲਤ ਬਾਰੇ ਵਿਦ ਸਪੈਸ਼ਲ ਰੈਫਰੈਂਸ ਟੂ ਪੰਜਾਬੀ ਯੂਨੀਵਰਸਿਟੀ ਦੀ ਜਿਹੜੀ ਫਾਈਨੈਂਸ਼ੀਅਲ ਸਿਚੁਏਸ਼ਨ ਹੈ ਅੱਜ ਕੱਲ੍ਹ, ਜਿਨ੍ਹਾਂ ਹਾਲਾਤਾਂ ਦੇ ਵਿੱਚ ਯੂਨੀਵਰਸਿਟੀ ਹੈ। ਸਾਡੇ ਨਾਲ ਤਰਸੇਮ ਬਾਈਆ ਜੀ ਨੇ, ਡਾਕਟਰ ਅਨੂਪਮਾ ਉਪਲ ਜੀ ਨੇ, ਪ੍ਰੋਫੈਸਰ ਅਵਨੀਤਪਾਲ ਜੀ ਨੇ। ਤਰਸੇਮ ਬਾਈਆ ਜੀ, ਵਾਟ ਇਜ਼ ਦਾ ਇਮੀਡੀਏਟ ਥਿੰਗ ਜਿਹੜੀ ਸਰਕਾਰ ਕਰੇ? ਕਿਉਂਕਿ ਮੈਂ ਹੁਣੇ ਸਰਕਾਰ ਦਾ ਇਮੀਡੀਏਟ ਪ੍ਰਹਾਰ ਤਾਂ ਇਹ ਦੇਖ ਰਿਹਾ ਕਿ ਪ੍ਰੋਫੈਸਰਾਂ ਦੇ ਜਿਹੜੇ ਸਕੇਲ ਨੇ ਉਹ ਡੀਲਿੰਕ ਕਰ ਦਿੱਤੇ ਗਏ ਨੇ ਕੈਸ ਸਕੀਮ ਦੇ ਵਿੱਚ, UGC ਦੇ ਨਾਲੋਂ, ਵਿਚ ਮੀਨਸ ਸੈਂਟਰਲ ਗਵਰਨਮੈਂਟ ਜਿਸ ਵੇਲੇ ਇੰਟੈਗਰੇਟ ਕਰਨ ਜਾ ਰਹੀ ਹੈ, ਭਾਵੇਂ ਤੁਹਾਡਾ ਨਵੀਂ ਐਜੂਕੇਸ਼ਨ ਪਾਲਿਸੀ ਨਾਲ ਤਮਾਮ ਤਰ੍ਹਾਂ ਦੇ ਇਖਤਲਾਫਾਤ ਹੋਣਗੇ, ਪਰ ਘੱਟੋ ਘੱਟ ਉਹਦੇ 'ਚ ਇੱਦਾਂ ਲੱਗਦਾ ਸੀ ਕਿ ਇੰਟੈਗਰੇਸ਼ਨ ਵਾਲੇ ਪਾਸੇ ਹੈ। ਤੇ ਹੁਣ ਇਹ ਕਿਹਾ ਜਾ ਰਿਹਾ, ਪੰਜਾਬ ਸਰਕਾਰ ਨੇ ਇਹ ਫੈਸਲਾ ਦੇ ਦਿੱਤਾ ਹੈ ਕਿ ਸਾਡੇ ਪੰਜਾਬੀ ਯੂਨੀਵਰਸਿਟੀ ਦੇ ਜਾਂ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਅਸਿਸਟੈਂਟ ਪ੍ਰੋਫੈਸਰਾਂ ਨੂੰ, ਵਿਚ ਮੀਨਸ ਨਵੇਂ ਲੱਗੇ ਕਿਸੇ ਅਧਿਆਪਕ ਨੂੰ ਕਿੰਨੀ ਤਨਖਾਹ ਮਿਲੇਗੀ, ਇਹਦਾ ਪੇ ਸਕੇਲ ਦੇ ਨਾਲ, UGC ਦੇ ਸਕੇਲ ਦੇ ਨਾਲ ਕੋਈ ਤਾਲੁਕ ਹੁਣ ਨਹੀਂ ਰਹੇਗਾ। ਇਹ ਦੱਸੋ ਵੀ ਫਿਰ ਜਦੋਂ ਤੁਸੀਂ ਦੂਸਰੀਆਂ ਸਟੇਟਾਂ ਦੇ ਵਿੱਚ ਇਹ ਪ੍ਰੋਫੈਸਰ ਜਾਣਗੇ ਤਾਂ ਇਹਨਾਂ ਨੂੰ ਕਿਵੇਂ ਉੱਥੇ ਤਸਲੀਮ ਕੀਤਾ ਜਾਏਗਾ? ਜੇ ਕੱਲ੍ਹ ਨੂੰ ਤੁਸੀਂ ਚੰਡੀਗੜ੍ਹ ਕਿਸੇ ਨੇ ਡੈਪੂਟੇਸ਼ਨ ਤੇ ਆਉਣਾ ਤਾਂ ਫਿਰ ਉਹ ਇਕੁਈਵੈਲੈਂਸ ਕਿਵੇਂ ਦੇਖੀ ਜਾਏਗੀ ਸਕੇਲ ਸੀ? ਤੇ ਇਹ ਸਰਕਾਰ ਦੀ ਮਨਸ਼ਾ ਬਾਰੇ ਕੀ ਕਹਿੰਦਾ ਜਿਸ ਵੇਲੇ ਤੁਸੀਂ ਇਹ ਲੜਾਈ ਲੜੀ ਬੈਠੇ ਹੋ? ਇਨਫੈਕਟ ਇੱਕ ਗੱਲ 'ਚ ਮੈਂ ਵਾਧਾ ਕਰਕੇ ਇਸ ਗੱਲ ਤੇ ਆਉਣਾਗਾ ਜੀ। ਕਈ ਵਾਰੀ ਹੁੰਦਾ ਨਾ ਵੀ ਸ਼ਾਇਦ ਇਹ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੇ ਜਾਂ ਟੀਚਰਾਂ ਨੇ ਸਭ ਕੁਝ ਤਬਾਹ ਕਰਤਾ,
ਪੰਜਾਬੀ ਦੇ 3 ਅਦਾਰੇ ਬਣੇ ਸੀ। ਪੰਜਾਬੀ ਭਾਸ਼ਾ ਵਿਭਾਗ ਬਣਿਆ ਜੀ ਜੀ, ਯੂਨੀਵਰਸਿਟੀ ਟੈਕਸਟ ਬੁੱਕ ਬੋਰਡ ਬਣੀ। ਹਾਂ, ਟੈਕਸਟ ਬੁੱਕ ਬੋਰਡ ਉਹ ਤਾਂ ਅੱਜ ਕੱਲ੍ਹ ਰਿਊਮਰ ਹੈ ਵੈਸੇ, ਉਹ ਬਚੀ ਹੈ ਸਾਰੇ ਹੀ ਡਿਫੰਕਟ ਹੋ ਗਏ। ਬਿਲਕੁਲ ਬਿਲਕੁਲ। ਵੇਅਰ ਦੇयर वर नॉट दिस टीचिंग फैकल्टी एक्स्ट्रा वी वर नॉट देयर व्हिच वाज बीइंग मैन्ड बाय द गवर्नमेंट। ਉਹ ਸਾਰੇ ਹੀ ਕਿਉਂਕਿ ਫੰਡਿੰਗ ਨਾ ਦੇਣ ਕਰਕੇ ਜਿੰਨੇ ਅਦਾਰੇ ਪੰਜਾਬੀ ਦੇ ਵਿਕਾਸ ਨਾਲ ਜੁੜੇ ਹੋਏ ਸੀ ਸਾਰੇ ਉਹ ਮਤਲਬ ਫੇਲ ਹੋਏ। ਦੂਸਰੀ ਗੱਲ ਮੈਂ ਤੁਹਾਡੇ ਇਹਦੇ ਨਾਲ ਗੱਲ ਤੋੜਨਾ ਚਾਹਣਾ, ਇਨਫੈਕਟ ਕਿਸੇ ਵੇਲੇ ਇਹ ਮਹਿਸੂਸ ਕਰਦੇ ਸੀ, ਮੈਂ ਉਹਨਾਂ ਸੰਘਰਸ਼ਾਂ ਦਾ ਪਾਰਟ ਸੀ ਜਦੋਂ ਇਹ ਸੋਚ ਸੀ ਕਿ ਟੀਚਿੰਗ ਦੇ ਵਿੱਚ ਬੈਸਟ ਆਦਮੀ ਹੋਣਾ ਚਾਹੀਦਾ, ਜਿਹੜਾ ਕਿ ਉਸ ਵੇਲੇ ਸਾਡੇ ਨਾਲ ਡਿਸਕਸ਼ਨ ਹੁੰਦੀਆਂ ਇਹ ਸੀ ਕਿ ਜੀ ਪਹਿਲੇ ਨੰਬਰ 'ਤੇ IAS ਜਾਂਦਾ, ਦੂਜੇ 'ਤੇ IPS ਜਾਂਦਾ, ਫਿਰ ਡਾਕਟਰ ਬਣਦਾ, ਇੰਜੀਨੀਅਰ ਬਣਦਾ, 5ਵੇਂ ਨੰਬਰ ਬੰਦਾ ਜਿਹੜਾ ਮੈਰਿਟ 'ਤੇ ਆ ਉਹ ਆਉਂਦਾ। ਅਤੇ ਗੱਲ ਇਹ ਚੱਲੀ ਸੀ ਉਸ ਦੌਰ ਵਿੱਚ, ਔਰ ਠੀਕ ਚੱਲੀ ਸੀ ਕਿ ਜੇ ਬੈਸਟ ਵਨ ਆਫ ਦੀ ਬੈਸਟ ਟੀਚਿੰਗ ਕਾਡਰ 'ਚ ਲੈ ਕੇ ਆਉਣਾਗਾ ਤਾਂ ਉਹਨਾਂ ਨੂੰ ਕੰਪੈਰੇਬਲ ਵਿਦ ਆਲ ਇੰਡੀਆ ਸਰਵਿਸਿਜ਼ ਸੈਲਰੀ ਦਿਓ ਤਾਂ ਕਿ ਉਹ ਰਹਿਣ ਵੀ ਅਤੇ ਉੱਥੇ ਰਿਟੇਨ ਹੋ ਸਕਣ। ਅਤੇ ਇਹਦੇ 'ਚੋਂ ਹੀ 72-73 ਦੇ ਪੇ ਸਕੇਲ ਜਿਹੜੇ ਨਿਕਲੇ ਸੀ ਇਸ ਥਿਓਰੀ 'ਚੋਂ ਨਿਕਲੇ ਸੀ ਕੰਪੈਰੇਬਲ ਟੂ ਆਲ ਇੰਡੀਆ ਸਰਵਿਸਿਜ਼। ਸਗੋਂ ਬਦਕਿਸਮਤੀ ਹੁਣ ਇਸ ਕਰਕੇ ਕਿ ਜਿਹੜੀ ਹੁਣ ਹੈ ਸਭ ਇਹ ਬਦਕਿਸਮਤੀ ਇਸ ਕਰਕੇ ਵੀ ਆਈ ਹੈ ਕਿਉਂਕਿ ਮੈਨੂੰ ਲੱਗਦਾ ਸੀ ਜਦੋਂ ਕੋਈ ਵਿਅਕਤੀ ਇੱਥੇ ਐਂਟਰ ਕਰੇਗਾ ਡਿਬੇਟ ਤੇ ਉਹਦੇ ਨਾਮ ਦੇ ਅੱਗੇ ਪ੍ਰੋਫੈਸਰ ਲੱਗਾ ਹੋਵੇਗਾ, ਹਾਂ, ਉਸ ਤੋਂ ਬਾਅਦ ਬਾਕੀ ਕੁਝ ਤਾਂ ਰਹਿ ਹੀ ਨਹੀਂ ਜਾਂਦਾ। ਉਸ ਤੋਂ ਬਾਅਦ ਇਹਦਾ ਇੱਕੋ ਹੀ ਮਤਲਬ ਹੁੰਦਾ ਕਿ ਅਸੀਂ ਖੜੇ ਹੋ ਜਾਈਏ ਤੇ ਇਹਤਰਾਮ ਕਰੀਏ, ਦੇयर इज अ ਪ੍ਰੋਫੈਸਰ ਇਨ ਦਾ ਹਾਊਸ। ਹੁਣ ਪ੍ਰੋਫੈਸਰ ਸਾਹਿਬ ਨੂੰ ਲੱਗਦਾ ਵੀ ਮੇਰੇ ਨਾਮ ਅੱਗੇ ਡੀਨ ਲੱਗੇ, VC ਲੱਗੇ, ਕੋਈ ਮੈਨੂੰ ਇੱਥੇ ਬੱਸਾਂ ਦਾ ਹੀ ਇੰਚਾਰਜ ਬਣਾ ਦਿਓ, ਯੂਨੀਵਰਸਿਟੀ ਦਾ ਟਰਾਂਸਪੋਰਟ ਦਾ ਇੰਚਾਰਜ ਬਣਾ ਦਿਓ, ਤਾਂ ਮੇਰੀ ਇੱਜ਼ਤ ਵਧੇਗੀ ਸਮਾਜ ਦੇ ਵਿੱਚ। ਪ੍ਰੋਫੈਸਰਾਂ ਨੇ ਵੀ ਤਾਂ ਉਧਰ ਨੂੰ ਉਹ ਕੰਮ ਫੜੇ ਹੋਏ ਨੇ ਨਾ। ਨਹੀਂ ਬਿਲਕੁਲ, ਯੂਨੀਵਰਸਿਟੀ ਦੇ ਪ੍ਰੋਫੈਸਰ ਕਿਉਂ ਚਾਹੁੰਦੇ ਨੇ ਮੈਂ ਰਜਿਸਟਰਾਰ ਲੱਗ ਜਾਵਾਂ, ਮੈਂ ਕੰਟਰੋਲਰ ਆਫ ਐਗਜ਼ਾਮੀਨੇਸ਼ਨ ਲੱਗ ਜਾਵਾਂ, ਮੈਂ ਫਾਈਨੈਂਸ਼ੀਅਲ ਅਫਸਰ ਕੋਈ ਲੱਗ ਜਾਵਾਂ ਯੂਨੀਵਰਸਿਟੀ ਦਾ? ਕੀ ਉਹਦੇ 'ਚ ਇੱਜ਼ਤ ਵੱਧ ਜਾਂਦੀ ਹੈ? ਉਹ ਕਿਉਂ ਨਹੀਂ ਕਹਿੰਦਾ ਕਿ ਮੇਰੇ ਤੋਂ ਨਹੀਂ ਇਹ ਕੰਮ ਹੋਣੇ, ਆਈ ਐਮ ਅ ਪ੍ਰੋਫੈਸਰ, ਆਈ ਵਿਲ ਪ੍ਰੋਫੈਸ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਇਨਫੈਕਟ ਅਗੇਨ ਜਿਹੜੀ ਗੱਲ ਅਨੁਪਮਾ ਹੋਣੀ ਕਹਿੰਦੇ ਸੀ ਨਾ, ਕਿਸੇ ਵੀ ਪ੍ਰੋਫੈਸ਼ਨ 'ਚ ਸਾਰੇ ਚੰਗੇ ਨਹੀਂ ਹੁੰਦੇ ਤੇ ਨਾ ਹੀ ਸਾਰੇ ਮਾੜੇ ਹੁੰਦੇ। ਸਾਰੀਆਂ ਜਿਹੜੇ ਆਲ ਜਨਰਲਾਈਜੇਸ਼ਨਸ ਆਰ ਬੈਡ ਇਨਕਲੂਡਿੰਗ ਆਫ ਕੋਰਸ ਦਿਸ ਵਨ ਦੈਟ ਆਲ ਜਨਰਲਾਈਜੇਸ਼ਨਸ ਆਰ ਬੈਡ। ਮੈਂ ਤੁਹਾਨੂੰ ਗੱਲ ਪਰ ਇਹ ਮੈਨੂੰ ਲੱਗਦਾ ਭਾਈ ਇਹਦੇ ਪਿੱਛੇ ਲੈਟਸ ਨਾਟ ਹਾਈਡ ਬਿਹਾਈਂਡ ਦਿਸ ਹੈ ਨਾ। ਅੱਛਾ, ਇਸ ਕਰਕੇ ਮੈਂ ਗੱਲ ਇਹ ਮੈਂ ਯੂਨੀਵਰਸਿਟੀਆਂ ਦੇ ਵਿੱਚ ਭਾਬੀਆਂ ਦੇ ਡਿਪਾਰਟਮੈਂਟ ਜਾਂ ਪਰਿਵਾਰਾਂ ਦੇ ਬਾਰੇ ਜਿਹੜੀਆਂ ਗੱਲਾਂ ਨੇ ਨਾ, ਇਹ ਕੈਂਟੀਨ ਤੋਂ ਲੈ ਕੇ ਤੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਦੇ ਰੂਮਸ ਤੱਕ ਚੰਗੀ ਤਰ੍ਹਾਂ ਸਾਰੇ ਜਾਣਦੇ। ਹਾਈ ਟਾਈਮ ਕਿ ਟੀਵੀ ਡਿਬੇਟਾਂ ਦੇ ਵਿੱਚ ਵੀ ਆਈ ਜਾਣ। ਪਰ ਮੈਂ ਤੁਹਾਡੇ ਕੋਲ ਜਿੱਥੇ ਇਹ ਐਗਜ਼ਾਮਪਲਸ ਨੇ ਨਾ ਕਿ ਜੀ ਉਹ ਰਜਿਸਟਰ ਬਣ ਗਿਆ, ਇੱਧਰ ਬਣ ਗਿਆ, ਤੁਹਾਡੇ ਕੋਲ ਨਹੀਂ ਹੈ ਜਿਹੜੇ ਰਿਫਿਊਜ਼ ਕੀਤੇ ਨੇ। ਫॉर एवरीवन ਰਜਿਸਟਰ 10-15 ਤਰਸਦੇ ਫਿਰ ਜਿਹੜੇ ਲੋਕਾਂ ਨੇ ਰਿਫਿਊਜ਼ ਕੀਤੇ ਵੀ ਨਹੀਂ ਮੈਂ ਨਹੀਂ ਕੰਮ ਕਰਨਾ, ਇਹ ਮੈਨੂੰ ਵਾਲਿਆਂ ਨੂੰ ਵੀ ਜਾਣਦਾ, ਸਾਨੂੰ ਪਤਾ ਕੌਣ। ਮੈਨੂੰ ਪਤਾ ਕਿ ਪ੍ਰੋਫੈਸਰ ਰਣਧੀਰ ਸਿੰਘ ਜਿਸ ਵੇਲੇ ਸਿਲੈਕਸ਼ਨ ਕਮੇਟੀ ਸੀਗੇ ਤਾਂ ਚੱਡਾ ਸਾਹਿਬ ਨੇ ਰਿਫਿਊਜ਼ ਕੀਤਾ, ਵਾਈਸ ਚਾਂਸਲਰ ਨਹੀਂ ਬਣਨਾ, ਸ਼ਾਇਦ ਆਪਣਾ ਨੌਲੇਜ ਬਣਨ ਨੂੰ ਤਿਆਰ ਨਹੀਂ। ਅੱਛਾ, ਦੂਸਰੀ ਗੱਲ ਮੈਂ ਹੋਰ ਕਹਿਣਾ ਵੀ ਫਸਟ ਕਰੋ ਇਹ ਪੋਸਟ ਆਫਰ ਕਿਉਂ ਕੀਤੀਆਂ ਗਈਆਂ? ਪੋਸਟ ਇਹ ਕਰਕੇ ਆਫਰ ਕੀਤੀਆਂ ਗਈਆਂ ਅਗੇਨ ਜਿਹੜੀ ਕਾਸਟ ਕਟਿੰਗ ਚੋਂ ਸੀ, ਕਿਉਂਕਿ ਅਸੀਂ ਰੈਗੂਲਰ ਰਜਿਸਟਰ ਨਹੀਂ ਲਾਉਣਾ ਚਾਹੁੰਦੇ, ਰੈਗੂਲਰ ਸੀ FDO ਨਹੀਂ ਲਾਉਣਾ ਚਾਹੁੰਦੇ, ਰੈਗੂਲਰ ਸੀ ਡੀ ਨਹੀਂ ਲਾਉਣਾ ਚਾਹੁੰਦੇ, ਇਸ ਕਰਕੇ ਚਾਹੁੰਦੇ ਹਾਂ ਕਿ ਐਡੀਸ਼ਨਲ ਚਾਰਜ ਦੇ ਦਿਓ ਬੰਦੇ ਨੂੰ, ਐਡੀਸ਼ਨਲ ਚਾਰਜ ਦਿਓ। ਬਹੁਤੇ ਪ੍ਰੋਫੈਸਰਾਂ ਨੂੰ ਯੂਨੀਵਰਸਿਟੀਆਂ 'ਚ ਐਡੀਸ਼ਨਲ ਚਾਰਜ ਦਿੱਤੇ ਹੋਏ ਨੇ, ਦੇ ਆਰ ਨਾਟ ਈਵਨ ਹੋਲ ਟਾਈਮ ਯੂਨੀਵਰਸਿਟੀ ਇਜ਼ ਨਾਟ ਸਪੈਂਡਿੰਗ ਪੈਂਡਿੰਗ। ਉਹ ਕਿਸੇ ਨੂੰ 500 ਦੇਤਾ, ਕਿਸੇ ਨੂੰ 1000 ਦੇ, 2000 ਦੇ ਗਿਆ। ਇਹੋ ਜਿਹੀਆਂ ਅਪਾਇੰਟਮੈਂਟਾਂ ਵੀ ਇੱਕ ਪਾਸੇ ਜਿੱਥੇ ਆਪਾਂ ਟੀਚਰਾਂ ਨੂੰ ਕਹਿ ਸਕਦੇ ਹਾਂ ਕਿ ਦੇ ਸ਼ੁੱਡ ਹੈਵ ਰਿਫਿਊਜ਼ ਸੱਚ ਅਸਾਈਨਮੈਂਟਸ ਐਂਡ ਸ਼ੁੱਡ ਹੈਵ ਕੰਸੈਂਟਰੇਟਡ ਔਨ ਦੇਅਰ ਰਿਸਰਚ ਐਂਡ ਟੀਚਿੰਗ, ਉਹ ਇਸ ਕਰਕੇ ਦਿੱਤੀਆਂ ਗਈਆਂ ਕਿ ਸਾਨੂੰ ਇੱਥੇ ਕਾਸਟ ਕਟਿੰਗ ਕਰਨੀ ਸੀ। ਅਸੀਂ ਵੀ ਕਿੱਥੇ ਪ੍ਰੋਫੈਸਰ ਦਾ ਸਕੇਲ ਦੇ ਕੇ ਰਜਿਸਟਰ ਲਾਉਣਾ ਸੀ, ਕਿੱਥੇ 500 2000 ਦੇ ਕੇ ਉੱਥੇ। ਹੁਣ ਇਹ ਨਾ ਕਹੋ ਵੀ ਪ੍ਰੋਫੈਸਰ ਸਾਹਿਬ ਡੀਨ ਬਣ ਕੇ ਯੂਨੀਵਰਸਿਟੀ ਦਾ ਭਲਾ ਕਰ ਰਹੇ ਸਨ, ਉਹ ਪ੍ਰੋਫੈਸਰ ਸਾਹਿਬ ਦਾ ਵੀ ਭਲਾ ਹੋ ਰਿਹਾ ਸੀਗਾ, ਹੋ ਰਿਹਾ ਸੀਗਾ। ਤਾਂ ਮੈਂ ਇੱਕ ਗੱਲ ਸੀ ਮੈਂ ਦੱਸਾਂ ਕਿ ਯਾਰ ਆਪਾਂ ਅਸੀਂ ਨਹੀਂ ਮੰਨਦੇ, ਕੌਟ ਮੈਂ ਨਹੀਂ ਮੰਨਦਾ ਕਿ ਕੋਈ ਟੀਚਰ ਨਾ ਦੇਵਤਾ ਹੁੰਦਾਗਾ। ਜਿਹੜਾ ਦੇਵਤੇ ਵਾਲਾ ਕਨਸੈਪਟ ਹੈ ਨਾ, ਉਹ ਦੇਵਤਿਆਂ ਵਾਲੇ ਤੇ ਤੁਹਾਡੇ ਉਹ ਲੱਗਿਆ ਸੀ ਚਾਰਜ ਦਿੱਤਾ ਸੀਗਾ IAS ਅਫਸਰ, ਕੀ ਨਾਮ ਸੀ ਉਹਨਾਂ ਦਾ, ਅਨੁਰਾਗ ਵਰਮਾ ਜੀ। ਔਰ ਦੇਵਤੇ ਯੂਨੀਵਰਸਿਟੀ 'ਚ ਕਿਸ ਕਿਸਮ ਦੇ ਨੇ? ਅਨੁਰਾਗ ਵਰਮਾ ਜੀ ਨੇ ਅੱਛੀਆਂ ਖਾਸੀਆਂ ਇਨਕੁਆਇਰੀਜ਼ ਖੋਲ੍ਹ ਦਿੱਤੀਆਂ ਸੀ, 16 ਕੋਈ ਇਨਕੁਆਇਰੀਜ਼ ਨੇ ਹੋਈਆਂ ਪਈਆਂ ਨੇ, ਸਾਲ ਬੀਤ ਰਹੇ ਨੇ ਤੇ ਇਨਕੁਆਇਰੀਆਂ ਓਪਨ ਨਹੀਂ ਹੋ ਰਹੀਆਂ, ਉਹਨਾਂ ਦੀਆਂ ਰਿਪੋਰਟਾਂ ਸਾਹਮਣੇ ਨਹੀਂ ਆ ਰਹੀਆਂ। ਇਹ ਸੁਣੋ, ਇਹ ਮੈਂ ਸੁਣਿਆ, ਇਹ ਮਤਲਬ ਆਫੀਸ਼ੀਅਲ ਡਾਕੂਮੈਂਟਸ ਦੇ ਵਿੱਚੋਂ ਹੈ। ਉਹਨਾਂ ਨੇ ਕਿਹਾ ਵੀ ਜਿਹੜੀਆਂ 16 ਸਕੈਮਸ ਹੋਏ ਨੇ ਨਾ, ਫੇਕ ਰਿਕਰੂਟਮੈਂਟ ਦੇ, ਫੰਡਸ ਦੇ ਮਿਸਯੂਜ਼ ਦੇ, ਪਰਚੇਜ਼ਸ ਦੇ, ਇਨਫਰਾਸਟ੍ਰਕਚਰ ਦੀ ਸੇਲ ਦੇ, ਇਹਦੀਆਂ ਰਿਪੋਰਟਾਂ ਬੜੀਆਂ ਲੰਬੀਆਂ ਨੇ। ਸਿੰਡੀਕੇਟ ਦੀ ਮੀਟਿੰਗ 'ਚ ਗੱਲਬਾਤ ਹੋ ਰਹੀ ਹੈ ਔਰ ਇਹ ਮਿਨਟਸ ਦਾ ਪਾਰਟ ਹੈ। ਇਹਦੀਆਂ ਰਿਪੋਰਟਾਂ ਬੜੀਆਂ ਲੰਬੀਆਂ ਨੇ ਤੇ ਸਿੰਡੀਕੇਟ ਨੇ ਡਿਸਾਈਡ ਕੀਤਾ ਹੈ ਵੀ ਅਜੇ ਕਮੇਟੀ ਦੀਆਂ ਰਿਕਮੈਂਡੇਸ਼ਨਸ ਆਰ ਐਕਸ਼ਨ ਨਾ ਲਿਆ ਜਾਵੇ, ਨਵੀਂ ਇੱਕ ਕਮੇਟੀ ਬਣਾਈ ਜਾਵੇ ਜਿਹੜੀ ਇਹਨਾਂ ਲੰਬੀਆਂ ਰਿਪੋਰਟਾਂ ਨੂੰ ਪੜ੍ਹੇਗੀ। ਇੱਕ ਤਾਂ ਮੈਨੂੰ ਇਹ ਦੱਸੋ ਪ੍ਰੋਫੈਸਰ ਅਨੁਪਮਾ, ਤੁਸੀਂ ਪ੍ਰੋਫੈਸਰਾਂ ਨੂੰ ਬੜਾ ਡਿਫੈਂਡ ਕਰ ਰਹੇ ਸੀ, ਮੇਰੇ ਤਾਂ ਆਪ ਪ੍ਰੋਫੈਸਰ ਬੜੇ ਦੋਸਤ ਨੇ, ਬਕਾਇਦਾ ਡਿਫੈਂਡ ਕਰਨੇ ਚਾਹੀਦੇ ਨੇ। ਕਿਸ ਕਿਸਮ ਦੇ ਪ੍ਰੋਫੈਸਰ ਨੇ ਯੂਨੀਵਰਸਿਟੀ 'ਚ ਜਿਨ੍ਹਾਂ ਨੂੰ ਰਿਪੋਰਟਾਂ ਲੰਬੀਆਂ ਲੱਗਦੀਆਂ ਨੇ? ਮਤਲਬ ਕਿੰਨੇ ਪੇਜਾਂ ਤੇ ਜਾ ਕੇ ਕੋਈ ਰਿਪੋਰਟ ਲੰਬੀ ਹੋ ਜਾਂਦੀ ਕਿ ਹੁਣ ਪ੍ਰੋਫੈਸਰਾਂ ਦੀ ਸਮਰੱਥਾ ਤੋਂ ਬਾਹਰ ਹੋ ਗਈ ਆ, ਕਿਉਂਕਿ 1.5 2 ਪੇਜ ਦੀਆਂ ਰਿਪੋਰਟਾਂ ਨੇ। ਮੈਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਜਿਹੜਾ ਇਹਨਾਂ ਰਿਪੋਰਟਾਂ ਵਿੱਚ ਸ਼ਰੀਕ ਰਹੇ ਨੇ, ਉਹਨਾਂ ਇਨਕੁਆਇਰੀਆਂ ਦੇ ਵਿੱਚ ਕਰਦੇ ਰਹੇ ਨੇ। ਤੇ ਇਹ ਕਿਉਂ ਯੂਨੀਵਰਸਿਟੀ ਜਾਂ ਪੂਟਾ ਗੱਜ ਵੱਜ ਕੇ ਇਹ ਡਿਮਾਂਡ ਨਹੀਂ ਕਰ ਰਹੀ ਕਿ ਇਹਨਾਂ ਰਿਪੋਰਟਾਂ ਨੂੰ ਕੱਲ ਦੀ ਬਜਾਏ ਅੱਜ ਖੋਲ੍ਹਿਆ ਜਾਵੇ? ਦੇ ਸ਼ੁੱਡ ਬੀ ਓਪਨ ਯੈਸਟਰਡੇ, ਨਾਟ ਟੁਮਾਰੋ।
ਮੈਂ ਸਹਿਮਤ ਹਾਂ ਇਸ ਗੱਲ ਨਾਲ। ਮੈਂ ਇਹ ਕਹਿ ਰਹੀ ਹਾਂ ਕਿ ਵੀ ਕੋਈ ਵੀ ਚੀਜ਼ ਜਿਹੜੀ ਹੈਗੀ ਆ, ਜੇ ਉਹ ਕੋਈ ਕੁਐਸਚਨ ਖੜਾ ਕਰਦੀ ਹੈ, ਉਹਦੇ ਲੰਬੇ ਛੋਟੇ ਹੋਣ ਦਾ ਕੋਈ ਸਟੈਂਡਰਡ ਨਹੀਂ ਹੈਗਾ। ਬਿਲਕੁਲ। ਉਹ ਨਹੀਂ, ਮੈਨੂੰ ਇਹ ਜਦੋਂ ਲੋਕ ਇਹ ਕਹਿਣਗੇ ਵੀ ਅੱਛਾ ਯੂਨੀਵਰਸਿਟੀ ਦੇ ਵਿੱਚ ਇੰਨੇ ਸਕੈਮ ਹੋਏ ਨੇ, ਵੀ 16 ਤੇ ਸਕੈਮ ਤੁਹਾਡੇ ਇਨਕੁਆਇਰੀ ਹੋ ਚੁੱਕੀ ਹੈ ਤੇ ਤੁਸੀਂ ਰਿਪੋਰਟਾਂ ਤੇ ਬੈਠੇ ਹੋਏ ਹੋ, ਫਿਰ ਅਸੀਂ ਕੌਣ ਇਸ ਕਿਸਮ ਦੀ ਅਕਲਸਾਜ਼ੀ ਨੂੰ ਜਨਮ ਦੇਗਾ ਯੂਨੀਵਰਸਿਟੀ 'ਚ ਕਿ ਸਰਕਾਰਾਂ ਨੂੰ ਕੁਐਸਚਨ ਕਰਨਾ ਹੁੰਦਾ? ਅਸੀਂ ਉਹ ਮਨੁੱਖ ਕਿਵੇਂ ਪੈਦਾ ਕਰਾਂਗੇ? ਪਰ ਸਿੰਡੀਕੇਟ ਕੱਲੀ ਮਤਲਬ ਅਕੈਡਮੀਸ਼ੀਅਨ ਦੀ ਨਹੀਂ ਨਾ ਹੈਗੀ। ਹਾਂ, ਦੈਟ ਟਰੂ ਹੈ ਨਾ। ਤੇ ਉਹਦੇ ਵਿੱਚ ਇਹ ਆ ਕਿ ਵੀ ਜਦੋਂ ਇਹ ਜੀ ਕੋਈ ਚੀਜ਼ ਖਾਰਜ ਹੁੰਦੀ ਹੈ ਤਾਂ ਸਾਨੂੰ ਇਸ ਗੱਲ ਨੂੰ ਦੀ ਪੁਣਛਾਣ ਕਰ ਲੈਣੀ ਚਾਹੀਦੀ ਹੈ ਕਿ ਉਹ ਖਾਰਜ ਕਿਸ ਗੱਲ ਕਰਕੇ ਹੋ ਰਹੀ ਹੈ, ਕੌਣ ਕਰ ਰਿਹਾ, ਬਕਾਇਦਾ ਕੌਣ ਕਰ ਰਿਹਾ, ਉਸ ਚੀਜ਼ ਨੂੰ ਕਿਉਂ ਹੋ ਰਿਹਾ। ਮਤਲਬ ਲੰਬੀ ਜਾਂ ਛੋਟੀ ਹੋਣ ਦਾ ਕੋਈ। ਅਮਿਤਪਾਲ ਜੀ, ਤੁਸੀਂ ਤਾਂ ਪੂਟਾ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਹੋ, ਇਹ ਕੌਣ ਰੋਕ ਰਿਹਾ ਇਹਨਾਂ ਰਿਪੋਰਟਾਂ ਦਾ ਸੱਚ ਬਾਹਰ ਆਉਣ ਨੂੰ? ਅਨੁਰਾਗ ਵਰਮਾ ਜੀ ਕੋਲ ਹੱਥ ਜੋੜ ਕੇ ਕਿਉਂ ਨਹੀਂ ਚਲੀ ਜਾਂਦੀ ਸਾਰੀ ਰਿਪੋਰਟਾਂ? ਕਿ ਸਰ ਛੱਡੋ, ਤੁਸੀਂ ਸਰਕਾਰ ਨੂੰ ਤੁਸੀਂ ਸਾਰੀਆਂ ਰਿਪੋਰਟਾਂ ਇੱਥੇ ਵੈਬਸਾਈਟ ਤੇ ਪਾ ਦਿਓ, ਤੁਸੀਂ ਆਪਣਾ ਹੀ ਇੱਕ ਬਲੌਗ ਚਲਾ ਦਿਓ, ਉਹਦੇ ਤੇ ਪਾ ਦਿਓ ਸਾਰੀਆਂ। ਸਰ ਇਹ ਸਾਰਾ ਕੁਝ ਸਿੰਡੀਕੇਟ ਦੇ ਪ੍ਰੀਵਿਊ 'ਚ ਹੈ, ਹੁਣ ਸਿੰਡੀਕੇਟ 'ਚ ਪ੍ਰੈਜ਼ੈਂਟ ਹੋ ਗਿਆ, ਹੁਣ ਸਿੰਡੀਕੇਟ ਨਹੀਂ ਇਸ ਤੇ ਡਿਸਾਈਡ ਨਹੀਂ ਕਿੰਨਾ ਟਾਈਮ ਲੈਣਾ। ਮਤਲਬ ਪੂਟਾ ਦੇ ਆਫਿਸ ਬੇਅਰਰਸ ਦੀ ਰਾਤਾਂ ਦੀ ਨੀਂਦ ਕਿਉਂ ਨਹੀਂ ਹਰਾਮ ਹੋ ਜਾਂਦੀ ਕਿ ਸਾਡੀਆਂ ਯੂਨੀਵਰਸਿਟੀਆਂ 'ਚ ਸਕੈਂਡਲ ਹੋਏ ਨੇ, ਇਨਵੈਸਟੀਗੇਟ ਹੋ ਗਏ ਨੇ, ਰਿਪੋਰਟਾਂ ਬਣੀਆਂ ਪਈਆਂ ਨੇ ਤੇ ਉੱਥੇ ਧੂੜ ਛਕ ਰਹੀਆਂ ਨੇ। ਸਿੰਡੀਕੇਟ ਹੀ ਇਹਦੇ ਲਈ ਐਪਰੋਪ੍ਰੀਏਟ ਅਥਾਰਟੀ ਹੈ, ਸਿੰਡੀਕੇਟ ਨੂੰ ਇਸ ਤੇ ਵਿਚਾਰ ਕਰਨਾ ਪਏਗਾ, ਉਹਨਾਂ ਨੇ ਹੀ ਇਹ ਤੇ ਫਿਊਚਰ ਕੋਰਸ ਆਫ ਐਕਸ਼ਨ ਡਿਸਾਈਡ ਕਰਨਾ। ਸਿੰਡੀਕੇਟ ਨੂੰ ਇਸ ਗੱਲ ਤੇ ਵੀ ਕੋਈ ਇਤਰਾਜ਼ ਹੁੰਦਾ ਕਿ ਸਰਕਾਰ ਕਹਿੰਦੀ ਹੈ ਕਿ ਪ੍ਰੋਫੈਸਰਾਂ ਤੋਂ ਤਾਂ ਅਸੀਂ ਜਿਹੜੀ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ ਇਹਨੂੰ ਤਾਂ ਤਰਕ ਕਰ ਦਿਓ, ਤੇ ਕੋਈ ਇੱਥੇ ACS ਰੈਵਨਿਊ ਨੂੰ ਲਗਾ ਦਿਓ, ਵਿਸ਼ਵਜੀਤ ਖੰਨਾ ਨੂੰ ਲਗਾ ਦਿਓ, ਨਾਲ ਕਿਹਨਾਂ ਨੂੰ ਲਗਾਇਆ ਸੀ, ਰਾਹੁਲ ਭੰਡਾਰੀ ਨੂੰ ਲਗਾਤਾ ਸੀ, ਸੈਕਟਰੀ ਹਾਇਰ ਐਜੂਕੇਸ਼ਨ ਨੂੰ ਲਗਾ ਦਿਓ, ਇਹੀ ਕਰ ਲੈਣਗੇ ਰਿਪੋਰਟ। ਸਰ ਉਹ ਬਿਲਕੁਲ ਜਿਹੜਾ ਯੂਨੀਵਰਸਿਟੀ ਦਾ ਇੱਕ ਸੈਟਅਪ ਹੈ, ਇੱਕ ਐਕੈਡੈਮੀਸ਼ੀਅਨ ਦਾ ਜਿਹੜਾ ਵਿਊ ਪੁਆਇੰਟ ਹੈ, ਉਹ ਯੂਨੀਵਰਸਿਟੀ ਨੂੰ ਸਮਝਣ ਲਈ ਜ਼ਿਆਦਾ ਜ਼ਰੂਰੀ ਹੈ। ਤੁਹਾਡੇ ਵਾਈਸ ਚਾਂਸਲਰ ਇਸ ਕਿਸਮ ਦੇ ਹੋਏ ਨੇ ਜਿਹੜੇ ਯੂਨੀਵਰਸਿਟੀਆਂ 'ਚ ਨਜਾਇਜ਼ ਭਰਤੀਆਂ ਕਰਦੇ ਰਹੇ ਨੇ? ਇਜ਼ ਦੈਟ ਟਰੂ? ਸਰ ਅਸੀਂ ਇਸ ਦੇ ਮਾਮਲੇ 'ਚ ਜਿਹੜੀ ਰਿਪੋਰਟ ਹੈ ਨਾ, ਉਹ ਰਿਪੋਰਟ ਨੂੰ ਵਾਚਣਾ। ਮੈਂ ਤਾਂ ਵੱਖਰਾ ਸਵਾਲ ਪੁੱਛ ਰਿਹਾ ਕਿ ਵਾਈਸ ਚਾਂਸਲਰ ਬੀਤੇ ਵਿੱਚ ਨਜਾਇਜ਼ ਭਰਤੀਆਂ ਕਰਦੇ ਰਹੇ ਨੇ, ਓਵਰ ਸਟਾਫਿੰਗ ਕਰਦੇ ਰਹੇ ਨੇ? ਓਵਰ ਸਟਾਫਿੰਗ ਨਾਂ ਦੀ ਕੋਈ ਚੀਜ਼ ਨਹੀਂ ਹੈ ਜੀ। ਓਕੇ ਜੀ, ਡਨ। ਕੀ ਵਾਈਸ ਚਾਂਸਲਰ ਇਹੋ ਜਿਹੇ ਰਹੇ ਨੇ ਜਿਨ੍ਹਾਂ ਨੇ ਕੋਈ ਭਰਤੀ ਵੀ ਨਹੀਂ ਕੀਤੀ? ਟੀਚਿੰਗ ਦੇ ਵਿੱਚ ਪਿਛਲੇ ਬਹੁਤ ਲੰਮੇ ਸਮੇਂ ਤੋਂ ਕੋਈ ਭਰਤੀ ਨਹੀਂ ਹੋਈ ਜੀ ਟੀਚਿੰਗ। ਕੋਈ ਯੂਨੀਵਰਸਿਟੀ ਪੰਜਾਬ ਦੇ ਵਿੱਚ ਜਾਂ ਦੁਨੀਆ 'ਚ ਦੇਸ਼ ਵਿੱਚ ਇਹੋ ਜਿਹੀ ਹੈ ਜਿੱਥੇ ਸਾਲਾਂ ਸਾਲ ਕੋਈ ਭਰਤੀ ਵੀ ਨਹੀਂ ਹੋਈ? ਯੂ ਆਰ ਸੇਇੰਗ ਦੈਟ? ਨਹੀਂ, ਸਾਡੀ ਯੂਨੀਵਰਸਿਟੀ ਸਰ। ਤੁਹਾਡੀ ਯੂਨੀਵਰਸਿਟੀ ਮਤਲਬ ਕੋਈ ਇੱਕ ਯੂਨੀਵਰਸਿਟੀ ਇਹੋ ਜਿਹੀ ਹੈ ਨਾ ਜਦੋਂ UGC ਦੇਸ਼ ਵਿੱਚ ਇਹੋ ਜਿਹੀ ਯੂਨੀਵਰਸਿਟੀ ਹੈ ਜਿੱਥੇ ਕੋਈ ਭਰਤੀ ਨਹੀਂ ਹੋਈ ਸਾਲਾਂ ਸਾਲ? ਕਿਹੜੀ ਜੀ? ਜਦੋਂ UGC ਦਾ ਉਹ ਮਤਲਬ ਸੀਗਾ ਆਪਣਾ, ਜਦੋਂ ਬਾਅਦ ਵਿੱਚ ਉਹ ਕੇਸ ਦੀ ਸੁਣਵਾਈ ਹੋਈ ਆ, ਤਾਂ ਪਿਛਲੇ ਕਈ ਸਾਲਾਂ ਤੋਂ ਨਾ GND ਦੇ ਵਿੱਚ ਨਾ ਕਿਸੇ ਥਾਵਾਂ ਤੇ ਮਤਲਬ ਯੂਨੀਵਰਸਿਟੀ ਵਿੱਚ ਭਰਤੀਆਂ ਹੀ ਨਹੀਂ ਹੋ ਰਹੀਆਂ। ਯੂਨੀਵਰਸਿਟੀ ਕੋਈ ਭਰਤੀ ਨਹੀਂ ਹੋਈ ਸਾਡੀ ਯੂਨੀਵਰਸਿਟੀ ਦੇ ਵਿੱਚ। ਜਿਵੇਂ ਮੈਡਮ ਉਹਨਾਂ ਨੇ ਕਿਹਾ 60 ਤੋਂ 70% ਪੋਸਟਾਂ ਖਾਲੀ ਨੇ ਜੀ ਹਜੇ ਵੀ ਟੀਚਰਸ ਦੀਆਂ। ਤਾਂ ਯੂਨੀਵਰਸਿਟੀ ਵਿੱਚ ਇੰਟੈਲੈਕਚੁਅਲ ਐਕਟੀਵਿਟੀ ਕੀ ਹੋਏਗੀ ਜੇ ਸਾਰੇ ਟੀਚਰਸ ਨੂੰ ਤਨਖਾਹ ਦੀ ਪਈ ਹੋਵੇ? ਵਾਈਸ ਚਾਂਸਲਰ ਤਾਂ ਹਰ ਮਹੀਨੇ ਇਸ ਭੱਜ ਦੌੜ ਦੇ ਵਿੱਚ ਰਵੇ ਕਿ ਇਸ ਮਹੀਨੇ ਦੀ ਤਨਖਾਹ, ਤੁਹਾਨੂੰ ਹੁਣ ਤਨਖਾਹ ਵੀ ਗਲੂਕੋਜ਼ ਦੀ ਬੋਤਲ ਮਹੀਨੇ ਦੀ ਲੱਗਦੀ ਹੈ ਸਰ। ਸਾਨੂੰ ਹਜੇ ਸਿਰਫ ਤਨਖਾਹ ਦਸੰਬਰ ਮਹੀਨੇ ਦੀ ਮਿਲੀ ਹੈ ਜੀ। ਅੱਛਾ ਜੀ, ਆਪਾਂ ਹਜੇ ਸਾਡੇ ਜਨਵਰੀ ਮਹੀਨੇ ਦੀ ਤਨਖਾਹ ਪੈਂਡਿੰਗ ਹੈ ਔਰ ਫਰਵਰੀ ਦੀ ਅੱਜ 13 ਤਰੀਕ ਹੋ ਗਈ ਹੈ। ਤੇ ਜਿਹੜੇ ਰਿਟਾਇਰ ਹੋਏ ਨੇ ਉਹਨਾਂ ਨੂੰ ਕਈ ਮਹੀਨੇ ਦੀਆਂ ਪੈਨਸ਼ਨਾਂ ਨਹੀਂ ਮਿਲ ਰਹੀਆਂ ਔਰ ਰਿਟਾਇਰਲ ਬੈਨੀਫਿਟਸ ਮਿਲਿਆਂ ਨੂੰ ਸਾਲ ਤੱਕ ਦਾ ਸਮਾਂ ਹੋ ਚੁੱਕਿਆ ਟੀਚਰਾਂ। ਜਿਹੜੇ GPF ਅਕਾਊਂਟ ਹੈ ਯੂਨੀਵਰਸਿਟੀ ਨੇ ਪੈਸੇ ਪਾਣੇ ਦੇ ਉਹ ਪੈਂਦੇ ਨੇ ਰੈਗੂਲਰ? ਸਰ 8 ਮਹੀਨੇ ਹੋ ਗਏ ਨੇ ਸਾਡੀਆਂ GPF ਦੀਆਂ ਕਟੌਤੀਆਂ ਸਾਡੇ ਅਕਾਊਂਟਸ ਨਹੀਂ ਗਈਆਂ। ਔਰ ਤਰਾਸਦੀ ਇਹ ਜਿਹੜੀ ਸਾਨੂੰ ਸੈਲਰੀ ਸਲਿੱਪ ਮਿਲ ਰਹੀ ਹੈ ਉਹਦੇ 'ਚ ਸ਼ੋਅ ਕੀਤਾ ਜਾ ਰਿਹਾ ਕਿ GPF ਦੀ ਇੰਨੀ ਅਮਾਉਂਟ ਕੱਟੀ ਜਾ ਚੁੱਕੀ ਹੈ। ਸੋ ਕੱਟ ਕੇ ਉਹ ਜਮ੍ਹਾਂ ਨਹੀਂ ਕਰਾਈ ਜਾਂਦੀ? ਜਮ੍ਹਾਂ ਨਹੀਂ ਕਰਾਈ ਜਾ ਰਹੀ। ਔਰ ਉਹਦਾ ਵਿਆਜ ਕੌਣ ਦੇਊਗਾ ਜੀ? ਇਹ ਨਾ ਤਾਂ 8 ਮਹੀਨਿਆਂ ਦੀਆਂ ਕਟੌਤੀਆਂ, ਨਾ ਉਹਨਾਂ ਦਾ ਵਿਆਜ, ਦੋਨੋਂ ਚੀਜ਼ਾਂ ਪੈਂਡਿੰਗ ਨੇ ਸਾਡੀਆਂ। ਐਸਪੀ ਸਿੰਘ ਜੀ, ਦੋ ਆਬਜ਼ਰਵੇਸ਼ਨਸ ਨੇ। ਵਾਟ ਇਜ਼ ਇਟ ਦੈਟ ਯੂ ਵਾਂਟ? ਕੀ ਕਰੇ ਸਰਕਾਰ ਇਮੀਡੀਏਟਲੀ? ਕੋਈ ਸਰਕਾਰ ਤੁਹਾਨੂੰ 500 ਕਰੋੜ ਰੁਪਈਆ ਨਹੀਂ ਦੇਣੀ। ਦੋ ਆਬਜ਼ਰਵੇਸ਼ਨਸ ਨੇ। ਇੱਕ ਤਾਂ ਮੈਂ ਕਿ ਭਰਤੀਆਂ ਤੇ ਪਾਬੰਦੀ 2002 ਚ ਲੱਗੀ ਜੀ ਜੀ, ਔਰ ਉਹ ਜਿੱਥੇ ਕਿ ਲੱਗਣੀ ਚਾਹੀਦੀ ਸੀ, ਜਿੱਥੇ ਲੋਕ ਵਾਧੂ ਹੈ ਜਾਂ ਲੋੜ ਨਹੀਂ ਹੈ, ਕੰਪਿਊਟਰਾਈਜੇਸ਼ਨ ਹੋ ਗਈ, ਉਹ ਭਰਤੀ ਜੇ ਆਪਾਂ ਟੀਚਰਾਂ ਵਿੱਚ ਵੀ ਲਾਵਾਂਗੇ ਤੇ ਹੈਲਥ ਵਿੱਚ ਵੀ ਲਾਵਾਂਗੇ, ਜਿਹੜੀ ਉੱਥੇ ਵੀ ਲੱਗੀ ਜੀ ਜੀ, ਕਿ ਟੀਚਿੰਗ ਵਿੱਚ ਵੀ ਤੇ ਹੈਲਥ ਵਿੱਚ ਵੀ ਲੱਗੀ, ਜਿਹੜੀਆਂ ਯੂਨੀਵਰਸਿਟੀਆਂ ਤੇ ਇਹ ਸ਼ੁਭ ਕੰਮ ਤੇ ਅਕਾਲੀ ਸਰਕਾਰਾਂ, ਕਾਂਗਰਸ ਸਰਕਾਰਾਂ ਸਾਰਿਆਂ ਵੇਲੇ ਹੋ ਰਹੀਆਂ ਹੋਈਆਂ। ਇੱਕ ਤਾਂ ਇਹ ਗੱਲ ਮੈਂ ਤੁਹਾਡੇ ਧਿਆਨ ਚ ਲਿਆਵਾਂ। ਦੂਜੀ ਗੱਲ ਮੈਂ ਗੱਲ ਕਹਾਂ, ਘੱਟੋ ਘੱਟ ਅਸੀਂ ਲੋਕ, ਮੈਂ ਆਪਣੇ ਵੱਲੋਂ ਜ਼ਰੂਰ ਕਹਿ ਸਕਦਾ ਜੀ ਕਿ ਜਿਹੜੇ ਬੰਦੇ ਨੇ ਵੀ ਕੋਈ ਸਕੈਮ ਕੀਤਾ, ਜਿਹੜਾ ਸਕੈਮ ਦਾ ਭਾਗੀਦਾਰ ਹੈ, ਉਸ ਨੂੰ ਦੀ ਫਸਟ ਇਲੈਕਟ੍ਰਿਕ ਪੋਲ ਅਵੇਲੇਬਲ ਹੀ ਔਰ ਸ਼ੀ ਸ਼ੁੱਡ ਬੀ ਹੈਂਗਡ। ਜਿਹੜੀ ਗੱਲ ਮੈਂ ਜ਼ੋਰ ਦੀ ਕਹਿਣਾ ਚਾਹੁੰਦਾ, ਅਧਿਆਪਕ ਲਹਿਰ 'ਚ ਹੁੰਦਾ ਹੋਏ ਮੈਂ ਕਹਿਣਾ ਚਾਹੁੰਦਾ, ਪਰ ਮੈਂ ਹੁੰਦਾ ਕਿਉਂ ਨਹੀਂ ਇਹ ਵੀ ਕਹਿਣਾ ਚਾਹੁੰਦਾ। ਹੁੰਦਾ ਇਸ ਕਰਕੇ ਨਹੀਂ ਕਿਉਂਕਿ ਜਦੋਂ ਆਪਾਂ ਵਿੱਚੋਂ ਬੰਦੇ ਨਿਕਲਦੇ ਆ ਨਾ, ਵਿੱਚੋਂ ਨਿਕਲਦਾ ਕੌਣ ਹੈ ਉਹਦੇ? ਜੋ ਸਰਕਾਰ ਦੇ ਆਪਣੇ ਚਹੇਤੇ, ਆਪਣੇ ਅਪੁਆਇੰਟੀ, ਆਪਣੇ ਸਿਫਾਰਸ਼ੀ, ਉਹ ਨਿਕਲਦੇ ਆ। ਪੂਟਾ ਇਜ਼ ਵੈਰੀ ਕਲੀਅਰ ਕਿ ਪੂਟਾ ਦਾ ਕੋਈ ਆਫਿਸ ਬੇਅਰਰ ਦਾ ਤਾਂ ਉਹਦੇ ਚ ਨਾਮ ਨਹੀਂ ਹੈਗਾ। ਜੇ ਹੋਵੇ ਸਾਨੂੰ ਕੋਈ ਦਿੱਕਤ ਨਹੀਂ, ਜੇ ਹੋਵੇ ਸਾਨੂੰ ਕੋਈ ਦਿੱਕਤ ਨਹੀਂ, ਜਾਂ ਵਿਜੀਲੈਂਸ ਬਿਊਰੋ ਦੇ ਵਿੱਚ ਜਾਂ ਕੋਈ ਕਿਸੇ ਰਡਾਰ ਤੇ ਹੋਵੇ, ਸਾਨੂੰ ਕੋਈ ਦਿੱਕਤ ਨਹੀਂ। ਹਾਂ, ਓਪਨਲੀ ਡਿਕਲੇਅਰ ਕਿ ਸਾਡੇ ਚ ਕੋਈ ਨਹੀਂ ਹੈਗਾ, ਜੇ ਹੈਗਾ ਤਾਂ ਹੋਵੇ। ਜੇ ਮੈਂ ਕਹਿੰਦਾ ਜੇ ਇਹਨਾਂ ਵਿੱਚ ਵੀ ਹੋਵੇ, ਇਹਨਾਂ ਉਹ ਵੀ ਕੋਈ ਐਕਸਕਿਊਜ਼ ਨਹੀਂ ਬਣਦਾ। ਬਿਲਕੁਲ ਇਸਨੇ ਇਹ ਕਰਦਾ। ਜੀ ਜੀ, ਹੈਂਗਿੰਗ ਫਰਮ ਦਾ ਪੋਲ ਨਾਲ ਨਹੀਂ ਮੈਂ ਸਹਿਮਤ ਹੁੰਦਾ, ਤਾਲਿਬਾਨੀ ਦਾ ਕਾਨੂੰਨ ਪਰ ਪੜਨੇ ਚਾਹੀਦੇ।
मतलब आई एम रेडी टू गो टू दैट एक्सटेंट इवन आई विल बी हैप्पी टू कमेंट आई एम रेडी टू गो टू दैट एक्सटेंट इवन ਸੋ ਇਸ ਕਰਕੇ ਇਸ਼ੂ ਇਹ ਨਹੀਂ ਹੈਗਾ ਇਸ਼ੂ ਇਹ ਹੈ ਕਿ ਇਹ ਇਸ਼ੂ ਯੂਨੀਵਰਸਿਟੀਆਂ ਦੀ ਕਾਲਜਾਂ ਦੀ ਜੋ ਲੈਜੀਟਿਮੇਟ ਉਹਨਾਂ ਦੀਆਂ ਫਾਈਨੈਂਸ਼ੀਅਲ ਇਸ਼ੂਜ਼ ਨੇ ਡਿਮਾਂਡਸ ਨੇ ਉਹ ਡਿਨਾਈ ਕਰਨ ਖਾਤਰ ਨਹੀਂ ਵਰਤੀਆਂ ਜਾ ਸਕਦੀਆਂ ਗੱਲਾਂ ਕਿ ਕਿਉਂਕਿ ਇੱਥੇ ਸਕੈਮ ਹੋ ਗਏ ਕਿਉਂਕਿ ਇੱਥੇ ਸਕੈਮ ਹੋ ਗਏ ਇਸ਼ੂ ਹੈ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਇਸ ਦੌਰ ਦੇ ਵਿੱਚ ਇੰਨੇ ਪਾਰਟੀਜ਼ਨ ਦੌਰ ਦੇ ਵਿੱਚ ਜਿਨ੍ਹਾਂ ਧਰਾਤਲਾਂ ਦੇ ਉੱਤੇ ਯੂਨੀਵਰਸਿਟੀਆਂ ਨੂੰ ਬਹੁਤ ਵਡੇਰੀਆਂ ਲੜਾਈਆਂ ਵਿੜਨੀਆਂ ਚਾਹੀਦੀਆਂ ਸੀ ਉਹਨਾਂ ਸਮਿਆਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਇਤਿਹਾਸ ਵਿੱਚ ਇੱਕ ਨਾਮ ਦਰਜ ਕਰਵਾ ਰਹੀ ਹੈ ਕਿ ਅਸੀਂ ਉਸ ਵੇਲੇ ਆਪਣੀਆਂ ਤਨਖਾਹਾਂ ਲਈ ਭੱਤਿਆਂ ਲਈ ਕੈਸ਼ ਸਕੀਮਾਂ ਲਈ ਰਿਟਾਇਰਮੈਂਟ ਬੈਨੀਫਿਟਸ ਲਈ ਜੀਪੀਐਫ ਅਕਾਊਂਟਾਂ ਦੇ ਵਿੱਚ ਪੈਸੇ ਪਾਉਣ ਲਈ ਲੜ ਰਹੇ ਸਾਂ ਜੀ ਦੈਟ ਵਿਲ ਨਾਟ ਰਿਫਲੈਕਟ ਵੈਰੀ ਨਾਈਸਲੀ ਇਹ ਤੁਹਾਡੀ ਗੱਲ ਤੱਕ ਅਸੀਂ ਇਹਦੇ ਨਾਲ ਸਹਿਮਤ ਹਾਂ ਜੀ ਪਰ ਨਾਲ ਦੀ ਨਾਲ ਇੱਕ ਅਧਿਆਪਕ ਦੀ ਵੀ ਤੁਹਾਨੂੰ ਦੇਖਣੀ ਪਊਗੀ ਮੰਨ ਲਓ ਕੋਈ ਇੱਕ ਅਧਿਆਪਕ ਸਿੰਗਲ ਅਰਨਿੰਗ ਹੈਂਡ ਹੈ ਕੀ ਉਹਨੂੰ ਆਪਣੀ ਸੈਲਰੀ ਲਈ ਮਾਈ ਹਰਟ ਗੋਜ਼ ਆਊਟ ਕੋਈ ਅਧਿਆਪਕ ਮੈਨੂੰ ਪੜ੍ਹਾਉਣ ਆਵੇ ਤੇ ਉਹਦੇ ਘਰ ਫਾਕੇ ਪਏ ਹੋਣ ਉਹਨੂੰ ਤਨਖਾਹ ਨਾ ਮਿਲ ਰਹੀ ਹੋਵੇ ਹਾਊ ਕੈਨ ਯੂ ਐਕਸਪੈਕਟ ਕਿ ਹੈ ਨਾ ਜੀ ਪਰ ਪ੍ਰੋਬਲਮ ਹੈ ਕਿ ਜ਼ਾਰੋ ਲੋਕਾਂ ਨੂੰ ਰੋਣਾ ਚਾਹੀਦਾ ਸੀਗਾ ਯੂਨੀਵਰਸਿਟੀ ਦੇ ਅਧਿਆਪਕ ਯੂਨੀਵਰਸਿਟੀ ਆਪਣੇ ਆਪ ਦੇ ਵਿੱਚ ਐਜ਼ ਅ ਕਨਸੈਪਟ ਦਾ ਆਈਡੀਆ ਆਫ ਅ ਯੂਨੀਵਰਸਿਟੀ ਕੀ ਹੁੰਦਾ ਜੋ ਸਮਾਜ ਤੋਂ ਇੰਨਾ ਟੁੱਟਿਆ ਹੋਵੇ ਯੂਨੀਵਰਸਿਟੀ ਉਹ ਨਹੀਂ ਕਮਾ ਪਾ ਰਹੀ ਤੁਹਾਡੀ ਲੜਾਈ ਦੇ ਨਾਲ ਭੀੜਾਂ ਸੰਗਤਾਂ ਖਲਕਤ ਜੁੜ ਕੇ ਤਾਂ ਕੇ ਬਾਹਰ ਨਹੀਂ ਆ ਰਹੀ I'm just beating the old record. I'm just beating around the bush. ਜਿਹੜਾ ਸਮਾਂ ਹੁਣ ਆ ਗਿਆ ਤੁਸੀਂ ਜਲਦੀ ਦੇਖੋਗੇ you will see it very soon it will be a reality so ਤੁਹਾਨੂੰ ਪੈਸੇ ਚਾਹੀਦੇ ਨੇ ਪੰਜਾਬ ਸਰਕਾਰ ਤੋਂ ਕਿੰਨੇ ਕਰੋੜ ਰੁਪਏ ਮਿਨੀਮਮ ਚਾਹੀਦਾ ਤੁਹਾਨੂੰ ਸਰ ਸਾਡਾ ਜਿਹੜਾ ਓਵਰਡਰਾਫਟ ਹੈ ਜਿਹੜਾ 150 ਕਰੋੜ ਤੋਂ ਜ਼ਿਆਦਾ ਅਸੀਂ ਉਹ ਕਹਿੰਦੇ ਆ 150 ਕਰੋੜ ਦਾ ਓਵਰਡਰਾਫਟ ਹੈ ਉਹ 1.5 2 ਕਰੋੜ ਰੁਪਏ ਤੁਸੀਂ ਹਰ ਮਹੀਨੇ ਵਿਆਜ ਦਿੰਦੇ ਹੋ ਅਸੀਂ ਚਾਹੁੰਦੇ ਆ 150 ਦਾ ਕਰੋੜ ਦਾ ਓਵਰਡਰਾਫਟ ਸਰਕਾਰ ਓਨ ਕਰੇ ਜਿੰਨੀਆਂ ਸਾਡੀਆਂ ਲਾਇਬਿਲਿਟੀਜ਼ ਨੇ ਪੈਂਡਿੰਗ 100 ਕਰੋੜ ਦੇ ਕਰੀਬ ਉਹ ਸਰਕਾਰ ਬੀਅਰ ਕਰੇ ਜਿਹੜੀ ਸਾਡੀ ਗ੍ਰਾਂਟ ਹੈ ਸਾਡਾ ਮੰਥਲੀ ਇਨਕਮ ਅਦਾ ਪੈਨਸ਼ਨ ਤੇ ਤਨਖਾਹ ਦਾ ਬਜਟ ਬਣਦਾ ਉਹਦਾ 95% ਸਰਕਾਰ ਬੀਅਰ ਕਿੰਨਾ ਕੁ ਬਣਦਾ 30 35 ਕਰੋੜ ਰੁਪਏ ਹਰ ਮਹੀਨੇ ਇਸ ਟਾਈਮ ਸਾਡਾ ਪੈਨਸ਼ਨ ਪਲੱਸ ਸੈਲਰੀ ਮਿਲਾ ਕੇ 30 ਕਰੋੜ ਹੈ ਜੀ ਠੀਕ ਹੈ ਸੋ ਸਾਡੀ ਡਿਮਾਂਡ ਹੈ ਉਹਦਾ 95% ਸਰਕਾਰ ਬੀਅਰ ਕਰੇ 300 350 ਕਰੋੜ ਰੁਪਏ ਤੁਸੀਂ ਮਿਨੀਮਮ ਮੰਗ ਰਹੇ ਹੋ ਇੰਨਾ ਹੀ ਅਸੀਂ ਨਹੀਂ ਸਰਕਾਰ ਕੋਲ ਪੈਸੇ ਉਹ ਕਹਿਣਗੇ ਨਹੀਂ ਦੇ ਸਕਦੇ ਅਸੀਂ ਕੁਝ ਲਾਇਬਿਲਿਟੀ ਤੋਂ ਨੇ ਆਮ ਸੇਇੰਗ ਗਵਰਨਮੈਂਟ ਵਿਲ ਸੇ ਦਿਸ ਸਾਡੇ ਕੋਲ ਪੈਸੇ ਨਹੀਂ ਲੋਕਾਂ ਨੂੰ ਇਹ ਗੱਲ ਸਮਝ ਆਉਂਦੀ ਹੈ ਹਾਂਜੀ ਸਰਕਾਰਾਂ ਕੋਲ ਅੱਜਕੱਲ ਪੈਸੇ ਹੈ ਨਹੀਂ ਕੁਝ ਲਾਇਬਿਲਿਟੀ ਤੋਂ ਨੇ ਮੈਨੂੰ ਪਤਾ ਨਹੀਂ ਮੈਂ ਜੇ ਇਹ ਪੁੱਛਣਾ ਮੈਂ ਤਾਂ ਵੀ ਯੂਨੀਵਰਸਿਟੀ ਉਹਨਾਂ ਆਪਣੀ ਜ਼ਮੀਨ ਜ਼ਮੂਨ ਵੇਚੇਗੀ ਕੀ ਕਰੇਗੀ ਪੰਜਾਬ ਸਰਕਾਰ ਦੇ ਕਈ ਤਰੀਕੇ ਸਿਖਾਉਂਦੀ ਹੋਣੀ ਹੈ ਕੁਝ ਲਾਇਬਿਲਿਟੀਜ਼ ਉਹ ਨੇ ਯੂਨੀਵਰਸਿਟੀ ਨੇ 60 ਕਰੋੜ ਉਹ ਲੈਣੇ ਆ ਗਵਰਨਮੈਂਟ ਤੋਂ ਜਿਹੜੇ ਕਿ ਸਕਾਲਰਸ਼ਿਪ ਦੇ ਪੈਸੇ ਸਾਡੀ ਹਾਂਜੀ ਜਿਹੜੇ ਕਿ ਸਰਕਾਰ ਨੇ ਕਿਹਾ ਕਿ ਇਹ ਸੋਸ਼ਲ ਏਜੰਡਾ ਹੈਗਾ ਐਸਸੀ ਕੋਲ ਪੈਸੇ ਸੋਸ਼ਲ ਵੈਲਫੇਅਰ ਸਕੀਮ ਦਾ ਪਾਰਟ ਹੈ ਸਕੀਮ ਦਿੱਤੀਆਂ ਤੇ ਉਹਦੇ 60 ਕਰੋੜ ਰੁਪਇਆ ਤਾਂ ਉਹਦੇ ਪਏ ਨੇ ਜੇ ਉਹ ਵੀ ਪੈਸੇ ਸਰਕਾਰ ਤੋਂ ਬਿਨਾਂ ਹੋਰ ਹਾਲ ਦੱਸੋ ਅਗਰ ਸਰਕਾਰ ਨੇ ਵੀ ਤੁਹਾਨੂੰ ਇਹੀ ਪੁੱਛਣਾ ਸੈਕਟਰੀ ਸਾਹਿਬ ਨੇ ਵੀ ਇਹੀ ਕਹਿਣਾ ਵੀ ਇਸ ਤੋਂ ਬਿਨਾਂ ਕੋਈ ਹੋਰ ਹਾਲ ਦੱਸੋ ਤੁਸੀਂ ਤੁਹਾਨੂੰ ਪੈਸੇ ਨਾ ਦਈਏ ਕੋਈ ਜ਼ਮੀਨਾਂ ਜਮੂਨਾਂ ਪਈਆਂ ਘਰੇ ਕੋਈ ਸੋਨਾ ਸੂਨਾ ਪਿਆ ਕੋਈ ਵੇਚਣ ਰੱਖਣ ਵਾਲਾ ਐਸਪੀ ਸਿੰਘ ਜੀ ਪੰਜਾਬੀ ਯੂਨੀਵਰਸਿਟੀ ਦਾ ਐਕਟ ਪੜੋ ਐਕਟ ਦੇ ਵਿੱਚ ਕਿੱਥੇ ਲਿਖਿਆ ਵੀ ਅਸੀਂ ਆਪਣੇ ਰਿਸੋਰਸਸ ਸਟੇਟ ਯੂਨੀਵਰਸਿਟੀ ਹੈ ਨਹੀਂ ਲਿਖਿਆ ਹੋਵੇਗਾ ਸਟੇਟ ਯੂਨੀਵਰਸਿਟੀ ਹੈ ਸਟੇਟ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਐਕਟ ਦੇ ਬਾਵਜੂਦ ਸਰਕਾਰਾਂ ਇਹ ਕਰ ਰਹੀਆਂ ਨੇ ਤੁਹਾਡੇ ਸਾਹਮਣੇ ਹੈ ਸਰ ਇਸੇ ਇਹੀ ਤਾਂ ਲੜਾਈ ਹੈ ਸਾਡੀ ਜੀ ਇਸੇ ਲੜਾਈ ਲੜ ਆਈ ਐਮ ਸੇਇੰਗ ਕਿ ਯੂਨੀਵਰਸਿਟੀ ਵਿੱਚ ਇਸ ਕਿਸਮ ਦੀਆਂ ਵੀ ਗੱਲਾਂ ਹੋ ਰਹੀਆਂ ਨੇ ਕਿ ਹੁਣ ਯੂਨੀਵਰਸਿਟੀ ਵਿੱਚ ਕੋਈ ਮਾਰਕੀਟ ਬਣ ਜਾਵੇ ਕੋਈ ਦੁਕਾਨਾਂ ਬਣਾ ਦਿੱਤੀਆਂ ਜਾਣ ਕੋਈ ਬਾਹਰਲੀ ਜ਼ਮੀਨ ਦੇ ਦਿੱਤੀ ਜਾਵੇ ਪਿੱਛੇ ਕੋਈ ਮਾਲ ਮੂਲ ਬਣ ਜਾਵੇ ਕਿਉਂਕਿ ਯੂਨੀਵਰਸਿਟੀ ਵੈਸੇ ਵੀ ਕੋਈ ਯੂਨੀਵਰਸਿਟੀ ਤਾਂ ਰਹੀ ਨਹੀਂ ਸਾਰੇ ਪੈਸੇ ਯੂਨੀਵਰਸਿਟੀ ਦਾ ਅੰਡਰ ਗ੍ਰੈਜੂਏਟ ਕੋਰਸਿਸ ਸਾਰੇ ਪੈਸੇ ਯੂਨੀਵਰਸਿਟੀ ਦਾ ਬਿਗ ਕਾਲਜ ਨਹੀਂ ਸਰ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਸਰ ਮੈਂ ਇਹ ਕਹਿ ਰਿਹਾ ਤੇ ਤੁਸੀਂ ਇਹ ਕਹਿ ਰਹੇ ਹੋ ਵੀ ਤੁਸੀਂ ਇਸ ਨਾਲ ਸਹਿਮਤ ਨਹੀਂ ਦਰਸ਼ਕ ਦੋਨਾਂ ਨੂੰ ਸੁਣ ਰਹੇ ਨੇ ਯੂਨੀਵਰਸਿਟੀ ਦਾ ਬਿਗ ਕਾਲਜ ਐਮਏ ਐਮਫਿਲ ਪੀਐਚਡੀ ਕੁਝ ਨਹੀਂ ਹੁੰਦੀ ਯੂਨੀਵਰਸਿਟੀ 'ਚ ਇਹ 10 ਬੰਦਾ 10+2 ਕਰਕੇ ਆਂਦਾ ਫਿਰ ਉਹ 13ਵੀਂ ਕਰਦਾ 14ਵੀਂ ਕਰਦਾ 15ਵੀਂ ਕਰਦਾ 16ਵੀਂ ਕਰਦਾ ਯੂਨੀਵਰਸਿਟੀ ਦਾ ਐਕਸਟੈਂਡਡ ਸਕੂਲ ਸਰ ਇੰਨੇ ਕਿੰਨੇ ਵਿਭਾਗ ਨੇ ਜਿਨ੍ਹਾਂ 'ਚ ਇਹ ਕੋਰਸਿਸ ਨੇ ਅੰਡਰ ਗ੍ਰੈਜੂਏਟ Do we have that data? ਵੀ ਸ਼ੁਰੂ ਤੋਂ ਤੁਹਾਡੇ ਕੋਲ ਸਿਰਫ ਇਹਦੇ ਸੀਗਾ ਫਿਜ਼ਿਕਸ ਹੀ ਸੀਗੇ ਜਾਂ ਇਕਨੋਮਿਕਸ ਹੀ ਸੀਗੇ ਸਿਰਫ 5 ਜਾਂ 7 ਵਿਭਾਗ ਨੇ ਜਿੱਥੇ ਅੰਡਰ ਗ੍ਰੈਜੂਏਟ ਕੋਰਸਿਸ ਨੇ ਤੁਸੀਂ ਬਾਕੀ 70 ਵਿਭਾਗਾਂ ਨੂੰ ਜਨਰਲ immense number of students there ਸਰ 800 ਸਟੂਡੈਂਟ ਸਟਫਿੰਗ ਆਉਥੇ ਬਹੁਤ ਸਟਫਿੰਗ ਨਹੀਂ ਸਰ 800 ਸਟੂਡੈਂਟ ਬੀਟੈਕ ਦਾ ਸਾਡੇ ਕੋਲ 800 ਸੀਟਾਂ ਨੇ 200 ਪਰ ਸਟਰੀਮ ਮਾਈ ਪੁਆਇੰਟ ਇਜ਼ ਤੁਸੀਂ ਜੋ ਵੀ ਕਰ ਰਹੇ ਹੋ ਰਿਸਰਚ ਦੀ ਕਾਸਟ ਤੇ ਹੈ ਯੂਨੀਵਰਸਿਟੀ ਦੇ ਬੇਸਿਕ ਮੈਂਡੇਟ ਦੀ ਕਾਸਟ ਤੇ ਹੈ ਸਰ ਅਸੀਂ ਬਾਕੀ ਜਿਹੜਾ ਸਾਡਾ ਉਸ ਤੋਂ ਇਲਾਵਾ 20000 ਪਲੱਸ ਸਟੂਡੈਂਟ ਹੈ ਉਹ ਪੋਸਟ ਗ੍ਰੈਜੂਏਟ ਹੈ ਬੀਨ देयर ਡਨ ਦੈਟ ਹੁਣ ਮੈਨੂੰ ਦੱਸੋ 350 ਕਰੋੜ ਰੁਪਏ ਜੇ ਸਰਕਾਰ ਨਹੀਂ ਦਿੰਦੀ ਤਾਂ ਤੁਸੀਂ ਕੀ ਕਰਨਾ ਨੈਕਸਟ ਅਸੀਂ ਸਰ ਸਾਡੀ ਲੜਾਈ ਸਰਕਾਰ ਨਾਲ ਹੈ ਸਾਡੇ ਕੋਲੇ ਆਪਸ਼ਨ ਜਿਹੜੀ ਇਹਨੂੰ ਯੂਨੀਵਰਸਿਟੀ ਨੂੰ ਬੇਲ ਕਰਨ ਦੀ ਇੱਕੋ ਹੀ ਹੈ ਗਵਰਨਮੈਂਟ ਤੋਂ ਗ੍ਰਾਂਟ ਦੈਟਸ ਆਲ ਸੋ ਗਵਰਨਮੈਂਟ ਤੋਂ ਗ੍ਰਾਂਟ ਤੁਹਾਡੇ ਕੋਲ ਇੱਕ ਮਾਤਰ ਆਪਸ਼ਨ ਹੈ ਸਰਕਾਰ ਜੀ ਪੈਸਾ ਦੇ ਦਿਓ ਯੂਨੀਵਰਸਿਟੀ ਬਚਦੀ ਹੈ ਸਰਕਾਰ ਜੀ ਪੈਸਾ ਨਹੀਂ ਦੇਣਗੇ ਜਿਹੜੀ ਕਿ ਉਹਨਾਂ ਦਾ ਇਰਾਦਾ ਹੁਣ ਤੱਕ ਕਲੀਅਰ ਹੈ ਤਾਂ ਫਿਰ ਯੂਨੀਵਰਸਿਟੀ ਨਹੀਂ ਬਚੇਗੀ ਜੇ ਪੰਜਾਬ ਦੀ ਯੂਨੀਵਰਸਿਟੀ ਕੋਈ ਔਰ ਇਸ ਕਦਰ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਵਰਗੀ ਯੂਨੀਵਰਸਿਟੀ ਜੇ ਇਹ ਆਪਣੇ ਆਖਰੀ ਸਾਹਾਂ ਤੇ ਹੈ ਤਾਂ ਇਹਦੇ ਵਿੱਚ ਤੁਹਾਡੇ ਬੱਚਿਆਂ ਦੀ ਅਕਲਸਾਜ਼ੀ ਦੀ ਜ਼ਮੀਨ ਖਤਮ ਹੋ ਰਹੀ ਹੈ ਫਿਰ ਪੰਜਾਬ ਦਾ ਨੁਕਸਾਨ ਹੋ ਰਿਹਾ ਇਹ ਪੰਜਾਬ ਦੀ ਮੌਤ ਦੇ ਆਰੰਭ ਵਾਲੇ ਸੁਨੇਹੇ ਹੁੰਦੇ ਨੇ ਜਦੋਂ ਕਿਸੇ ਸਥਾਨ ਦੀਆਂ ਯੂਨੀਵਰਸਿਟੀਜ਼ ਜਿਹੜੀਆਂ ਉਹ ਮਰਨੀਆਂ ਸ਼ੁਰੂ ਹੋ ਜਾਣ
ਤੁਸੀਂ ਇਸ ਲੜਾਈ ਦੇ ਕਿਹੜੇ ਐਸਪੈਕਟਸ ਨਾਲ ਆਪਣੇ ਆਪ ਨੂੰ ਜੋੜ ਕੇ ਵੇਖਣਾ ਹੈ? ਪ੍ਰੋਫੈਸਰਾਂ ਦੇ ਉੱਤੇ ਜਿਹੜੀ ਤਨਕੀਦ ਹੈ, ਜਿਹੜੀ ਤੁਸੀਂ ਇਸ ਡਿਬੇਟ 'ਚ ਵੀ ਦੇਖੀ ਹੋਏਗੀ, ਉਹਦੇ ਨਾਲ ਜੋੜਨਾ ਹੈ, ਜਾਂ ਯੂਨੀਵਰਸਿਟੀ ਦੀ ਮੈਂਡੇਟ ਕੀ ਹੈ ਤੇ ਯੂਨੀਵਰਸਿਟੀਆਂ ਦਾ ਅਸੀਂ ਕਰ ਕੀ ਦਿੱਤਾ, ਤੇ ਜਿਹੜੀਆਂ ਖੁੰਬਾਂ ਵਾਂਗ ਖੇਤਾਂ ਵਿੱਚ ਉੱਥੇ ਉਗਾਈਆਂ ਨੇ ਜਿੱਥੇ ਕਦੀ ਕਣਕਾਂ ਉਗਦੀਆਂ ਸੀ ਤੇ ਫਿਰ ਲੈਂਡ ਯੂਜ਼ ਚੇਂਜ ਹੋ ਜਾਂਦੀਆਂ ਨੇ ਤੇ ਪ੍ਰਾਈਵੇਟ ਯੂਨੀਵਰਸਿਟੀਆਂ ਖੁੱਲ੍ਹ ਜਾਂਦੀਆਂ ਨੇ, ਉਹਨਾਂ ਦੇ ਥਰੂ ਕੋਈ ਆਪਣਾ ਨਵਾਂ ਪੰਜਾਬ ਸਿਰਜਣਾ ਹੈ, ਇਹ ਫੈਸਲਾ ਤੁਹਾਡੇ ਹੱਥ ਹੈ। ਅੱਜ ਲਈ ਇੰਨਾ ਹੀ। ਦੁਆ 'ਚ ਯਾਦ ਰੱਖਣਾ, ਰੱਬ ਰੱਖਾ।